ਸਤਿ ਸ੍ਰੀ ਅਕਾਲ। ਜਦੋਂ ਮਨੁੱਖ ਨੇ ਇੱਕ ਥਾਂ 'ਤੇ ਟਿਕਾਣਾ ਬਣਾ ਕੇ ਰਹਿਣਾ ਸਿੱਖਿਆ ਤਾਂ ਉਸਦੇ ਅੰਦਰ ਦੇਸ਼ ਦੇਸ਼ਾਂਤਰਾਂ ਪਰੇ ਤੋਂ ਪਰੇ ਦੁਨੀਆ ਵੇਖਣ ਦਾ ਚਾਅ ਪੈਦਾ ਹੋਇਆ। ਕਰਤਾ ਨੇ ਸਾਰਾ ਬ੍ਰਹਿਮੰਡ ਇੰਨਾ ਖੂਬਸੂਰਤ ਅਤੇ ਵਿਸ਼ਾਲ ਬਣਾਇਆ ਹੈ ਤਾਂ ਕਿ ਮਨੁੱਖ ਵੱਖ-ਵੱਖ ਥਾਵਾਂ 'ਤੇ ਵਸ ਰਹੇ ਲੋਕਾਂ, ਉਹਨਾਂ ਦੀ ਬੋਲੀ, ਰਹਿਣ ਸਹਿਣ, ਖਾਣ ਪੀਣ ਬਾਰੇ ਜਾਣੇ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੇ ਅਤੇ ਕੁਦਰਤ ਨੂੰ ਆਪਣੇ ਆਪ ਨਾਲ ਜੋੜ ਕੇ ਵੇਖੇ। ਧਰਤੀ 'ਤੇ ਬੇਅੰਤ ਸੁੰਦਰ ਨਜ਼ਾਰੇ, ਉਹਨਾਂ ਦੀ ਸਿਫਤ ਸਲਾਹ ਅਤੇ ਬਲਿਹਾਰੀ ਕੁਦਰਤ ਵਸਿਆ ਨੂੰ ਮਹਿਸੂਸ ਕਰਕੇ ਘੁਮੱਕੜ ਬਣ ਕੇ ਕੁਝ ਸੁਖਾਵੇਂ ਅਤੇ ਸੁੰਦਰ ਤਜਰਬੇ ਹੋ ਜਾਂਦੇ ਹਨ ਜੋ ਸਾਰੀ ਹਯਾਤੀ ਸਾਡੇ ਨਾਲ ਰਹਿੰਦੇ ਹਨ। ਹੁਣ ਤੁਹਾਨੂੰ ਘੁਮੱਕੜ ਹੋਣ ਦੇ ਫਾਇਦੇ ਦੱਸਾਂ ਕਿ ਇਸ ਨਾਲ ਮਨ ਦੀ ਸ਼ਾਂਤੀ, ਕਲਾਤਮਕਤਾ ਵਿੱਚ ਵਾਧਾ, ਗੱਲਬਾਤ ਕਰਨ ਦੀ ਕਲਾ ਦਾ ਵਿਕਾਸ, ਅਸਲੀ ਜ਼ਿੰਦਗੀ ਦੀ ਪੜ੍ਹਾਈ ਅਤੇ ਸੋਹਣੀਆਂ ਯਾਦਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਘੁੰਮਣਾ ਜਾਂ ਨਵੀਆਂ ਥਾਵਾਂ ਨੂੰ ਵੇਖਣ ਦੀ ਪ੍ਰਬਲ ਇੱਛਾ ਉਮਰ ਭਰ ਕਮਾਈ ਗਈ ਦੌਲਤ ਤੋਂ ਵੱਧ ਨਸ਼ਾ, ਸੁਆਦ ਅਤੇ ਮਨ ਦੀ ਅਮੀਰੀ ਦਿੰਦੀ ਹੈ, ਕਿਉਂਕਿ ਜ਼ਿੰਦਗੀ ਵੀ ਆਪਣੇ ਆਪ ਵਿੱਚ ਖੂਬਸੂਰਤ ਸਫ਼ਰ ਹੈ ਜਿਸ ਵਿੱਚ ਨਿੱਤ ਨਵੇਂ ਦੁਖਾਵੇਂ ਸੁਖਾਵੇਂ ਤਜਰਬੇ ਕਰਦੇ ਅਸੀਂ ਅੱਗੇ ਵੱਧਦੇ ਰਹਿੰਦੇ ਹਾਂ। ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਘੁਮੱਕੜ ਮਾਰਕੋ ਪੋਲੋ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ, ਜੋ ਜ਼ਿੰਦਗੀ ਦੇ 24 ਸਾਲ ਯਾਤਰਾ 'ਤੇ ਰਿਹਾ। ਯਾਤਰਾ ਦੇ ਦਰਮਿਆਨ ਜੋ ਉਸ ਨੂੰ ਤਜਰਬੇ ਹੋਏ ਉਹ ਅੱਜ ਮੈਂ ਉਸ ਦੀ ਕਿਤਾਬ ਦ ਟਰੈਵਲਸ ਆਫ ਮਾਰਕੋ ਪੋਲੋ ਦਾ ਪੰਜਾਬੀ ਅਨੁਵਾਦ ਸਾਂਝਾ ਕਰਾਂਗੀ। ਇਸ ਨੂੰ 13ਵੀਂ ਸਦੀ ਵਿੱਚ ਲਿਖਿਆ ਗਿਆ ਅਤੇ ਇਹ ਬਿਹਤਰੀਨ ਕਲਾਸਿਕ ਸਫ਼ਰਨਾਮਾ ਹੈ। ਆਓ ਪਹਿਲਾਂ ਮਾਰਕੋ ਪੋਲੋ ਬਾਰੇ ਥੋੜ੍ਹੀ ਜਾਣਕਾਰੀ ਲੈ ਲਈਏ। ਮਾਰਕੋ ਪੋਲੋ ਇਟਲੀ ਦੇ ਪ੍ਰਸਿੱਧ ਸ਼ਹਿਰ ਵੀਨਸ ਦਾ ਵਸਨੀਕ ਸੀ। ਉਹ 1255 ਵਿੱਚ ਪੈਦਾ ਹੋਇਆ। ਉਹਦਾ ਪਿਤਾ ਇੱਕ ਅਮੀਰ ਵਪਾਰੀ ਸੀ। ਵਪਾਰ ਲਈ ਉਹ ਦੂਰ ਪੂਰਬ ਦੀ ਯਾਤਰਾ 'ਤੇ ਜਾਂਦਾ ਹੁੰਦਾ ਸੀ। ਮਾਰਕੋ ਨੂੰ ਬਚਪਨ ਤੋਂ ਹੀ ਨਵੀਆਂ ਥਾਵਾਂ, ਨਵੇਂ ਲੋਕ ਵੇਖਣ ਦਾ ਚਾਅ ਸੀ। ਇਸ ਲਈ ਉਹ ਵੀ ਆਪਣੇ ਪਿਤਾ ਨਾਲ ਦੂਰ ਪੂਰਬ ਦੀ ਯਾਤਰਾ 'ਤੇ ਗਿਆ ਅਤੇ ਉੱਥੋਂ ਦਾ ਡਿੱਠਾ ਹਾਲ ਆਪਣੀ ਪੁਸਤਕ ਵਿੱਚ ਲਿਖਿਆ। ਮਾਰਕੋ ਤੋਂ ਪਹਿਲਾਂ ਯੂਰਪ ਵਾਲਿਆਂ ਨੂੰ ਏਸ਼ੀਆ ਬਾਰੇ ਬਹੁਤ ਘੱਟ ਜਾਂ ਵਾਕਫੀਅਤ ਸੀ। ਮਾਰਕੋ ਪਹਿਲਾਂ ਯੂਰਪੀਅਨ ਯਾਤਰੀ ਸੀ ਜਿਸ ਨੇ ਏਸ਼ੀਆ ਦੇ ਲੋਕਾਂ ਦੀ ਸੱਭਿਅਤਾ, ਰਹਿਣੀ ਬਹਿਣੀ ਅਤੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਦਾ ਹਾਲ ਲਿਖਿਆ। ਪੱਛਮ ਦੀ ਸੱਭਿਅਤਾ ਪੂਰਬ ਦੀ ਸੱਭਿਅਤਾ ਤੋਂ ਭਿੰਨ ਹੋਣ ਕਰਕੇ ਕਈ ਗੱਲਾਂ ਐਸੀਆਂ ਸਨ ਜਿਹੜੀਆਂ ਯੂਰਪ ਦੇ ਲੋਕ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਸਨ। ਇਸ ਲਈ ਮਾਰਕੋ ਪੋਲੋ ਦੇ ਦੇਸ਼ ਵਾਸੀਆਂ ਨੇ ਉਸ ਦੇ ਕਥਨਾਂ ਦੀ ਸੱਚਾਈ 'ਤੇ ਸ਼ੱਕ ਕੀਤਾ। ਉਹਨਾਂ ਸਮਝਿਆ ਕਿ ਉਹ ਪਾਗਲ ਹੈ ਅਤੇ ਜੋ ਕੁਝ ਵੀ ਊਂਟ ਪਟਾਂਗ ਮੂੰਹ ਵਿੱਚ ਆਉਂਦਾ ਹੈ ਬੋਲੀ ਜਾਂਦਾ ਹੈ। ਇਸ ਲਈ ਉਹਨਾਂ ਨੇ ਮਾਰਕੋ ਨੂੰ ਕੈਦ ਵਿੱਚ ਸੁੱਟ ਦਿੱਤਾ। ਕੈਦ ਦੀ ਵੇਲ ਵਿੱਚ ਉਹਨੇ ਆਪਣੀ ਯਾਤਰਾ ਦਾ ਹਾਲ ਪੁਸਤਕ ਦੇ ਰੂਪ ਵਿੱਚ ਅੰਕਿਤ ਕੀਤਾ। ਇਸ ਪੁਸਤਕ ਨੂੰ ਹਰ ਦੇਸ਼ ਵਿੱਚ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ। ਆਓ ਅੱਜ ਅਸੀਂ ਮਾਰਕੋ ਪੋਲੋ ਦੀ ਪੁਸਤਕ ਦ ਟਰੈਵਲਸ ਆਫ ਮਾਰਕੋ ਪੋਲੋ ਦਾ ਪੰਜਾਬੀ ਅਨੁਵਾਦ ਪੜ੍ਹੀਏ, ਸੁਣੀਏ ਅਤੇ ਵਿਚਾਰੀਏ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਬਮਰਾ। ਮਾਰਕੋ ਪੋਲੋ ਸਫ਼ਰ। ਜਦ ਤੋਂ ਮੈਂ ਇਹ ਕਹਾਣੀ ਸ਼ੁਰੂ ਕਰਦਾ ਹਾਂ ਉਸ ਵਕਤ ਮੇਰੀ ਉਮਰ 18 ਸਾਲ ਦੀ ਸੀ। ਮੈਂ ਇਟਲੀ ਦੇ ਪ੍ਰਸਿੱਧ ਸ਼ਹਿਰ ਵੀਨਸ ਵਿੱਚ ਰਹਿੰਦਾ ਸਾਂ। ਮੇਰਾ ਪਿਤਾ ਨਿਕੋਲੋ ਪੋਲੋ ਇੱਕ ਖਾਂਦਾ ਪੀਂਦਾ ਵਪਾਰੀ ਸੀ। ਉਹ ਵਪਾਰ ਲਈ ਪੂਰਬ ਦੇ ਦੂਰ ਦੁਰਾਡੇ ਮੁਲਕਾਂ ਦਾ ਸਫ਼ਰ ਕਰਦਾ ਸੀ। ਉਹ ਇਸ ਵਾਰੀ ਦੂਰ ਪੂਰਬ ਵੱਲ ਆਪਣੇ ਦੂਜੇ ਸਫ਼ਰ 'ਤੇ ਜਾ ਰਿਹਾ ਸੀ। ਮੈਂ ਉਹਨੂੰ ਲੱਭਣ ਲਈ ਬੰਦਰਗਾਹ ਵੱਲ ਗਿਆ ਅਤੇ ਫਿਰਦਾ ਫਿਰਾਂਦਾ ਇੱਕ ਘਟੀਆ ਜਿਹੀ ਸਰਾਂ ਵਿੱਚ ਜਾ ਨਿਕਲਿਆ। ਉੱਥੇ ਕੁਝ ਮੁਸਾਫਰ ਠਹਿਰੇ ਹੋਏ ਸਨ। ਇਹਨਾਂ ਵਿੱਚੋਂ 2 ਜਣੇ ਆਪਸ ਵਿੱਚ ਝਗੜ ਰਹੇ ਸਨ। ਇੱਕ ਨੇ ਆਪਣਾ ਛੁਰਾ ਦੂਜੇ ਵੱਲ ਵਗਾਹ ਕੇ ਮਾਰਿਆ। ਉਹਦਾ ਨਿਸ਼ਾਨਾ ਠੀਕ ਨਾ ਬੈਠਾ ਅਤੇ ਛੁਰਾ ਉਹਦੇ ਲਾਗੇ ਜੇ ਜਾ ਡਿੱਗਾ। ਮੈਂ ਸਮਝਿਆ ਕਿ ਵਾਰ ਕਰਨ ਵਾਲਾ ਆਪਣਾ ਛੁਰਾ ਦੂਜੇ ਨੂੰ ਦੇਣਾ ਚਾਹੁੰਦਾ ਹੈ। ਇਸ ਲਈ ਮੈਂ ਉਹ ਛੁਰਾ ਚੁੱਕ ਕੇ ਉਸ ਮਨੁੱਖ ਨੂੰ ਫੜਾ ਦਿੱਤਾ ਜਿਸ 'ਤੇ ਵਾਰ ਕੀਤਾ ਗਿਆ ਸੀ ਅਤੇ ਕਿਹਾ, ਜਨਾਬ ਇਹ ਲਓ ਆਪਣਾ ਛੁਰਾ। ਮੇਰਾ ਖਿਆਲ ਹੈ ਕਿ ਕਿਸੇ ਨੇ ਤੁਹਾਨੂੰ ਦੇਣ ਲਈ ਤੁਹਾਡੇ ਵੱਲ ਸੁੱਟਿਆ ਹੈ। ਉਹ ਮੇਰੀ ਸਾਦਗੀ ਅਤੇ ਅੱਲੜਪਣ 'ਤੇ ਬੜਾ ਹੱਸਿਆ ਅਤੇ ਮੈਨੂੰ ਆਪਣੇ ਨਾਲ ਉਸ ਵਪਾਰੀ ਕੋਲ ਲੈ ਗਿਆ ਜਿਸ ਪਾਸ ਉਹ ਨੌਕਰੀ ਕਰਦਾ ਸੀ। ਇਹ ਵਪਾਰੀ ਇੱਕ ਚੀਨੀ ਸੀ। ਇਹਦੇ ਨੌਕਰ ਨੇ ਜਦ ਮੇਰੀ ਉਸ ਨਾਲ ਮੁਲਾਕਾਤ ਕਰਵਾਈ ਤਾਂ ਉਹ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ, ਕਾਕਾ ਮੈਨੂੰ ਤੇਰਾ ਸੁਭਾਅ ਬੜਾ ਚੰਗਾ ਲੱਗਾ ਹੈ। ਮੈਂ ਤੇਰੇ ਨਾਲ 2-4 ਗੱਲਾਂ ਕਰਨੀਆਂ ਚਾਹੁੰਦਾ ਹਾਂ। ਮੇਰਾ ਨਾਂ ਲੀ ਸਿਨ ਹੈ। ਮੈਂ ਇੱਕ ਸਮੁੰਦਰੀ ਵਪਾਰੀ ਹਾਂ ਅਤੇ ਮੈਂ ਬਹੁਤ ਦੂਰੋਂ ਤੁਹਾਡੇ ਪ੍ਰਸਿੱਧ ਸ਼ਹਿਰ ਨੂੰ ਵੇਖਣ ਆਇਆ ਹਾਂ। ਮੈਂ ਅੱਗੋਂ ਉੱਤਰ ਦਿੱਤਾ, ਮੇਰਾ ਨਾਂ ਮਾਰਕੋ ਪੋਲੋ ਹੈ। ਮੈਨੂੰ ਤੁਹਾਡੀ ਮਿੱਤਰਤਾ 'ਤੇ ਬੜਾ ਮਾਣ ਹੈ। ਉਹ ਮੇਰਾ ਨਾਂ ਸੁਣ ਕੇ ਹੋਰ ਵੀ ਖੁਸ਼ ਹੋਇਆ ਅਤੇ ਕਹਿਣ ਲੱਗਾ, ਮਾਰਕੋ ਮੈਂ ਤੇਰੇ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।
ਜਦੋਂ ਉਹ ਚੀਨ ਦੀ ਯਾਤਰਾ ਤੇ ਦੂਜੀ ਵਾਰ ਜਾਏ ਤਾਂ ਤੂੰ ਵੀ ਉਹਦੇ ਨਾਲ ਹੀ ਜਾਈਂ। ਰਾਹ ਵਿੱਚ ਤੂੰ ਅਨੋਖੀਆਂ ਗੱਲਾਂ ਸੁਣੇਗਾ, ਅਣਡਿੱਠੀਆਂ ਚੀਜ਼ਾਂ ਵੇਖੇਗਾ। ਤੈਨੂੰ ਹੂਰਾਂ ਤੋਂ ਵੀ ਸੋਹਣੀ ਚੀਨ ਦੀ ਸ਼ਹਿਜ਼ਾਦੀ ਨੂੰ ਮਿਲਣ ਦਾ ਮੌਕਾ ਮਿਲੇਗਾ। ਇਹ ਵੇਖ ਉਹਦੀ ਤਸਵੀਰ। ਸ਼ਹਿਜ਼ਾਦੀ ਦੀ ਤਸਵੀਰ ਵੇਖ ਕੇ ਮੈਂ ਕਿਹਾ, ਸੱਚਮੁੱਚ ਇਸ ਸੁੰਦਰ ਸ਼ਹਿਜ਼ਾਦੀ ਦੇ ਦਰਸ਼ਨ ਕਰਨ ਨਾਲ ਹੀ ਸਫ਼ਰ ਦਾ ਮੁੱਲ ਮਿਲ ਜਾਂਦਾ ਹੈ। ਮੈਂ ਆਪਣੇ ਪਿਤਾ ਨਾਲ ਜ਼ਰੂਰ ਚੀਨ ਜਾਵਾਂਗਾ। ਕੁਝ ਦਿਨਾਂ ਪਿੱਛੋਂ ਜਦ ਮੇਰਾ ਪਿਤਾ ਦੂਰ ਪੂਰਬ ਦੇ ਸਫ਼ਰ ਤੇ ਜਾਣ ਲੱਗਾ ਤਾਂ ਮੈਂ ਉਹਦੇ ਨਾਲ ਜਾਣ ਦੀ ਜ਼ਿੱਦ ਕੀਤੀ। ਮੇਰਾ ਪਿਤਾ ਕਹਿਣ ਲੱਗਾ, ਤੈਨੂੰ ਨਾਲ ਲੈ ਜਾਣ ਵਿੱਚ ਮੇਰੀ ਵੱਲੋਂ ਤਾਂ ਕੋਈ ਨਾ ਨਹੀਂ, ਪਰ ਵੇਖ ਲੈ, ਅਸੀਂ ਕਈਆਂ ਸਾਲਾਂ ਪਿੱਛੋਂ ਵਾਪਸ ਮੁੜ ਸਕਣਾ ਹੈ। ਇਸ ਸਫ਼ਰ ਵਿੱਚ ਬੜੀਆਂ ਔਕੜਾਂ ਆਉਣੀਆਂ ਨੇ। ਉੱਥੇ ਘਰ ਵਰਗਾ ਆਨੰਦ ਨਹੀਂ ਮਿਲਣਾ। ਜੇ ਤੇਰਾ ਦਿਲ ਉੱਧਰ ਗਿਆ ਤਾਂ ਫਿਰ ਮੈਨੂੰ ਨਾ ਕਹੀਂ। ਮੈਂ ਉੱਤਰ ਦਿੱਤਾ, ਮੈਂ ਖਤਰਿਆਂ ਤੋਂ ਨਹੀਂ ਘਬਰਾਉਂਦਾ। ਖਤਰੇ ਜਿੰਨੇ ਮਰਜ਼ੀ ਆਉਣ, ਮੈਨੂੰ ਤਾਂ ਨਵੀਆਂ ਨਵੀਆਂ ਚੀਜ਼ਾਂ ਵੇਖਣ ਦਾ ਚਾਅ ਹੈ। ਜਲਦੀ ਹੀ ਸਭ ਤਿਆਰੀਆਂ ਮੁਕੰਮਲ ਹੋ ਗਈਆਂ। ਇੱਕ ਦਿਨ ਹਵਾ ਦਾ ਰੁਖ ਠੀਕ ਵੇਖ ਕੇ ਅਸੀਂ ਸਫ਼ਰ ਤੇ ਤੁਰ ਪਏ। ਪਹਿਲਾਂ ਪਹਿਲ ਸਾਡਾ ਜਹਾਜ਼ ਲਿਆਸਸ ਦੀ ਬੰਦਰਗਾਹ ਤੇ ਠਹਿਰਿਆ। ਮੈਂ ਆਪਣੇ ਪਿਤਾ ਨੂੰ ਕਿਹਾ, ਇਹ ਕੈਸੀ ਕਮਾਲ ਦੀ ਥਾਂ ਹੈ। ਇਹਦੇ ਬਾਰੇ ਮੈਂ ਮੁੱਦਤਾਂ ਤੋਂ ਸੁਣਦਾ ਆ ਰਿਹਾ ਹਾਂ, ਪਰ ਵੇਖਣ ਸੁਣਨ ਦਾ ਕਿੰਨਾ ਫਰਕ ਹੁੰਦਾ ਹੈ। ਮੇਰੇ ਪਿਤਾ ਨੇ ਉੱਤਰ ਦਿੱਤਾ, ਅਸੀਂ ਸਮੁੰਦਰ ਦਾ ਸਫ਼ਰ ਤਾਂ ਪੂਰਾ ਕਰ ਲਿਆ ਹੈ, ਪਰ ਅੱਗੋਂ ਸਾਰਾ ਖੁਸ਼ਕੀ ਦਾ ਸਫ਼ਰ ਹੈ। ਇਹ ਹੋਰ ਵੀ ਲੰਮਾ ਤੇ ਔਖਾ ਹੈ। ਉਸੇ ਹੀ ਬੰਦਰਗਾਹ ਤੇ ਕੁਝ ਮੁਸਾਫਰ ਖੜੇ ਸਨ, ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਬੜੀਆਂ ਬੜੀਆਂ ਦੁਸ਼ਵਾਰ ਘਾਟੀਆਂ ਤੇ ਵੱਡੇ ਵੱਡੇ ਪਹਾੜਾਂ ਰਾਹੀਂ ਲੰਘਣਾ ਪਵੇਗਾ, ਜਿੱਥੇ ਵੱਖ-ਵੱਖ ਕੌਮਾਂ ਵਸਦੀਆਂ ਹਨ। ਉਹਨਾਂ ਵਿੱਚੋਂ ਕਈ ਤਾਂ ਬੜੀਆਂ ਮਹਿਮਾਨ ਨਵਾਜ਼ ਤੇ ਮਿੱਤਰਤਾ ਭਰਪੂਰ ਹਨ, ਪਰ ਕਈ ਬੜੀਆਂ ਨਿਰਦਈ ਤੇ ਧੋਖੇਬਾਜ਼ ਹਨ। ਉਹਨੇ ਦੱਸਿਆ ਕਿ ਖਾਸ ਕਰਕੇ ਅਰਮੀਨੀਆ ਦੇ ਲੋਕ ਬੜੇ ਚੰਗੇ ਹਨ ਤੇ ਬਾਹਰੋਂ ਆਇਆਂ ਦੀ ਬੜੀ ਖਾਤਰ ਕਰਦੇ ਹਨ। ਕਈ ਦਿਨ ਸਫ਼ਰ ਕਰਦੇ ਕਰਦੇ ਅਸੀਂ ਥੁੱਕੇ ਟੁੱਟੇ ਅਰਾਰਾਤ ਨਾਂ ਦੇ ਪਹਾੜ ਲੱਗੇ ਪਹੁੰਚੇ। ਮੇਰੇ ਪਿਤਾ ਨੇ ਦੱਸਿਆ ਕਿ ਇਹ ਉਹ ਪਹਾੜ ਹੈ ਜਿੱਥੇ ਪ੍ਰਾਚੀਨ ਕਾਲ ਦੇ ਸਭ ਤੋਂ ਵੱਡੇ ਹੜ੍ਹ ਸਮੇਂ ਹਜ਼ਰਤ ਨੂਰ ਨੇ ਆਪਣੀ ਬੇੜੀ ਬੰਨੇ ਲਾਈ ਸੀ। ਇਸ ਹੜ੍ਹ ਵਿੱਚ ਸਾਰੀ ਦੁਨੀਆ ਡੁੱਬ ਗਈ ਸੀ। ਕੇਵਲ ਵੱਡੇ ਵੱਡੇ ਪਹਾੜਾਂ ਦੀਆਂ ਚੋਟੀਆਂ ਹੀ ਪਾਣੀ ਤੋਂ ਉੱਪਰ ਦਿਸਦੀਆਂ ਸਨ। ਉੱਥੋਂ ਅੱਗੇ ਅਸੀਂ ਜਾਰਜੀਆ ਵਿੱਚ ਪਹੁੰਚੇ। ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਇੱਥੇ ਸਿਕੰਦਰ ਆਜ਼ਮ ਨੇ ਤਤਾਰੀਆਂ ਨਾਲ ਲੜਾਈ ਕੀਤੀ ਸੀ, ਪਰ ਤਤਾਰੀ ਇੱਕ ਮਹੱਤਵਪੂਰਨ ਦਰੇ ਤੇ ਡਟੇ ਰਹੇ ਸਨ। ਇਹ ਦर्रा ਬੜਾ ਸੌੜਾ ਸੀ। ਇਸ ਵਿੱਚ ਇੱਕੋ ਵੇਲੇ ਬਹੁਤ ਥੋੜ੍ਹੇ ਸਿਪਾਹੀ ਲੰਘ ਸਕਦੇ ਸਨ। ਜਦ ਸਿਕੰਦਰ ਦੇ ਆਦਮੀਆਂ ਨੇ ਉੱਥੋਂ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਤਤਾਰੀਆਂ ਨੇ ਪਹਾੜ ਦੀਆਂ ਚਟਾਨਾਂ ਤੋਂ ਉਹਦਾ ਤੀਰਾਂ ਦੀ ਬੁਛਾੜ ਨਾਲ ਸਵਾਗਤ ਕੀਤਾ ਤੇ ਉਹ ਮੱਖੀਆਂ ਵਾਂਗ ਮਾਰੇ ਗਏ। ਇਸ ਤੇ ਸਿਕੰਦਰ ਨੇ ਦਰੇ ਦੇ ਮੂੰਹ ਤੇ ਲਾਗੇ ਇੱਕ ਬਹੁਤ ਵੱਡੀ ਕਿਲ੍ਹਾਬੰਦ ਕੰਧ ਬਣਵਾ ਦਿੱਤੀ ਤੇ ਤਤਾਰੀਆਂ ਦਾ ਆਪਣੇ ਦੇਸ਼ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ। ਤਾਤਾਰੀ ਬੇਸਮਝ ਸਨ। ਉਹ ਬੜੇ ਖੁਸ਼ ਹੋਏ ਕਿ ਇਸ ਕੰਧ ਦੇ ਬਣਨ ਨਾਲ ਸਿਕੰਦਰ ਨੇ ਉਸ ਦੇ ਦੇਸ਼ ਅੰਦਰ ਆਉਣ ਦਾ ਰਸਤਾ ਆਪੇ ਬੰਦ ਕਰ ਲਿਆ ਹੈ। ਪਰ ਉਹਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਇਸ ਨਾਲ ਉਹ ਆਪ ਵੀ ਤਾਂ ਕੈਦ ਹੋ ਗਏ ਹਨ ਅਤੇ ਆਪਣੇ ਇਲਾਕੇ ਵਿੱਚੋਂ ਬਾਹਰ ਨਹੀਂ ਨਿਕਲ ਸਕਣਗੇ। ਇਸ ਥਾਂ ਤੋਂ ਦੱਖਣ ਵੱਲ ਇੱਕ ਇਲਾਕਾ ਸੀ। ਇੱਥੇ ਕੁਰਦ ਕਬੀਲੇ ਦੇ ਡਾਕੂ ਰਹਿੰਦੇ ਸਨ। ਇਹ ਸਾਨੂੰ ਵੇਖ ਕੇ ਸਾਡੇ ਤੇ ਹਮਲਾ ਕਰਨ ਲਈ ਇਕੱਠੇ ਹੋ ਗਏ। ਉਹਨਾਂ ਦੇ ਸਰਦਾਰ ਨੇ ਆਪਣੇ ਆਦਮੀਆਂ ਨੂੰ ਦੱਸਿਆ, ਸਾਡੇ ਇੱਕ ਜਾਸੂਸ ਨੇ ਆ ਕੇ ਇਤਲਾਹ ਦਿੱਤੀ ਏ ਕਿ ਅਮੀਰ ਵਪਾਰੀਆਂ ਦਾ ਇੱਕ ਕਾਫਲਾ ਇਸ ਰਸਤਿਓਂ ਲੰਘ ਰਿਹਾ ਹੈ। ਅਸੀਂ ਉਹਨਾਂ ਨੂੰ ਬੰਨੇ ਲਾ ਕੇ ਸਾਰਾ ਖਜ਼ਾਨਾ ਲੁੱਟ ਲਵਾਂਗੇ। ਕੱਲ੍ਹ ਸਵੇਰੇ ਸਵੇਰ ਅਸੀਂ ਪੱਥਰ ਦੇ ਪੁੱਲ ਦੇ ਲਾਗੇ ਉਹਨਾਂ ਨੂੰ ਕਾਬੂ ਕਰਾਂਗੇ। ਉੱਧਰ ਮੇਰੇ ਪਿਤਾ ਨੂੰ ਪਤਾ ਸੀ ਕਿ ਕੁਰਦ ਡਾਕੂਆਂ ਦੇ ਦੇਸ਼ ਵਿੱਚੋਂ ਲੰਘਣ ਸਮੇਂ ਸਾਨੂੰ ਬੜਾ ਚੌਕੰਨਾ ਰਹਿਣਾ ਪਵੇਗਾ। ਮੇਰੇ ਪਿਤਾ ਨੇ ਸਲਾਹ ਦਿੱਤੀ ਕਿ ਰਾਤ ਸਾਨੂੰ ਇੱਕ ਨਿਵੇਕਲੀ ਥਾਂ ਕੱਟਣੀ ਚਾਹੀਦੀ ਹੈ, ਪਰ ਮੈਂ ਆਪਣੇ ਪਿਤਾ ਨੂੰ ਕਿਹਾ, ਮੇਰਾ ਖਿਆਲ ਹੈ ਕਿ ਸਾਨੂੰ ਇਹ ਖਤਰਨਾਕ ਇਲਾਕਾ ਰਾਤੋਂ ਰਾਤ ਪਾਰ ਕਰ ਲੈਣਾ ਚਾਹੀਦਾ ਹੈ। ਮੈਨੂੰ ਉਹਨਾਂ ਦੇ ਹਮਲੇ ਨੂੰ ਅਸਫਲ ਕਰਨ ਦਾ ਇੱਕ ਢੰਗ ਸੁਝਿਆ ਹੈ ਤੇ ਜੇ ਮੈਂ ਉਸ ਪੁਲ ਤੇ ਜਿੱਥੋਂ ਉਹਨਾਂ ਨੇ ਹਮਲਾ ਕਰਨਾ ਹੈ ਇੱਕ ਕੜਿੱਕੀ ਲਾ ਦੇਵਾਂ ਤਾਂ ਉਹ ਸਾਡਾ ਪਿੱਛਾ ਨਹੀਂ ਕਰ ਸਕਣਗੇ। ਮੇਰੇ ਪਿਤਾ ਨੂੰ ਮੇਰੀ ਸਲਾਹ ਬੜੀ ਪਸੰਦ ਆਈ। ਉਹਨੇ ਕਿਹਾ, ਚੰਗਾ, ਤੂੰ ਅਗਾਂਹ ਚੱਲ ਕੇ ਇਹ ਕੰਮ ਪੂਰਾ ਕਰ। ਤੇਰੀ ਇਸ ਚਾਲ ਦੀ ਸਫਲਤਾ ਤੇ ਹੀ ਸਾਡੀ ਜਾਨ ਦੀ ਖੈਰ ਏ। ਮੈਂ ਜਾ ਕੇ ਪੋਹ ਫਟਾਲੇ ਤੱਕ ਆਪਣਾ ਸਾਰਾ ਕੰਮ ਮੁਕਾ ਲਿਆ। ਮੈਂ ਜਾਂਦਿਆਂ ਹੀ ਪੁਲ ਦੇ ਦੋਵੇਂ ਪਾਸੇ ਕਿੱਲੇ ਗੱਡ ਕੇ ਉਹਨਾਂ ਤੇ ਇੱਕ ਬਰੀਕ ਪਰ ਮਜ਼ਬੂਤ ਤਾਰ ਬੰਨ੍ਹ ਦਿੱਤੀ ਜੋ ਮੂੰਹ ਹਨੇਰੇ ਵਿੱਚ ਦਿਸ ਨਾ ਸਕੇ। ਇਤਨੇ ਨੂੰ ਮੇਰਾ ਪਿਤਾ ਵੀ ਘੋੜਾ ਦੌੜਾਉਂਦਾ ਤੇ ਹਫਦਾ ਉੱਥੇ ਆ ਪਹੁੰਚਿਆ ਤੇ ਕਹਿਣ ਲੱਗਾ, ਜਲਦੀ ਕਰ, ਵਕਤ ਥੋੜ੍ਹਾ ਏ। ਉਹਨਾਂ ਝੱਬਦੇ ਇੱਥੇ ਆ ਪਹੁੰਚਣਾ ਏ। ਸਾਨੂੰ ਇੱਥੇ ਨੱਸਣ ਦੀ ਕਰਨੀ ਚਾਹੀਦੀ ਹੈ। ਜਿਵੇਂ ਹੀ ਸਾਡੀ ਗੱਲਬਾਤ ਖਤਮ ਹੋਈ, ਸਾਨੂੰ ਦੂਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਅਸੀਂ ਦਬਾ ਦਬ ਆਪਣੇ ਘੋੜਿਆਂ ਤੇ ਚੜ੍ਹ ਕੇ ਉੱਥੋਂ ਨੱਸਣ ਦੀ ਕੀਤੀ।
ਜਦ ਡਾਕੂ ਘੋੜਿਆਂ ਨੂੰ ਸਰਪਟ ਦੌੜਾਉਂਦੇ ਹੋਏ ਉਸ ਪੁਲ ਨੂੰ ਪਾਰ ਕਰਨ ਲੱਗੇ ਤਾਂ ਪਹਿਲੇ ਘੋੜੇ ਦਾ ਪੈਰ ਉਸ ਤਾਰ ਨਾਲ ਅੜ ਗਿਆ ਜਿਹੜੀ ਮੈਂ ਉੱਥੇ ਲਾਈ ਸੀ, ਤੇ ਉਹ ਸਵਾਰ ਸਮੇਤ ਪੁੱਠਾ ਹੋ ਕੇ ਜਾ ਪਿਆ। ਉਹਦੇ ਪਿੱਛੇ ਆਉਣ ਵਾਲੇ ਹੋਰ ਘੋੜੇ ਉਹਦੇ ਵਿੱਚ ਆ ਵੱਜੇ ਤੇ ਡਾਕੂ ਉਲਟਬਾਜ਼ੀਆਂ ਖਾਂਦੇ ਕਈ ਨਦੀ ਵਿੱਚ ਜਾ ਪਏ, ਕਈ ਜ਼ਖਮੀ ਹੋ ਕੇ ਉੱਥੇ ਹੀ ਟਾਰਾਂ ਮਾਰਦੇ ਰਹੇ। ਸਾਡੇ ਉਹਨਾਂ ਦੇ ਹੱਥੋਂ ਨਿਕਲ ਜਾਣ ਤੇ ਕੁਰਦ ਸਰਦਾਰ ਨੂੰ ਸਖਤ ਕਰੋਧ ਆਇਆ ਤੇ ਸਾਥੋਂ ਬਦਲਾ ਲੈਣ ਦੀ ਥਾਂ ਉਹ ਆਪਣੇ ਹੀ ਆਦਮੀਆਂ ਤੇ ਵਰ ਪਿਆ ਤੇ ਉਹਨਾਂ ਦੀ ਖੂਬ ਖਬਰ ਲਈ। ਬਗਦਾਦ। ਕੁਰਦਿਸਤਾਨ ਦੇ ਪਹਾੜਾਂ ਵਿੱਚੋਂ ਨਿਕਲ ਕੇ ਕਈ ਦਿਨਾਂ ਦੇ ਸਫ਼ਰ ਪਿੱਛੋਂ ਅਸੀਂ ਆਖਰਕਾਰ ਮੱਧਕਾਲ ਦੇ ਪ੍ਰਸਿੱਧ ਸ਼ਹਿਰ ਬਗਦਾਦ ਕੋਲ ਪਹੁੰਚੇ। ਇਹ ਸ਼ਹਿਰ ਉਸ ਸਮੇਂ ਪੂਰਬ ਦਾ ਸਭ ਤੋਂ ਅਮੀਰ ਸ਼ਹਿਰ ਹੁੰਦਾ ਸੀ। ਇੱਥੇ ਦੂਰ ਪੂਰਬ ਤੋਂ ਸ਼ੇਖ ਕਰਨ ਲਈ ਮੋਤੀ ਭੇਜੇ ਜਾਂਦੇ ਸਨ। ਅਸੀਂ ਇੱਥੇ ਇੱਕ ਅਮੀਰ ਵਪਾਰੀ ਅਲੀ ਬਿਨ ਕਾਸਿਮ ਦੇ ਘਰ ਠਹਿਰੇ। ਇਹ ਮੇਰੇ ਪਿਤਾ ਦਾ ਪੁਰਾਣਾ ਮਿੱਤਰ ਸੀ। ਮੇਰੇ ਪਿਤਾ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਬੜਾ ਗੱਪੀ ਹੈ ਤੇ ਇਹਦੀਆਂ ਗੱਪਾਂ ਸੁਣ ਕੇ ਸੁਣਨ ਵਾਲਾ ਤੰਗ ਆ ਜਾਂਦਾ ਹੈ। ਮੈਂ ਆਪਣੇ ਪਿਤਾ ਨੂੰ ਕਿਹਾ, ਕੋਈ ਗੱਲ ਨਹੀਂ, ਮੈਨੂੰ ਆਪ ਗੱਪਾਂ ਸੁਣਨ ਦਾ ਚਾਅ ਹੈ, ਇਸ ਲਈ ਮੇਰਾ ਫਿਕਰ ਨਾ ਕਰੋ, ਮੈਂ ਤੰਗ ਨਹੀਂ ਆਉਂਦਾ। ਅਲੀ ਬਿਨ ਕਾਸਿਮ ਦਾ ਘਰ ਬੜਾ ਆਲੀਸ਼ਾਨ ਸੀ। ਉਹ ਸਾਨੂੰ ਬੂਹੇ ਤੇ ਮਿਲਿਆ। ਉਹ ਮੇਰੇ ਪਿਤਾ ਨੂੰ ਕਹਿਣ ਲੱਗਾ, ਮਿੱਤਰ ਨਿਕੋਲੋ, ਬੜੇ ਸਾਲਾਂ ਬਾਅਦ ਆਉਣਾ ਹੋਇਆ ਹੈ, ਜੀ ਆਇਆਂ ਨੂੰ। ਰਾਤ ਨੂੰ ਉਹਨੇ ਸਾਡੇ ਆਉਣ ਦੀ ਖੁਸ਼ੀ ਵਿੱਚ ਇੱਕ ਦਾਵਤ ਦਿੱਤੀ। ਜਦ ਅਸੀਂ ਸਾਰਿਆਂ ਨੇ ਖਾ ਪੀ ਲਿਆ ਤਾਂ ਉਹ ਕਹਿਣ ਲੱਗਾ, ਤੁਹਾਡਾ ਲੜਕਾ ਮਾਰਕੋ ਪੋਲੋ ਪਹਿਲੀ ਵਾਰ ਤੁਹਾਡੇ ਨਾਲ ਆਇਆ ਹੈ। ਮੈਂ ਇਹਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਜਿਸ ਨੂੰ ਸੁਣ ਕੇ ਇਹ ਸਾਡੇ ਦੇਸ਼ ਦੇ ਲੋਕਾਂ ਦੇ ਚਰਿੱਤਰ ਨੂੰ ਸਮਝ ਸਕੇਗਾ। ਉਹਨੇ ਇਹ ਵਾਲੀ ਕਹਾਣੀ ਸੁਣਾਈ। ਜਦ ਮੈਂ ਛੋਟਾ ਹੁੰਦਾ ਸਾਂ ਤਾਂ ਸਾਡੇ ਦੇਸ਼ 'ਤੇ ਅਚਾਨਕ ਇੱਕ ਮੁਸੀਬਤ ਆ ਪਈ। ਸਾਡੇ ਦੇਸ਼ 'ਤੇ ਇੱਕ ਖਲੀਫਾ ਰਾਜ ਕਰਦਾ ਸੀ ਜੋ ਬੜਾ ਲਾਲਚੀ ਸੀ। ਉਹਨੂੰ ਦੌਲਤ ਇਕੱਠੀ ਕਰਨ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੀ ਸੁੱਝਦਾ। ਲੋਕ ਭੁੱਖੇ ਮਰਦੇ ਸਨ ਪਰ ਉਹਨੂੰ ਲੋਕਾਂ ਦੀ ਭੁੱਖ ਨੰਗ ਦੀ ਰੱਤੀ ਵੀ ਪਰਵਾਹ ਨਹੀਂ ਸੀ। ਸਾਡੇ ਨਾਲ ਦੇ ਦੇਸ਼ ਵਿੱਚ ਇੱਕ ਪ੍ਰਸਿੱਧ ਯੋਧਾ ਰਹਿੰਦਾ ਸੀ ਜਿਸ ਦਾ ਨਾਂ ਅਲਾਊ ਸੀ। ਉਹ ਬੜਾ ਸਖਤ ਸੁਭਾਅ ਦਾ ਸੀ ਤੇ ਆਪਣੇ ਦੁਸ਼ਮਣਾਂ ਨਾਲ ਬੜੀ ਸਖਤੀ ਨਾਲ ਪੇਸ਼ ਆਉਂਦਾ ਸੀ, ਪਰ ਉਹ ਹੈਸੀਅਤ ਬੜਾ ਨਿਆਂਕਾਰ ਤੇ ਗਰੀਬਾਂ ਦਾ ਸਹਾਇਕ। ਅਲਾਊ ਦੇ ਇੱਕ ਸਰਦਾਰ ਨੇ ਉਹਨੂੰ ਦੱਸਿਆ ਕਿ ਬਗਦਾਦ ਦਾ ਖਲੀਫਾ ਬੜਾ ਨਿਕੰਮਾ ਹੈ ਤੇ ਉਹਨੂੰ ਦੇਸ਼ ਦੀ ਰੱਖਿਆ ਜਾਂ ਗਰੀਬਾਂ ਦੀ ਸਹਾਇਤਾ ਕਰਨ ਦੀ ਥਾਂ ਰਾਤ ਦਿਨ ਧਨ ਜੋੜਨ ਦੀ ਲੱਗੀ ਰਹਿੰਦੀ ਹੈ। ਉਸ ਯੋਧੇ ਨੇ ਇਹ ਗੱਲ ਸੁਣ ਕੇ ਕਿਹਾ, ਤਾਂ ਤੇ ਇਹੋ ਜਿਹੇ ਲੋਭੀ ਆਦਮੀ ਨੂੰ ਜ਼ਰੂਰ ਸਿੱਧਾ ਕਰਨਾ ਚਾਹੀਦਾ ਹੈ। ਫੌਜ ਨੂੰ ਹੁਕਮ ਦੇ ਦਿਓ ਕਿ ਉਹ ਹਮਲੇ ਲਈ ਤਿਆਰ ਹੋ ਜਾਏ। ਕੁਝ ਦਿਨਾਂ ਪਿੱਛੋਂ ਹਮਲੇ ਦੀਆਂ ਤਿਆਰੀਆਂ ਮੁਕੰਮਲ ਕਰਕੇ ਅਲਾਊ ਨੇ ਖਲੀਫਾ ਤੇ ਚੜ੍ਹਾਈ ਕਰ ਦਿੱਤੀ। ਜਦ ਖਲੀਫੇ ਨੂੰ ਉਹਦੇ ਵਜ਼ੀਰ ਨੇ ਅਲਾਊ ਦੇ ਚੜ੍ਹ ਆਉਣ ਦੀ ਖਬਰ ਦਿੱਤੀ ਤਾਂ ਉਹ ਕਹਿਣ ਲੱਗਾ, ਆਉਣ ਦਿਓ ਉਸ ਬਦਮਾਸ਼ ਨੂੰ, ਵੇਖਣਾ ਮੈਂ ਉਹਦੀ ਕਿਵੇਂ ਖੁੰਬ ਠੱਪਣਾ ਵਾ। ਫੌਜ ਨੂੰ ਫੌਰਨ ਤਿਆਰੀ ਦਾ ਹੁਕਮ ਦਿਓ। ਖਲੀਫਾ ਦੇ ਜਸੂਸ ਨੇ ਉਹਨੂੰ ਇਤਲਾਹ ਦਿੱਤੀ ਸੀ ਕਿ ਅਲਾਊ ਦੀਆਂ ਫੌਜਾਂ ਲਾਗੇ ਦੇ ਇੱਕ ਜੰਗਲ ਵਿੱਚ ਲੁਕੀਆਂ ਹੋਈਆਂ ਹਨ। ਸੋ ਖਲੀਫਾ ਦੀਆਂ ਫੌਜਾਂ ਨੇ ਉਸ ਜੰਗਲ ਨੂੰ ਚਾਰੇ ਪਾਸਿਓਂ ਜਾ ਘੇਰਿਆ, ਪਰ ਅਸਲ ਵਿੱਚ ਅਲਾਊ ਉਸ ਜੰਗਲ ਵਿੱਚ ਨਹੀਂ ਸੀ। ਉਹਦੀਆਂ ਫੌਜਾਂ ਨੇੜੇ ਹੀ ਇੱਕ ਪਹਾੜ ਪਿੱਛੇ ਲੁਕੀਆਂ ਹੋਈਆਂ ਸਨ। ਅਚਾਨਕ ਉਹਨਾਂ ਨੇ ਬਾਹਰੋਂ ਦੀ ਆ ਕੇ ਖਲੀਫਾ ਦੀਆਂ ਫੌਜਾਂ ਨੂੰ ਘੇਰ ਲਿਆ ਤੇ ਨਿੱਕੀ ਜਿਹੀ ਝੜਪ ਪਿੱਛੋਂ ਖਲੀਫਾ ਦੀਆਂ ਫੌਜਾਂ ਤਿੱਤਰ ਬਿੱਤਰ ਹੋ ਗਈਆਂ ਤੇ ਅਲਾਊ ਦੀਆਂ ਫੌਜਾਂ ਨੇ ਸਾਰੇ ਬਗਦਾਦ ਨੂੰ ਕਾਬੂ ਕਰ ਲਿਆ। ਅਲਾਊ ਖਲੀਫਾ ਨੂੰ ਪਕੜ ਕੇ ਉਹਨੂੰ ਨਾਲ ਹੀ ਉਹਦੇ ਖਜ਼ਾਨੇ ਵੱਲ ਲੈ ਗਿਆ। ਖਜ਼ਾਨੇ ਵਿੱਚ ਬੇਸ਼ੁਮਾਰ ਦੌਲਤ ਪਈ ਹੋਈ ਵੇਖ ਕੇ ਉਹ ਖਲੀਫਾ ਨੂੰ ਕਹਿਣ ਲੱਗਾ, ਇਤਨੀ ਦੌਲਤ ਇੱਥੇ ਫਜ਼ੂਲ ਪਈ ਹੋਈ ਕੀ ਕਰਦੀ ਏ? ਇਸ ਨਾਲ ਤਾਂ ਤੂੰ ਇਤਨੀ ਸੈਨਾ ਇਕੱਠੀ ਕਰ ਸਕਦਾ ਸੈਂ ਕਿ ਤੂੰ ਸਾਰੀ ਦੁਨੀਆ ਜਿੱਤ ਸਕਦਾ ਹੈ। ਖਲੀਫੇ ਨੇ ਉੱਤਰ ਦਿੱਤਾ, ਇਹ ਦੌਲਤ ਇੱਥੇ ਪਈ ਹੋਈ ਕਿੰਨੀ ਸੋਹਣੀ ਲੱਗਦੀ ਏ। ਅਲਾਊ ਇਹ ਸੁਣ ਕੇ ਕਹਿਣ ਲੱਗਾ, ਸੋਹਣੀ ਲੱਗਦੀ ਏ ਤਾਂ ਫਿਰ ਤੂੰ ਇੱਥੇ ਬੈਠਾ ਹੀ ਇਸ ਦੀ ਸੁੰਦਰਤਾ ਤੋਂ ਆਨੰਦ ਲੈ। ਤੈਨੂੰ ਨਾ ਹੀ ਖਾਣ ਨੂੰ ਰੋਟੀ ਨਾ ਹੀ ਪੀਣ ਨੂੰ ਪਾਣੀ ਮਿਲੇਗਾ। ਖਲੀਫਾ ਨੇ ਘਬਰਾ ਕੇ ਕਿਹਾ, ਨਹੀਂ ਨਹੀਂ, ਮੈਂ ਰੋਟੀ ਬਿਨਾਂ ਜਿਉਂਦਾ ਨਹੀਂ ਰਹਿ ਸਕਾਂਗਾ। ਅਲਾਊ ਨੇ ਅੱਖਾਂ ਲਾਲ ਕਰਕੇ ਕਿਹਾ, ਜੇ ਤੂੰ ਭੁੱਖਾ ਜਿਉਂਦਾ ਨਹੀਂ ਰਹਿ ਸਕਦਾ ਤਾਂ ਤੇਰੀ ਪ੍ਰਜਾ ਕਿਵੇਂ ਭੁੱਖੀ ਜਿਉਂਦੀ ਰਹਿ ਸਕਦੀ ਏ? ਤੈਨੂੰ ਪਤਾ ਨਹੀਂ, ਤੂੰ ਆਪਣੀ ਪ੍ਰਜਾ ਦੀ ਦੌਲਤ ਖੋ ਕੇ ਉਸ ਨੂੰ ਕੰਗਾਲ ਕਰ ਦਿੱਤਾ ਹੈ ਤੇ ਭੁੱਖੇ ਮਰਨ ਤੇ ਮਜਬੂਰ ਕਰ ਦਿੱਤਾ ਹੈ। ਇਸ ਤਰ੍ਹਾਂ ਉਸੇ ਖਜ਼ਾਨੇ ਦੇ ਅੰਦਰ ਹੀ ਖਲੀਫਾ ਨੂੰ ਡੱਕ ਦਿੱਤਾ ਗਿਆ, ਜਿੱਥੇ ਉਹ ਭੁੱਖ ਤੋਂ ਤੰਗ ਆ ਕੇ ਕੁਝ ਦਿਨਾਂ ਪਿੱਛੋਂ ਮਰ ਖੱਪ ਗਿਆ। ਉਹਦੀ ਸਾਰੀ ਦੌਲਤ ਗਰੀਬਾਂ ਵਿੱਚ ਵੰਡ ਦਿੱਤੀ ਗਈ ਤੇ ਸਾਰਾ ਦੇਸ਼ ਖੁਸ਼ਹਾਲ ਹੋ ਗਿਆ। ਇਹ ਕਹਾਣੀ ਖਤਮ ਕਰਦਿਆਂ ਬਿਨ ਕਾਸਿਮ ਨੇ ਕਿਹਾ, ਹੁਣ ਕਾਫੀ ਰਾਤ ਪੈ ਗਈ ਏ, ਕੱਲ ਤੁਸੀਂ ਸਫ਼ਰ ਤੇ ਜਾਣਾ ਹੈ, ਇਸ ਲਈ ਹੁਣ ਤੁਸੀਂ ਆਰਾਮ ਕਰੋ। ਜਦ ਬਿਨ ਕਾਸਿਮ ਸੌਣ ਲਈ ਚਲਾ ਗਿਆ ਤਾਂ ਮੇਰੇ ਪਿਤਾ ਨੇ ਮੈਥੋਂ ਪੁੱਛਿਆ, ਕੀ ਤੂੰ ਯਕੀਨ ਕਰਦਾ ਹੈ ਕਿ ਜੋ ਕੁਝ ਕਾਸਿਮ ਨੇ ਦੱਸਿਆ ਹੈ ਠੀਕ ਹੈ?
मैं उत्तर दिता, क्यों नहीं? जिन्नी देर तक कोई ये साबित नहीं कर दिंदा कि कोई गल गलत है, मैं उसनूं ठीक ही समझदा हाँ। मेरे पिता नूं ये जवाब बड़ा पसंद आया तो उन्हें कहा, तेरे इस उत्तर ते मैनूं बड़ी खुशी हुई है। बिन कासिम बड़ा ईमानदार आदमी है, भावें इहनूं कहानियां सुनाउण दा बड़ा शौक है, पर यह कदी झूठ नहीं बोलदा। अगले दिन असीं बिन कासिम तो विदा होके अपने सफ़र ते तुर पए ते कुछ दिनां पिछों उत्तर पश्चिमी भारत विच जा पहुंचे। उत्थे दूर दराडे शहरां तो काफले आके ठहरदे सन। इसे इलाके विच एक प्रसिद्ध धाड़वी रहिंदा सी जिसदा नां सी कोरोबार। इसने थां थां जसूस छड्डे हुंदे सन जो उसनूं निक्की निक्की गल दी जा इतलाह दिंदे सन। ਉਹ मौका ताड़ के काफले वालियां ते हल्ला बोल दिंदा सी ते सारा काफला लुट लैंदा सी। अगले दिन अचानक जद मार्को पोलो ते होर काफले वाले खाना खा रहे सन तां दूर काली घटा आउंदी नज़र आई जिसदे हौली हौली आकाश ते छा जाण कारण चारों पासे हनेरा छा गया। उस हनेरे दी आड़ विच करोना डाकुआं दा एक टाणा काफले ते हमला करन लई आ रिहा सी। करोना डाकुआं दा नां सुन के सब सौदागरां दे चेहरे पीले पै गए ते ओह कहण लगे, बस हुण असीं मारे गए। मैं उन्हां सौदागरां नूं ढारस दिंदिआं कहा, तुसीं कोई फिकर ना करो, मैनूं एक तरकीब सुझी है। सारे जाणे लागे तागे जिन्ने लाल पत्थर पे ने बोरियां विच भर लिआओ। किसे नूं समझ ना आई मैं उन्हां नूं लाल पत्थर बोरियां विच इकट्ठे करन लई क्यों किहा है, पर मरदा की ना करदा। उन्होंने झटपट कई बोरियां लाल पत्थरां नाल भर के मेरे सामने लिया रखियां। जद डाकू कुछ नेड़े आए तो मैं अपना घोड़ा दौड़ा के उन्हां दे नेड़े गया ते दूरों ही उच्ची उच्ची संग पाड़ पाड़ के कहन लगा, करोना कबीले वालिओ, मैं तुहाडे लई भारी खजाना लिआंदा है, तातों ये सारी उम्र नहीं मुकना। आओ दिल खोल के लुट लो ते खूब मौजां करो। मैं बोरियां नूं उन्हां सामने उल्टा दिता। लाल पत्थर वेख के डाकुआं ने समझिया कि मैं हीरे जवाहरात लुटा रहा हाँ। ਉਹ ਉਹਨਾਂ ਹੀਰੇ ਜਵਾਹਰਾਤਾਂ ਨੂੰ ਇਕੱਠਾ ਕਰਨ ਵਿੱਚ ਲੱਗ ਗਏ। ਇਤਨੇ ਵਿੱਚ ਸਾਨੂੰ ਕੁਝ ਸਮਾਂ ਮਿਲ ਗਿਆ ਤੇ ਅਸੀਂ ਆਪਣੇ ਘੋੜਿਆਂ ਨੂੰ ਸਰਪਟ ਦੌੜਾਉਂਦੇ ਹੋਏ ਦੂਰ ਨਿਕਲ ਗਏ ਤੇ ਜਲਦੀ ਕਾਨਸੋਲਮੀ ਦੇ ਇੱਕ ਕਿਲੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗ ਗਏ, ਕਿਉਂਕਿ ਰਾਹ ਵਿੱਚ ਇਹੀ ਹੀ ਇੱਕ ਥਾਂ ਸੀ ਜਿੱਥੇ ਪਹੁੰਚ ਕੇ ਅਸੀਂ ਆਪਣੇ ਆਪ ਨੂੰ ਲੁਟੇਰਿਆਂ ਤੋਂ ਬਚਾ ਸਕਦੇ ਸਾਂ। ਉਧਰ ਲੁਟੇਰਿਆਂ ਦੇ ਸਰਦਾਰ ਕੋਰੋਬਾਰ ਨੇ ਜਦ ਇਹ ਲਾਲ ਪੱਥਰ ਦੇਖੇ ਜਿਹੜੇ ਉਹਨਾਂ ਇਕੱਠੇ ਕੀਤੇ ਸਨ ਤਾਂ ਉਹਨੇ ਸਾਡੀ ਚਲਾਕੀ ਤਾੜ ਲਈ ਤੇ ਲੱਗਾ ਉਹ ਆਪਣੇ ਆਦਮੀਆਂ ਨੂੰ ਬੁਰਾ ਭਲਾ ਕਹਿਣ। ਉਹਨੇ ਉਸੇ ਵੇਲੇ ਆਪਣੇ ਆਦਮੀਆਂ ਨੂੰ ਇਕੱਠਾ ਕਰਕੇ ਸਾਡਾ ਪਿੱਛਾ ਕੀਤਾ, ਪਰ ਉਹਨਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਕਿਲੇ ਅੰਦਰ ਦਾਖਲ ਹੋ ਗਏ ਤੇ ਉਹ ਆਪਣੀ ਅਸਫਲਤਾ ਤੇ ਦੰਦ ਪੀਂਦੇ ਤੇ ਕਹਿੰਦੇ ਵਾਪਸ ਮੁੜ ਗਏ, ਸੌਦਾਗਰ ਪਿੱਛੇ ਬਥੇਰਾ ਮਾਲ ਛੱਡ ਗਏ ਨੇ, ਆਓ ਉਹਨੂੰ ਹੀ ਕਾਬੂ ਕਰੀਏ। ਕਾਨਸੋਲਮੀ ਕਿਲੇ ਦਾ ਸਰਦਾਰ ਬੜਾ ਚੰਗਾ ਆਦਮੀ ਸੀ। ਉਹਨੇ ਸਾਡੀ ਖੂਬ ਆਓ ਭਗਤ ਕੀਤੀ। ਉਹਨੇ ਸਾਨੂੰ ਦੱਸਿਆ ਕਿ ਡਾਕੂਆਂ ਦਾ ਸਰਦਾਰ ਕੋਰੋਬਾਰ ਬੜਾ ਹੁਸ਼ਿਆਰ ਹੈ। ਕਈਆਂ ਦਾ ਖਿਆਲ ਹੈ ਕਿ ਉਹ ਹਨੇਰੀ ਜਾਦੂ ਦੇ ਜ਼ੋਰ ਨਾਲ ਵਗਾਉਂਦਾ ਹੈ, ਪਰ ਇਹ ਗੱਲ ਗਲਤ ਹੈ। ਉਹ ਰੇਤਲੀ ਹਨੇਰੀ ਦੇ ਚੱਲਣ ਦੇ ਸਮੇਂ ਨੂੰ ਭਾਂਪ ਲੈਂਦਾ ਹੈ ਤੇ ਹਮਲਾ ਉਸ ਹਨੇਰੀ ਦੀ ਆੜ ਵਿੱਚ ਕਰਦਾ ਹੈ। ਅਗਲਾ ਸਫ਼ਰ ਹੋਰ ਵੀ ਕਠਿਨ ਸੀ, ਕਿਉਂਕਿ ਹਰੇ ਭਰੇ ਘਾਹ ਦੇ ਮੈਦਾਨਾਂ ਦੀ ਥਾਂ ਹੁਣ ਹਰ ਥਾਂ ਰੇਤ ਹੀ ਰੇਤ ਨਜ਼ਰ ਆਉਣ ਲੱਗ ਪਈ। ਮੈਂ ਅੱਗੇ ਕਦੇ ਊਂਠ ਨਹੀਂ ਵੇਖੇ ਸਨ, ਇਸ ਲਈ ਮੈਂ ਪਹਿਲੀ ਵਾਰ ਉਹਨਾਂ ਨੂੰ ਵੇਖ ਕੇ ਬੜਾ ਹੈਰਾਨ ਹੋਇਆ। ਮੇਰਾ ਪਿਤਾ ਮੈਨੂੰ ਕਹਿਣ ਲੱਗਾ, ਤੂੰ ਊਂਠ ਪਹਿਲੀ ਵਾਰ ਵੇਖਿਆ ਹੈ, ਤੈਨੂੰ ਇਹਦੀਆਂ ਆਦਤਾਂ ਨੂੰ ਸਮਝਣਾ ਪਵੇਗਾ। ਮਾਰੂਥਲਾਂ ਵਿੱਚ ਰਹਿਣ ਜਾਂ ਸਫ਼ਰ ਕਰਨ ਵਾਲਿਆਂ ਲਈ ਤਾਂ ਊਂਠ ਜਿੰਦ ਜਾਨ ਹੁੰਦਾ ਹੈ। ਸਾਨੂੰ ਰੇਗਿਸਤਾਨ ਵਿੱਚ ਸਫ਼ਰ ਕਰਦਿਆਂ ਨੂੰ 3 ਦਿਨ ਹੋ ਗਏ। ਪਿਆਸ ਨੇ ਸਾਨੂੰ ਬੇਦਿਲ ਕਰ ਦਿੱਤਾ। ਇੱਕ ਥਾਂ ਇੱਕ ਨਿੱਕਾ ਜਿਹਾ ਛੱਪੜ ਸੀ, ਉਸ ਦੇ ਕੰਢਿਆਂ ਤੇ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਦੇ ਢੇਰ ਲੱਗੇ ਹੋਏ ਸਨ। ਮੈਂ ਆਪਣੇ ਪਿਤਾ ਨੂੰ ਪੁੱਛਿਆ, ਸ਼ੁਕਰ ਕਰਕੇ ਪਾਣੀ ਵੇਖਿਆ ਹੈ, ਆਓ ਪਹਿਲੋਂ ਪਾਣੀ ਪੀ ਲਈਏ। ਉਹਨੇ ਮੈਨੂੰ ਖਬਰਦਾਰ ਕਰਦਿਆਂ ਕਿਹਾ, ਨਹੀਂ ਇਹ ਪਾਣੀ ਬਿਲਕੁਲ ਨਹੀਂ ਪੀਣਾ। ਜਿਸ ਛੱਪੜ ਲਾਗੇ ਪਸ਼ੂਆਂ ਦੀਆਂ ਹੱਡੀਆਂ ਪਈਆਂ ਹੋਣ ਉਹ ਬੜਾ ਜ਼ਹਿਰੀਲਾ ਹੁੰਦਾ ਏ। 3 ਦਿਨ ਹੋਰ ਸਫ਼ਰ ਕਰਨ ਪਿੱਛੋਂ ਅੰਤ ਅਸੀਂ ਕੋਬੀਅਮ ਨਾਂ ਦੇ ਸ਼ਹਿਰ ਵਿੱਚ ਪਹੁੰਚੇ। ਰੇਗਿਸਤਾਨ ਦੀ ਗਰਮੀ ਕਰਕੇ ਮੇਰੀਆਂ ਅੱਖਾਂ ਦੁਖਣੀਆਂ ਆ ਗਈਆਂ ਸਨ। ਉਸ ਸ਼ਹਿਰ ਵਿੱਚ ਮੈਨੂੰ ਇੱਕ ਮਲਮ ਮਿਲ ਗਈ ਜਿਸ ਦੇ ਲਾਉਣ ਨਾਲ ਮੈਨੂੰ ਜਲਦੀ ਹੀ ਆਰਾਮ ਆ ਗਿਆ। ਉਸ ਸ਼ਹਿਰ ਵਿੱਚ ਕੁਝ ਦਿਨ ਠਹਿਰ ਕੇ ਅਸੀਂ ਅਗਾਂਹ ਵੱਲ ਤੁਰ ਪਏ। ਕੁਝ ਦੂਰ ਇੱਕ ਬੁੱਢਾ ਆਦਮੀ ਸਾਡਾ ਰਾਹ ਰੋਕੀ ਖੜਾ ਸੀ। ਜਦ ਅਸੀਂ ਉਸ ਨੂੰ ਰਾਹ ਤੋਂ ਪਰੇ ਹਟਣ ਲਈ ਕਿਹਾ ਤਾਂ ਉਹ ਕਹਿਣ ਲੱਗਾ, ਜੇ ਤੁਸੀਂ ਇਸ ਰਸਤੇ ਜਾਓਗੇ ਤਾਂ ਤੁਹਾਨੂੰ ਬਦਕਿਸਮਤੀ ਦਾ ਮੂੰਹ ਵੇਖਣਾ ਪਵੇਗਾ। ਮੈਂ ਉੱਤਰ ਦਿੱਤਾ, ਅਸੀਂ ਐਡੀਆਂ ਵੱਡੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ, ਇਹ ਮਾਮੂਲੀ ਜਿਹੀਆਂ ਮੁਸ਼ਕਿਲਾਂ ਦੀ ਕੀ ਪਰਵਾਹ ਕਰਦੇ ਹਾਂ। ਉਹ ਕਹਿਣ ਲੱਗਾ, ਕਾਕਾ ਮੈਂ ਤੇਰੀ ਦਲੇਰੀ ਤੇ ਹਿੰਮਤ ਤੇ ਬੜਾ ਖੁਸ਼ ਹਾਂ, ਪਰ ਪਹਿਲਾਂ ਤੂੰ ਮੇਰੀ ਗੱਲ ਸੁਣ, ਮੇਰੇ ਨਾਲ ਕੀ ਵਾਪਰੀ ਤੇ ਫੇਰ ਗੱਲ ਕਰੀ। ਉਸ ਬੁੱਢੇ ਨੇ ਦੱਸਣਾ ਸ਼ੁਰੂ ਕੀਤਾ, ਮੇਰਾ ਇੱਕੋ ਇੱਕ ਲੜਕਾ ਸੀ। ਉਹ ਇਹਨਾਂ ਪਹਾੜੀਆਂ ਵਿੱਚ ਫਿਰਦਾ ਰਹਿੰਦਾ ਸੀ।
ਇੱਕ ਦਿਨ ਉਹਨੇ ਇੱਕ ਥਾਂ ਬਹੁਤ ਸੋਹਣੇ ਸੋਹਣੇ ਫੁੱਲ ਵੇਖੇ। ਉਹਨੇ ਇੱਕ ਫੁੱਲ ਤੋੜ ਲਿਆ। ਤੋੜਦਿਆਂ ਹੀ ਉਸ ਫੁੱਲ ਵਿੱਚੋਂ ਇੱਕ ਲਾਟ ਨਿਕਲੀ, ਪਰ ਉਸ ਲਾਟ ਵਿੱਚ ਜ਼ਰਾ ਜਿੰਨਾ ਸੇਕ ਨਹੀਂ ਸੀ। ਉਸ ਲਾਟ ਨੂੰ ਵੇਖਦਿਆਂ ਹੀ ਮੇਰਾ ਲੜਕਾ ਬੇਹੋਸ਼ ਹੋ ਗਿਆ। ਜਦ ਕੁਝ ਸਮੇਂ ਪਿੱਛੋਂ ਉਸਦੀ ਅੱਖ ਖੁੱਲ੍ਹੀ ਤਾਂ ਉਹਨੇ ਆਪਣੇ ਸਾਹਮਣੇ ਇੱਕ ਬੜਾ ਆਲੀਸ਼ਾਨ ਮਹੱਲ ਵੇਖਿਆ। ਉੱਥੇ ਇੱਕ ਆਦਮੀ ਖੜਾ ਸੀ। ਉਹਨੇ ਮੇਰੇ ਲੜਕੇ ਨੂੰ ਦੱਸਿਆ ਕਿ ਉਹ ਮਰ ਕੇ ਸਵਰਗ ਵਿੱਚ ਪਹੁੰਚ ਗਿਆ ਹੈ। ਮੇਰੇ ਲੜਕੇ ਨੇ ਪੁੱਛਿਆ, ਪਰ ਮੈਂ ਇੱਥੇ ਕਿਉਂ ਲਿਆਂਦਾ ਗਿਆ ਵਾਂ? ਇੱਥੇ ਮੇਰੇ ਗੋਚਰਾ ਕੀ ਕੰਮ ਹੈ? ਉਸ ਅਜਨਬੀ ਨੇ ਉੱਤਰ ਦਿੱਤਾ, ਜੇ ਤੂੰ ਮੇਰੇ ਆਖੇ ਲੱਗੇਗਾ ਤਾਂ ਤੂੰ ਜਲਦੀ ਫਿਰ ਜੀ ਪਵੇਂਗਾ ਤੇ ਮੁੜ ਆਪਣੇ ਮਾਤਾ ਪਿਤਾ ਪਾਸ ਪਹੁੰਚ ਜਾਏਗਾ। ਇਹ ਲੈ ਇੱਕ ਛੁਰਾ, ਤੂੰ ਇਸ ਛੁਰੇ ਨਾਲ ਅਲੀ ਹਾਸਿਦ ਨੂੰ ਕਤਲ ਕਰ ਦੇਵੀਂ। ਉਹਨੇ ਇੱਕ ਬੜਾ ਭਾਰੀ ਅਪਰਾਧ ਕੀਤਾ ਹੈ। ਮੇਰਾ ਲੜਕਾ ਇਹ ਸੁਣ ਕੇ ਕੰਬ ਗਿਆ ਤੇ ਕਹਿਣ ਲੱਗਿਆ, ਮੈਂ ਇਹੋ ਜਿਹਾ ਕੰਮ ਅੱਗੇ ਕਦੇ ਨਹੀਂ ਕੀਤਾ। ਮੈਂ ਤੇ ਕਿਸ ਨੂੰ ਕਤਲ ਕਰਾਂ? ਇਹ ਬਿਲਕੁਲ ਨਹੀਂ ਹੋ ਸਕਦਾ। ਉਸ ਅਜਨਬੀ ਨੇ ਮੇਰੇ ਲੜਕੇ ਨੂੰ ਇੱਕ ਜਾਦੂ ਦਾ ਫੁੱਲ ਦਿੱਤਾ ਤੇ ਕਿਹਾ, ਬੇਟਾ ਇਹ ਲੈ ਫੁੱਲ, ਇਹਨੂੰ ਸੁੰਘ। ਇਸ ਦੇ ਸੁੰਘਣ ਨਾਲ ਤੇਰਾ ਦਿਲ ਸਖਤ ਹੋ ਜਾਏਗਾ ਤੇ ਤੇਰੇ ਵਿੱਚ ਕਤਲ ਕਰਨ ਦੀ ਸ਼ਕਤੀ ਆ ਜਾਏਗੀ। ਮੇਰਾ ਪੁੱਤਰ ਫੁੱਲ ਸੁੰਘਦਿਆਂ ਹੀ ਬੇਹੋਸ਼ ਹੋ ਗਿਆ। ਜਦ ਉਹਨੂੰ ਮੂੜ ਹੋਸ਼ ਆਈ ਤਾਂ ਉਹ ਕੀ ਵੇਖਦਾ ਹੈ ਕਿ ਉਹ ਫਿਰ ਜਿਉਂਦਿਆਂ ਦੀ ਦੁਨੀਆ ਵਿੱਚ ਪਹੁੰਚ ਗਿਆ ਹੈ ਅਤੇ ਉਹਦੇ ਹੱਥ ਵਿੱਚ ਅਜਨਬੀ ਦਾ ਦਿੱਤਾ ਹੋਇਆ ਛੁਰਾ ਫੜਿਆ ਹੋਇਆ ਹੈ। ਉਹਨੇ ਸੋਚਿਆ, ਭਾਵੇਂ ਮੈਂ ਅੱਗੇ ਕਿਸੇ ਨੂੰ ਕਤਲ ਨਹੀਂ ਕੀਤਾ, ਪਰ ਹੁਣ ਮੈਨੂੰ ਸਵਰਗ ਦੇ ਬਾਦਸ਼ਾਹ ਦਾ ਹੁਕਮ ਮੰਨਣਾ ਹੀ ਪੈਣਾ ਹੈ, ਨਹੀਂ ਤੇ ਪਤਾ ਨਹੀਂ ਕਿ ਉਹ ਮੈਨੂੰ ਕੀ ਸਜ਼ਾ ਦੇ ਦੇਵੇ। ਉਹ ਰਾਤ ਵੇਲੇ ਚੋਰੀ ਅਲੀ ਹਾਸਿਦ ਦੇ ਘਰ ਗਿਆ ਤੇ ਉਹਨੂੰ ਸੁੱਤਿਆਂ ਪਿਆਂ ਨੂੰ ਹੀ ਕਤਲ ਕਰ ਦਿੱਤਾ। ਅਲੀ ਹਾਸਿਦ ਦੀਆਂ ਚੀਕਾਂ ਸੁਣ ਕੇ ਲਾਗੇ ਤਾਗੇ ਦੇ ਲੋਕ ਜਾਗ ਪਏ ਤੇ ਉਹਨਾਂ ਨੇ ਮੇਰੇ ਲੜਕੇ ਨੂੰ ਪਕੜਨ ਦੀ ਕੋਸ਼ਿਸ਼ ਕੀਤੀ। ਇਸ ਹੱਥੋਂ ਪਾਈ ਵਿੱਚ ਮੇਰਾ ਲੜਕਾ ਸਖਤ ਜ਼ਖਮੀ ਹੋ ਗਿਆ। ਮੇਰਾ ਲੜਕਾ ਕਹਿਣ ਲੱਗਾ, ਮੇਰੇ ਨਾਲ ਸੱਚਮੁੱਚ ਧੋਖਾ ਹੋਇਆ ਹੈ। ਮੈਂ ਮਰਿਆ ਨਹੀਂ ਸਾਂ, ਨਾ ਹੀ ਉਹ ਸਵਰਗ ਸੀ ਜਿੱਥੇ ਮੈਨੂੰ ਕਤਲ ਕਰਨ ਲਈ ਉਕਸਾਉਣ ਵਾਲਾ ਅਜਨਬੀ ਮਿਲਿਆ ਸੀ। ਹੁਣ ਮੈਂ ਮਰਨ ਦੇ ਕਿਨਾਰੇ ਹਾਂ। ਮੇਰੇ ਪਿਤਾ ਨੂੰ ਜਲਦੀ ਬੁਲਾਓ। ਜਦ ਮੈਂ ਉਹਦੇ ਪਾਸ ਗਿਆ ਤਾਂ ਆਪਣੇ ਲੜਕੇ ਨੂੰ ਮੌਤ ਦੇ ਕਿਨਾਰੇ ਵੇਖ ਕੇ ਮੈਨੂੰ ਬੜਾ ਦੁੱਖ ਹੋਇਆ। ਉਹਨੇ ਸਾਰੀ ਵਾਰਦਾਤ ਸੁਣਾਈ ਤੇ ਸਵਾਸ ਦੇਣ ਤੋਂ ਪਹਿਲਾਂ ਉਹ ਮੈਨੂੰ ਕਹਿ ਗਿਆ, ਇਸ ਰਸਤੇ ਆਉਣ ਵਾਲੇ ਸਾਰੇ ਰਾਹੀਆਂ ਨੂੰ ਅਗਾਂਹ ਤੋਂ ਖਬਰਦਾਰ ਕਰਦੇ ਰਹਿਣਾ ਕਿ ਇਹ ਮੌਤ ਦਾ ਰਾਹ ਹੈ, ਉਹ ਇਸ ਪਾਸੇ ਕਦੀ ਨਾ ਆਉਣ। ਅਸੀਂ ਉਸ ਬੁੱਢੇ ਦਾ ਧੰਨਵਾਦ ਕਰਦਿਆਂ ਕਿਹਾ, ਭਾਵੇਂ ਬਲਾ ਵੀ ਸਾਡੇ ਸਾਹਮਣੇ ਆ ਜਾਵੇ, ਅਸੀਂ ਨਹੀਂ ਡਰਦੇ, ਅਸੀਂ ਇਸੇ ਰਸਤੇ ਹੀ ਜਾਵਾਂਗੇ। ਜਦ ਅਸੀਂ ਉਸ ਰਸਤੇ ਕੁਝ ਅਗਾਂਹ ਗਏ ਤਾਂ ਸਾਨੂੰ ਇੱਕ ਚਟਾਨ ਤੇ ਇੱਕ ਬੁਰਜ ਦਿਸਿਆ। ਉਸ ਬੁਰਜ ਵਿੱਚ ਇੱਕ ਆਦਮੀ ਖੜਾ ਸੀ। ਉਹ ਸਾਨੂੰ ਵੇਖਦਿਆਂ ਹੀ ਥੱਲੇ ਉਤਰ ਆਇਆ ਤੇ ਸਾਡਾ ਰਾਹ ਰੋਕ ਕੇ ਕਹਿਣ ਲੱਗਾ, ਮੈਨੂੰ ਵੀ ਆਪਣੇ ਨਾਲ ਹੀ ਸਫ਼ਰ ਤੇ ਲੈ ਚੱਲੋ। ਮੇਰੇ ਪਾਸ ਖਾਣ ਪੀਣ ਲਈ ਬਥੇਰਾ ਕੁਝ ਹੈ, ਤੁਹਾਨੂੰ ਰਾਹ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਹੀਂ ਆਏਗੀ। ਮੈਂ ਕਿਹਾ, ਬਦਮਾਸ਼, ਪਰੇ ਹਟ ਰਾਹ ਚੋਂ, ਨਹੀਂ ਤਾਂ ਮੈਂ ਹੁਣੇ ਤੇਰਾ ਸਫਾਇਆ ਕਰਦਾ। ਉਹ ਬੁੱਢਾ ਮੇਰੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, ਤਾਂ ਤੁਹਾਨੂੰ ਜ਼ਰੂਰ ਕਿਸੇ ਨੇ ਮੇਰੇ ਬਾਰੇ ਦੱਸ ਦਿੱਤਾ ਹੋਣਾ ਹੈ, ਇਸੇ ਲਈ ਤੁਸੀਂ ਮੇਰੇ ਜਾਲ ਵਿੱਚ ਨਹੀਂ ਫਸੇ। ਅੱਛਾ, ਤੁਸੀਂ ਜਾ ਸਕਦੇ ਹੋ। ਇਸ ਤਰ੍ਹਾਂ ਕਦੀ ਪੈਦਲ, ਕਦੀ ਘੋੜਿਆਂ ਤੇ ਜਾਂ ਊਂਠਾਂ ਤੇ ਸਫ਼ਰ ਕਰਦੇ ਕਰਦੇ ਅਸੀਂ ਏਸ਼ੀਆ ਦੀ ਅਨੋਖੀ ਧਰਤੀ ਤੇ ਅਗਾਂਹ ਵੱਧਦੇ ਗਏ। ਰਾਹ ਵਿੱਚ ਅਸੀਂ ਉਜੜੇ ਹੋਏ ਸ਼ਹਿਰ, ਦੇਵਕਦ ਬੱਬਰ ਸ਼ੇਰ, ਲੂਣ ਦੀਆਂ ਖਾਣਾਂ, ਬਾਲਾਸ਼ਾਨ ਵਰਗੇ ਹੀਰਿਆਂ ਨਾਲ ਭਰੇ ਸ਼ਹਿਰ ਦੇਖੇ। ਅਸੀਂ ਇੱਕ ਦਿਨ ਬਾਲਾਸ਼ਾਨ ਵਿੱਚ ਠਹਿਰੇ। ਉੱਥੇ ਹਰ ਇੱਕ ਘੋੜੇ ਤੇ ਇੱਕੋ ਕਿਸਮ ਦਾ ਨਿਸ਼ਾਨ ਸੀ। ਮੈਂ ਆਪਣੇ ਪਿਤਾ ਕੋਲੋਂ ਇਸ ਦਾ ਕਾਰਨ ਪੁੱਛਿਆ। ਉਹਨੇ ਦੱਸਿਆ, ਇਹ ਸਭ ਘੋੜੇ ਸਿਕੰਦਰ ਦੇ ਪ੍ਰਸਿੱਧ ਘੋੜੇ ਬਿਊਫੀਸਿਲਸ ਦੀ ਔਲਾਦ ਨੇ। ਸਿਕੰਦਰ ਦੀ ਮੌਤ ਪਿੱਛੋਂ ਉਹਦੇ ਟੱਬਰ ਨੇ ਬਿਊਸੀਫੇਲਸ ਦੀ ਨਸਲ ਦੇ ਸਾਰੇ ਘੋੜਿਆਂ ਨੂੰ ਬੜੀ ਹਿਫਾਜ਼ਤ ਨਾਲ ਪਾਲਿਆ। ਪਰ ਇੱਕ ਦਿਨ ਉਸ ਦੇਸ਼ ਦਾ ਰਾਜਾ ਸਿਕੰਦਰ ਦੇ ਚਾਚੇ ਕੋਲ ਆਇਆ ਤੇ ਕਹਿਣ ਲੱਗਾ, ਅਸੀਂ ਦੋਵੇਂ ਇੱਕੋ ਖਾਨਦਾਨ ਚੋਂ ਆ, ਪਰ ਕਿਉਂਕਿ ਮੈਂ ਇਸ ਦੇਸ਼ ਦਾ ਰਾਜਾ ਹਾਂ, ਇਸ ਲਈ ਮੇਰਾ ਹੱਕ ਬਣਦਾ ਹੈ ਕਿ ਇਹ ਸਭ ਘੋੜੇ ਮੇਰੀ ਮਲਕੀਅਤ ਹੋਣ। ਸਿਕੰਦਰ ਦੇ ਚਾਚੇ ਨੇ ਉੱਤਰ ਦਿੱਤਾ, ਨਹੀਂ, ਇਹ ਸਭ ਘੋੜੇ ਮੇਰੇ ਜ਼ਿੰਮੇ ਦਿੱਤੇ ਗਏ ਸਨ ਤੇ ਜਦ ਤੱਕ ਮੇਰੇ ਸਰੀਰ ਵਿੱਚ ਸਵਾਸ ਸਨ ਇਹ ਮੇਰੇ ਪਾਸ ਹੀ ਰਹਿਣਗੇ। ਇਸ ਤੇ ਰਾਜੇ ਨੇ ਉਹਨੂੰ ਇੱਕ ਖੂਹ ਵਿੱਚ ਸੁੱਟਵਾ ਦਿੱਤਾ, ਜਿੱਥੇ ਉਹ ਡੁੱਬ ਕੇ ਮਰ ਗਿਆ। ਜਦ ਉਹਦੀ ਪਤਨੀ ਨੂੰ ਆਪਣੇ ਪਤੀ ਦੇ ਕਤਲ ਦਾ ਪਤਾ ਲੱਗਾ, ਉਹਨੇ ਰਾਜੇ ਤੋਂ ਬਦਲਾ ਲੈਣ ਦੀ ਠਾਣ ਲਈ। ਉਹਨੇ ਮਨ ਵਿੱਚ ਕਿਹਾ, ਰਾਜਾ ਕਦੀ ਇਸ ਤਰੀਕੇ ਨਾਲ ਸਿਕੰਦਰ ਦੇ ਮਸ਼ਹੂਰ ਘੋੜਿਆਂ ਨੂੰ ਕਾਬੂ ਨਹੀਂ ਕਰ ਸਕੇਗਾ। ਮੈਂ ਇੱਕ ਘੋੜੇ ਤੋਂ ਸਿਵਾ ਜਿਹੜਾ ਮੈਂ ਦੂਰ ਪਹਾੜਾਂ ਵਿੱਚ ਲੁਕਾ ਦੇਵਾਂਗੀ, ਸਭ ਘੋੜੇ ਮਰਵਾ ਦੇਣੇ ਨੇ। ਮੇਰੇ ਪਿਤਾ ਨੇ ਕਹਾਣੀ ਖਤਮ ਕਰਦਿਆਂ ਕਿਹਾ, ਇਹ ਘੋੜੇ ਜਿਨ੍ਹਾਂ ਨੂੰ ਤੂੰ ਸਲਾਹਿਆ ਹੈ, ਇਹ ਸਭ ਉਸ ਇੱਕੋ ਘੋੜੇ ਦੀ ਔਲਾਦ ਨੇ। ਇਸ ਤੋਂ ਗਾਂਹ ਅਸੀਂ ਸਫ਼ਰ ਕਰਦੇ ਕਰਦੇ ਚੀਨ ਦੇ ਪ੍ਰਸਿੱਧ ਸ਼ਹਿਨਸ਼ਾਹ ਕੁਬਲਾਈ ਖਾਂ ਦੇ ਰਾਜ ਦੀ ਸੀਮਾ ਤੇ ਪਹੁੰਚੇ। ਇੱਥੇ ਪਹਿਲਾ ਸ਼ਹਿਰ ਸ਼ੈਂਗਟੂ ਸੀ। ਸ਼ਹਿਰ ਵਿੱਚ ਸਾਡੇ ਦਾਖਲ ਹੁੰਦਿਆਂ ਹੀ ਇੱਕ ਚੀਨੀ ਅਫਸਰ ਸਾਡੇ ਪਾਸ ਆਇਆ। ਉਹਨੇ ਸਾਡਾ ਨਿੱਘਾ ਸਵਾਗਤ ਕੀਤਾ। ਉਹਨੇ ਕਿਹਾ, ਚੀਨ ਦੇ ਜਗਤ ਪ੍ਰਸਿੱਧ ਤੇ ਸ਼ਕਤੀਸ਼ਾਲੀ ਸ਼ਹਿਨਸ਼ਾਹ ਕੁਬਲਾਈ ਖਾਨ ਵੱਲੋਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਮੇਰੇ ਪਿਤਾ ਨੇ ਉਸ ਤੋਂ ਪੁੱਛਿਆ, ਤੁਹਾਨੂੰ ਕਿਵੇਂ ਪਤਾ ਹੈ ਕਿ ਅਸੀਂ ਚੀਨ ਦੀ ਯਾਤਰਾ ਤੇ ਆ ਰਹੇ ਹਾਂ?
ਉਹਨੇ ਕਿਹਾ, ਦੂਰ ਦੂਰ ਦੇਸ਼ਾਂ ਤੱਕ ਸਾਡੇ ਜਾਸੂਸਾਂ ਦਾ ਜਾਲ ਵਿਛਿਆ ਹੋਇਆ ਏ। ਉਹ ਪਲ ਪਲ ਦੀ ਖਬਰ ਸਾਨੂੰ ਪਹੁੰਚਾਉਂਦੇ ਰਹਿੰਦੇ ਹਨ। ਸਾਨੂੰ ਤੁਹਾਡੇ ਇੱਥੇ ਆਉਣ ਬਾਰੇ ਅੱਜ ਤੋਂ 40 ਦਿਨ ਪਹਿਲਾਂ ਦਾ ਪਤਾ ਹੈ। ਕੈਥੇ ਵਿੱਚ ਕੁਬਲਈ ਖਾਂ ਚੰਗੇਜ਼ ਖਾਨ ਦੀ 6ਵੀਂ ਪੀੜ੍ਹੀ ਵਿੱਚੋਂ ਹੈ। ਇਹ 1256 ਵਿੱਚ ਤਖਤ ਤੇ ਬੈਠਾ ਸੀ ਤੇ ਅੱਜ ਤੱਕ ਇਸ ਨੂੰ ਰਾਜ ਕਰਦਿਆਂ 50 ਸਾਲ ਹੋ ਗਏ ਸਨ। ਇਹਦੀ ਉਮਰ 85 ਸਾਲ ਦੇ ਲਗਭਗ ਸੀ। ਤਖਤ ਤੇ ਬੈਠਣ ਤੋਂ ਪਹਿਲਾਂ ਇਹ ਹਰ ਮੁਹਿੰਮ ਤੇ ਆਪ ਜਾਂਦਾ ਹੁੰਦਾ ਸੀ। ਇਹਨਾਂ ਮੁਹਿੰਮਾਂ ਵਿੱਚ ਇਹਨੇ ਸਾਬਤ ਕਰ ਵਿਖਾਇਆ ਕਿ ਕੇਵਲ ਇਹ ਤੇ ਇਹ ਹੀ ਗੱਦੀ ਦਾ ਹੱਕਦਾਰ ਹੈ। ਤਖਤ ਤੇ ਬੈਠਣ ਪਿੱਛੋਂ ਇਹ ਕੇਵਲ ਇੱਕੋ ਮੁਹਿੰਮ ਤੇ ਹੀ ਗਿਆ। ਕੁਬਲਈ ਖਾਨ ਦਾ ਇੱਕ ਚਾਚਾ ਸੀ ਜਿਸ ਦਾ ਨਾਂ ਨਾਯਾਨ ਸੀ। ਇਹ ਇੱਕ ਵਿਸ਼ਾਲ ਇਲਾਕੇ ਤੇ ਰਾਜ ਕਰਦਾ ਸੀ। ਇਹ ਕੁਬਲਈ ਖਾਨ ਦਾ ਬਾਜਗੁਜ਼ਾਰ ਰਾਜਾ ਸੀ। ਇੱਕ ਵਾਰੀ ਇਹਦੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਕੁਬਲਈ ਖਾਨ ਨਾਲ ਟੱਕਰ ਲੈ ਕੇ ਇੱਕ ਸੁਤੰਤਰ ਰਾਜਾ ਬਣਾ ਲਏ। ਇਸ ਮੰਤਵ ਨੂੰ ਮੁੱਖ ਰੱਖ ਕੇ ਉਹਨੇ ਇੱਕ ਤਾਕਤਵਰ ਗਵੰਡੀ ਰਾਜੇ ਨਾਲ, ਜਿਸ ਦਾ ਨਾਂ ਕੈਦੂ ਸੀ, ਆਪਣੇ ਨਾਲ ਗੱਠਜੋੜ ਕਰਕੇ ਕੁਬਲਈ ਖਾਨ ਨੂੰ ਹਰਾਉਣ ਦੀ ਵਿਉਂਤ ਬਣਾਈ। ਕੈਦੂ ਵੀ ਤਾਈਓ ਚਾਚਿਓ ਕੁਬਲਈ ਖਾਨ ਦਾ ਭਰਾ ਲੱਗਦਾ ਸੀ, ਪਰ ਦੋਹਾਂ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਸੀ। ਨਿਆਨ ਨੇ ਸਲਾਹ ਬਣਾਈ ਕਿ ਇੱਕ ਪਾਸਿਓਂ ਕੈਦੂ ਕੁਬਲਈ ਖਾਨ ਤੇ ਹਮਲਾ ਕਰੇ ਤੇ ਦੂਜੇ ਪਾਸਿਓਂ ਉਹ ਆਪ ਇਸ ਤੇ ਹਮਲਾ ਕਰੇਗਾ। ਦੋਵਾਂ ਨੇ ਹਮਲੇ ਦਾ ਦਿਨ ਨਿਯਤ ਕਰ ਲਿਆ ਤੇ ਤਿਆਰੀਆਂ ਵਿੱਚ ਲੱਗ ਗਏ। ਕੈਦੂ ਪਾਸ 1 ਲੱਖ ਫੌਜ ਸੀ ਤੇ ਨਿਆਨ ਪਾਸ 40,000। ਕੁਬਲਈ ਖਾਨ ਦੇ ਜਾਸੂਸਾਂ ਨੇ ਇਸ ਸਾਜ਼ਿਸ਼ ਵਿੱਚ ਇਤਲਾਹ ਆਪਣੇ ਮਾਲਕ ਨੂੰ ਜਾ ਪਹੁੰਚਾਈ। ਕੁਬਲਈ ਖਾਨ ਨੇ ਕੋਈ ਖਾਸ ਘਬਰਾਹਟ ਜ਼ਾਹਰ ਨਾ ਕੀਤੀ, ਕਿਉਂਕਿ ਉਹ ਇੱਕ ਬੜਾ ਸਿਆਣਾ ਜਰਨੈਲ ਸੀ ਤੇ ਜਾਣਦਾ ਸੀ ਕਿ ਆਪਣੇ ਵੈਰੀਆਂ ਨੂੰ ਕਿਵੇਂ ਸਿੱਝਣਾ ਹੈ। ਉਹਨੇ ਇਹ ਗੱਲ ਮਨ ਵਿੱਚ ਪੱਕੀ ਕਰ ਲਈ ਕਿ ਉਹ ਉਤਨੀ ਦੇਰ ਤੱਕ ਸਾਹ ਨਹੀਂ ਲਵੇਗਾ ਜਿਤਨੀ ਦੇਰ ਤੱਕ ਉਹ ਉਹਨਾਂ ਨੂੰ ਬਗਾਵਤ ਕਰਨ ਦੀ ਪੂਰੀ ਤਰ੍ਹਾਂ ਸਜ਼ਾ ਨਾ ਦੇ ਦੇਵੇ। ਕੁਬਲਈ ਖਾਨ ਨੇ 22 ਦਿਨਾਂ ਵਿੱਚ ਹੀ ਮੁਕੰਮਲ ਤਿਆਰੀ ਕਰ ਲਈ। ਉਹਨੇ 3.5 ਲੱਖ ਘੋੜਸਵਾਰ ਅਤੇ 1 ਲੱਖ ਪੈਦਲ ਸੈਨਾ ਇਕੱਠੀ ਕੀਤੀ। ਇਹ ਫੌਜ ਉਹਨੇ ਆਪਣੀ ਬਕਾਇਦਾ ਫੌਜ ਤੋਂ ਇਲਾਵਾ ਇਕੱਠੀ ਕੀਤੀ। ਆਪਣੀਆਂ ਥਾਵਾਂ ਤੋਂ ਨਹੀਂ ਹਟਾਉਣਾ ਚਾਹੁੰਦਾ ਸੀ, ਕਿਉਂਕਿ ਇਸ ਨਾਲ ਉਹਦੇ ਵੈਰੀਆਂ ਨੂੰ ਉਹਦੀ ਚਾਲ ਬਾਰੇ ਪਤਾ ਲੱਗ ਸਕਦਾ ਸੀ। ਕੁਬਲਈ ਖਾਨ ਦੀ ਫੌਜ 20 ਦਿਨ ਦੀ ਕੂਚ ਪਿੱਛੋਂ ਉਸ ਵਿਸ਼ਾਲ ਮੈਦਾਨ ਲੱਗੇ ਪਹੁੰਚ ਗਈ ਜਿੱਥੇ ਨਯਾਨ ਦੀ ਫੌਜ ਡੇਰੇ ਲਾਈ ਬੈਠੀ ਸੀ। ਖਾਨ ਦੀ ਫੌਜ ਦੇ ਸਿਰ ਤੇ ਆ ਪਹੁੰਚਣ ਬਾਰੇ ਨਿਆਨ ਬਿਲਕੁਲ ਬੇਖਬਰ ਸੀ। ਅਗਲੇ ਦਿਨ ਸਵੇਰ ਖਾਨ ਦੀ ਫੌਜ ਨੇ ਅਚਾਨਕ ਨਿਆਨ ਤੇ ਹੱਲਾ ਬੋਲ ਦਿੱਤਾ ਤੇ ਪਲ ਦੇ ਪਲ ਵਿੱਚ ਹੀ ਨਿਆਨ ਦੀ ਫੌਜ ਨੂੰ ਘੇਰੇ ਵਿੱਚ ਲੈ ਲਿਆ। ਖਾਨ ਨੇ ਹਰ ਇੱਕ ਘੋੜਸਵਾਰ ਦਸਤੇ ਨੇ ਆਪਣੇ ਨਾਲ 500 ਪਿਆਦੇ ਰੱਖੇ ਹੋਏ ਸਨ। ਉਹਨਾਂ ਨੂੰ ਇਹ ਸਿਖਲਾਈ ਦਿੱਤੀ ਗਈ ਸੀ ਕਿ ਜਦ ਵੀ ਵੈਰੀ ਉਹਨਾਂ ਤੇ ਹਮਲਾ ਕਰੇ ਤਾਂ ਉਹ ਸਭ ਪਿਛਾਂਹ ਨੂੰ ਨੱਸ ਜਾਣ ਤੇ ਕੁਝ ਦੂਰ ਜਾ ਕੇ ਠਹਿਰ ਜਾਣ। ਜਦ ਵੈਰੀ ਦੇ ਘੋੜਸਵਾਰ ਨੇੜੇ ਪਹੁੰਚਣ ਤਾਂ ਪਿਆਦਾ ਫੌਜ ਦੇ ਸਿਪਾਹੀ ਆਪਣੇ ਲੰਮੇ ਨੇਜ਼ਿਆਂ ਨਾਲ ਉਹਨਾਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਣ। ਤਾਤਾਰੀਆਂ ਦਾ ਇਹ ਕਾਇਦਾ ਹੈ ਕਿ ਜਦ ਦੋ ਫੌਜਾਂ ਆਮੋ ਸਾਹਮਣੇ ਆ ਜਾਣ ਤਾਂ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਪਾਸਿਆਂ ਦੇ ਜਰਨੈਲ ਨਗਾਰੇ ਤੇ ਢੋਲ ਵਜਾਉਂਦੇ ਹਨ ਤੇ ਬਾਕੀ ਫੌਜੀ ਦੋ ਤਾਰੇ ਤੋਂ ਸੁਰੀਲਾ ਸੰਗੀਤ ਕਰਦੇ ਹਨ ਤੇ ਖੂਬ ਸਮਾਂ ਵੱਜਦਾ ਹੈ। ਇਸ ਪਿੱਛੋਂ ਦੋਵੇਂ ਫੌਜਾਂ ਇੱਕ ਦੂਜੇ ਤੇ ਟੁੱਟ ਪਈਆਂ ਤੇ ਇੱਕ ਕਮਸਾਨ ਦੀ ਲੜਾਈ ਹੋਈ। ਦੁਪਹਿਰ ਤੱਕ ਤਾਂ ਦੋਹਾਂ ਪਾਸਿਆਂ ਦਾ ਜ਼ੋਰ ਬਰਾਬਰ ਰਿਹਾ। ਨਯਾਨ ਦੇ ਸਾਥੀ ਉਹਦੇ ਲਈ ਜਾਨ ਤੋੜ ਕੇ ਲੜੇ, ਪਰ ਦੁਪਹਿਰ ਤੋਂ ਪਿੱਛੋਂ ਜਿੱਤ ਖਾਨ ਦੀ ਹੋਈ ਤੇ ਨਿਆਨ ਪਕੜਿਆ ਗਿਆ। ਖਾਨ ਨੇ ਨਿਆਨ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਉਹਨੂੰ ਇੱਕ ਦਰੀ ਵਿੱਚ ਲਵੇਟ ਦਿੱਤਾ ਗਿਆ ਤੇ ਉਸ ਨੂੰ ਇਸ ਬੇਰਹਿਮੀ ਨਾਲ ਇੱਧਰ ਉੱਧਰ ਧੋਇਆ ਗਿਆ ਕਿ ਉਹ ਮਰ ਗਿਆ। ਉਸ ਨੂੰ ਇਸ ਤਰ੍ਹਾਂ ਮਾਰਨ ਦਾ ਕਾਰਨ ਇਹ ਸੀ ਕਿ ਸ਼ਾਹੀ ਘਰਾਣੇ ਦਾ ਪਵਿੱਤਰ ਲਹੂ ਧਰਤੀ ਤੇ ਨਾ ਡਿੱਗੇ ਤੇ ਨਾ ਹੀ ਸੂਰਜ ਤੇ ਹਵਾ ਉਸ ਨੂੰ ਵੇਖ ਸਕਣ। ਜਦ ਕੈਦੂ ਨੂੰ ਨਿਆਨ ਦੀ ਹਾਰ ਬਾਰੇ ਪਤਾ ਲੱਗਾ ਤਾਂ ਉਹਨੇ ਖਾਨ ਨਾਲ ਲੜਾਈ ਦਾ ਖਿਆਲ ਹੀ ਛੱਡ ਦਿੱਤਾ। ਕੁਬਲਈ ਖਾਨ ਦਾ ਕੱਦ ਦਰਮਿਆਨਾ ਹੈ, ਉਹਦਾ ਰੰਗ ਸਾਫ਼ ਹੈ ਤੇ ਚਿਹਰਾ ਗੁਲਾਬੀ ਭਾਅ ਮਾਰਦਾ ਹੈ। ਅੱਖਾਂ ਕਾਲੀਆਂ ਹਨ ਤੇ ਉਹਦਾ ਨੱਕ ਚਿਹਰੇ ਵਿੱਚ ਸੱਜਿਆ ਹੋਇਆ ਹੈ। ਇਹਦੀਆਂ 4 ਰਾਣੀਆਂ ਹਨ। ਇਹਨਾਂ ਚੌਹਾਂ 'ਚੋਂ ਪੈਦਾ ਹੋਇਆ ਸਭ ਤੋਂ ਵੱਡਾ ਲੜਕਾ ਹੀ ਗੱਦੀ ਦਾ ਹੱਕਦਾਰ ਹੈ। ਹਰ ਇੱਕ ਰਾਣੀ ਦਾ ਰਹਿਣ ਲਈ ਅਲੱਗ ਮਹਿਲ ਹੈ ਤੇ ਸੇਵਾ ਲਈ 300 ਸੋਹਣੀਆਂ ਦਾਸੀਆਂ ਹਨ। ਇਹਨਾਂ ਤੋਂ ਇਲਾਵਾ ਹੋਰ ਕਈ ਸੌ ਨੌਕਰ ਚਾਕਰ ਹਨ। ਕਰ ਕਰਾ ਕੇ ਹਰ ਇੱਕ ਪਾਸ 10-10 ਹਜ਼ਾਰ ਸੇਵਕ ਹਨ। ਇਹਨਾਂ 4 ਰਾਣੀਆਂ ਤੋਂ ਸਿਵਾ ਉਹਦੀਆਂ ਅਨੇਕਾਂ ਰਖੇਲੀਆਂ ਵੀ ਹਨ। ਕੁੰਗਰਾਟ ਨਾਮੀ ਸੂਬੇ ਵਿੱਚ ਬਹੁਤ ਸੋਹਣੀਆਂ ਇਸਤਰੀਆਂ ਹੁੰਦੀਆਂ ਹਨ। ਹਰ 2 ਸਾਲ ਪਿੱਛੋਂ ਖਾਂ ਆਪਣੇ ਆਦਮੀਆਂ ਨੂੰ ਉਸ ਸੂਬੇ ਤੋਂ ਅਤੀ ਸੁੰਦਰ ਲੜਕੀਆਂ ਲਿਆਉਣ ਲਈ ਭੇਜਦਾ ਹੈ। ਉਹ ਉੱਥੇ ਜਾ ਕੇ ਸਭ ਜਵਾਨ ਲੜਕੀਆਂ ਨੂੰ ਸਾਹਮਣੇ ਖੜਾ ਕਰ ਲੈਂਦੇ ਹਨ ਤੇ ਹਰ ਇੱਕ ਨੂੰ ਉਹਦੀ ਸੁੰਦਰਤਾ ਮੁਤਾਬਕ ਨੰਬਰ ਦਿੱਤੇ ਜਾਂਦੇ ਹਨ। ਉਹ ਸਭ ਇਸਤਰੀਆਂ ਜਿਨ੍ਹਾਂ ਨੂੰ 20 ਜਾਂ 21 ਨੰਬਰ ਮਿਲਦੇ ਹਨ ਖਾਨ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਦੁਬਾਰਾ ਚੋਣ ਹੁੰਦੀ ਹੈ ਤੇ 30 ਜਾਂ 40 ਜਿਨ੍ਹਾਂ ਦੇ ਨੰਬਰ ਸਭ ਤੋਂ ਵੱਧ ਹੁੰਦੇ ਹਨ ਖਾਨ ਲਈ ਚੁਣੀਆਂ ਜਾਂਦੀਆਂ ਹਨ। ਬਾਕੀਆਂ ਨੂੰ ਘਰੋਂ ਘਰ ਵਾਪਸ ਭੇਜ ਦਿੱਤਾ ਜਾਂਦਾ ਹੈ। ਉਹਨਾਂ ਲੜਕੀਆਂ ਦੇ ਮਾਤਾ ਪਿਤਾ ਜਿਹੜੀਆਂ ਚੁਣੀਆਂ ਜਾਂਦੀਆਂ ਹਨ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ।
ਕੈਥੇ ਦੇ ਸੂਬੇ ਵਿੱਚ ਇੱਕ ਵੱਡੇ ਦਰਿਆ ਦੇ ਕੰਢੇ ਤੇ ਇੱਕ ਬੜਾ ਆਲੀਸ਼ਾਨ ਸ਼ਹਿਰ ਹੈ ਜਿਸ ਦਾ ਨਾਂ ਖਾਨ ਬਲੀਕ ਹੈ। ਇਸ ਦਾ ਭਾਵ ਹੈ ਸ਼ਹਿਨशाह ਦਾ ਸ਼ਹਿਰ। ਜੋਤਸ਼ੀਆਂ ਨੇ ਪੇਸ਼ੀਨਗੋਈ ਕੀਤੀ ਕਿ ਕਿਸੇ ਸਮੇਂ ਇਹ ਸ਼ਹਿਰ ਬਗਾਵਤ ਕਰ ਦੇਵੇਗਾ ਤੇ ਖਾਂ ਦਾ ਟੱਕਰਾ ਕਰੇਗਾ। ਇਸ ਲਈ ਖਾਂ ਨੇ ਦਰਿਆ ਦੇ ਪਰਲੇ ਪਾਰ ਟੈਡੂ ਨਾਂ ਦਾ ਇੱਕ ਹੋਰ ਸ਼ਹਿਰ ਬਣਵਾਇਆ ਤੇ ਸਾਰੇ ਵਸਨੀਕਾਂ ਨੂੰ ਉਸ ਵਿੱਚ ਜਾ ਕੇ ਰਹਿਣ ਦਾ ਹੁਕਮ ਦਿੱਤਾ। ਇਹ ਵਰਗਾਕਾਰ ਸ਼ਹਿਰ ਹੈ ਤੇ 24 ਮੀਲ ਦੇ ਘੇਰੇ ਵਿੱਚ ਫੈਲਿਆ ਹੋਇਆ ਹੈ। ਸ਼ਹਿਰ ਦੇ ਆਲੇ ਦੁਆਲੇ ਬੜੀਆਂ ਫਸੀਲਾਂ ਤੇ ਕੰਧਾਂ ਬਣੀਆਂ ਹੋਈਆਂ ਹਨ। ਇਸ ਦੇ ਐਨ ਵਿਚਕਾਰ ਇੱਕ ਬੜਾ ਆਲੀਸ਼ਾਨ ਮਹਲ ਹੈ ਜਿਸ ਵਿੱਚ ਇੱਕ ਵੱਡੀ ਸਾਰੀ ਘੰਟੀ ਲੱਗੀ ਹੋਈ ਹੈ। ਸ਼ਾਮ ਨੂੰ ਇਹਨੂੰ 3 ਵਾਰ ਵਜਾਇਆ ਜਾਂਦਾ ਹੈ। ਇਸ ਪਿੱਛੋਂ ਇਸ ਨੂੰ ਵੀ ਸ਼ਹਿਰ ਵਿੱਚ ਫਿਰਨ ਦੀ ਆਗਿਆ ਨਹੀਂ ਹੁੰਦੀ, ਇਹ ਵੇਖਣ ਲਈ ਕਿ ਕੋਈ ਇਸ ਹੁਕਮ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ। 30 ਜਾਂ 40 ਸਿਪਾਹੀਆਂ ਦੀ ਇੱਕ ਗਾਰਦ ਸ਼ਹਿਰ ਵਿੱਚ ਗਸ਼ਤ ਲਾਉਂਦੀ ਰਹਿੰਦੀ ਹੈ। ਜੇ ਕੋਈ ਆਦਮੀ ਇਸ ਹੁਕਮ ਦੀ ਉਲੰਘਣਾ ਕਰਦਾ ਫੜਿਆ ਜਾਵੇ ਤਾਂ ਉਹਨੂੰ ਉਸੇ ਵੇਲੇ ਕੈਦ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਗਲੀ ਸਵੇਰ ਉਹ ਕਚਹਿਰੀ ਵਿੱਚ ਹਾਜ਼ਰ ਕੀਤਾ ਜਾਂਦਾ ਹੈ। ਜੇ ਉਹ ਕਸੂਰਵਾਰ ਠਹਿਰਾਇਆ ਜਾਏ ਤਾਂ ਉਹਨੂੰ ਉਹਦੇ ਕੀਤੇ ਜੁਰਮ ਮੁਤਾਬਕ ਚਾਬਕਾਂ ਪੈਂਦੀਆਂ ਹਨ, ਜਿਨ੍ਹਾਂ ਕਾਰਨ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਚਾਬਕ ਮਾਰਨ ਦਾ ਤਰੀਕਾ ਇਸ ਲਈ ਅਪਣਾਇਆ ਜਾਂਦਾ ਹੈ ਕਿਉਂਕਿ ਇਸ ਨਾਲ ਲਹੂ ਨਹੀਂ ਨਿਕਲਦਾ, ਲਹੂ ਦਾ ਨਿਕਲਣਾ ਪਾਪ ਸਮਝਿਆ ਜਾਂਦਾ ਹੈ। ਸ਼ਹਿਰ ਦੇ ਹਰ ਇੱਕ ਦਰਵਾਜ਼ੇ ਤੇ 1,000 ਸਿਪਾਹੀਆਂ ਦਾ ਪਹਿਰਾ ਰਹਿੰਦਾ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਸ਼ਹਿਰ ਦੇ ਲੋਕ ਖਾਂ ਦੇ ਵਿਰੁੱਧ ਬਗਾਵਤ ਨਾ ਕਰਨ। ਇਸ ਦੇ ਬਾਵਜੂਦ ਵੀ ਇੱਕ ਵਾਰ ਕੈਥੇ ਦੇ ਰਹਿਣ ਵਾਲਿਆਂ ਨੇ ਬਗਾਵਤ ਕਰ ਦਿੱਤੀ। ਗੱਲ ਇਸ ਤਰ੍ਹਾਂ ਹੋਈ ਕਿ ਸ਼ਹਿਰ ਦਾ ਠੀਕ ਪ੍ਰਬੰਧ ਚਲਾਉਣ ਲਈ 12 ਸਰਦਾਰ ਨਿਯਤ ਕੀਤੇ ਜਾਂਦੇ ਸਨ। ਇਹਨਾਂ 12 ਵਿੱਚ ਇੱਕ ਆਵਾਰ ਅਹਿਮਦ ਨਾਂ ਦਾ ਇੱਕ ਸਰਾਸੀਨ ਸਰਦਾਰ ਵੀ ਸੀ। ਇਹ ਬੜਾ ਯੋਗ ਤੇ ਚਤਰ ਅਫਸਰ ਸੀ। ਖਾਂ ਬਾਕੀ ਸਭ ਸਰਦਾਰਾਂ ਕੋਲੋਂ ਉਹਨੂੰ ਚੰਗਾ ਸਮਝਦਾ ਸੀ ਤੇ ਉਹਦੀ ਗੱਲ ਸੁਣਦਾ ਸੀ। ਇਸ ਦੀ ਮੌਤ ਦੇ ਪਿੱਛੋਂ ਇਸ ਗੱਲ ਦਾ ਭੇਦ ਖੁੱਲ੍ਹਾ ਕਿ ਇਸ ਨੇ ਕਾਲੇ ਇਲਮ ਦੁਆਰਾ ਖਾਂ ਨੂੰ ਵਸ ਵਿੱਚ ਕੀਤਾ ਹੋਇਆ ਸੀ। ਇਸ ਲਈ ਖਾਂ ਨੇ ਉਹਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਕਿ ਉਹ ਜੋ ਜੀ ਚਾਹੇ ਕਰੇ। ਇਸ ਆਦਮੀ ਨੂੰ ਉਹ ਸਜ਼ਾ ਦੇਣੀ ਚਾਹੇ, ਉਹ ਸਾਰੀ ਗੱਲ ਨਾ ਪਹਿਲਾਂ ਹੀ ਖਾਂ ਦੇ ਕੰਨੀ ਵੱਢ ਦਿੰਦਾ ਸੀ। ਇਸ ਲਈ ਉਸ ਤੋਂ ਸਾਰੇ ਡਰਦੇ ਸਨ। ਉਹਨੇ ਆਪਣੀ ਸ਼ਕਤੀ ਨਜਾਇਜ਼ ਵਰਤ ਕੇ ਬੜੇ ਲੋਕਾਂ ਨੂੰ ਜਾਨੋਂ ਮਰਵਾਇਆ। ਉਹ ਮਾਪਿਆਂ ਕੋਲੋਂ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਲੜਕੀਆਂ ਖੋਹ ਲੈਂਦਾ ਸੀ ਤੇ ਉਹਦੇ ਕੀਤੇ ਹੋਏ ਨੂੰ ਕੋਈ ਪੁੱਛਦਾ ਨਹੀਂ ਸੀ। ਉਹਦੇ 5 ਪੁੱਤਰ ਸਨ ਤੇ ਉਹ ਵੀ ਆਪਣੇ ਪਿਤਾ ਵਾਂਗ ਜਵਾਨ ਲੜਕੀਆਂ ਦੀ ਇੱਜ਼ਤ ਲੁੱਟਦੇ ਸਨ। 22 ਸਾਲ ਤੱਕ ਅਹਿਮਦ ਮਨਮਾਨੀਆਂ ਕਰਦਾ ਰਿਹਾ। ਆਖਰ ਲੋਕਾਂ ਨੇ ਅਹਿਮਦ ਨੂੰ ਕਤਲ ਕਰਨ ਅਤੇ ਸ਼ਹਿਰ ਦੀ ਸਰਕਾਰ ਦੇ ਵਿਰੁੱਧ ਬਗਾਵਤ ਕਰਨ ਦੀ ਸਾਜ਼ਿਸ਼ ਘੜੀ। ਬਗਾਵਤ ਦਾ ਮੋਢੀ ਚਾਈਨਹੂ ਨਾਮੀ ਇੱਕ ਹਜ਼ਾਰੀ ਅਫਸਰ ਸੀ। ਉਹਨੇ ਵਾਨਹੂ ਨਾਂ ਦੇ ਇੱਕ 10 ਹਜ਼ਾਰੀ ਅਫਸਰ ਨੂੰ ਆਪਣੇ ਵੱਲ ਕਰ ਲਿਆ। ਉਹਨਾਂ ਨੇ ਬਗਾਵਤ ਦਾ ਸਮਾਂ ਉਹ ਚੁਣਿਆ ਜਦੋਂ ਕੁਬਲਈ ਖਾਨ ਬਲੀਕ ਵਿੱਚ ਗਰਮੀਆਂ ਦੇ 3 ਮਹੀਨੇ ਲੰਘਾ ਕੇ ਸੈਂਗਟੂ ਵੱਲ ਚਲਾ ਜਾਂਦਾ ਸੀ। ਖਾਂ ਦੀ ਗੈਰ ਹਾਜ਼ਰੀ ਵਿੱਚ ਅਹਿਮਦ ਹੀ ਸ਼ਹਿਰ ਦਾ ਪ੍ਰਬੰਧ ਚਲਾਉਂਦਾ ਸੀ। ਦੋਵਾਂ ਵਿਦਰੋਹੀਆਂ ਨੇ ਆਪਣੀ ਸਾਜ਼ਿਸ਼ ਬਾਰੇ ਨਾ ਕੇਵਲ ਸ਼ਹਿਰ ਦੇ ਹੋਰ ਕਈ ਪਤਵੰਤਿਆਂ ਦੀ ਬਲਕਿ ਲਾਗੇ ਤਾਗੇ ਦੇ ਹੋਰ ਸ਼ਹਿਰਾਂ ਦੀ ਹਮਾਇਤ ਹਾਸਲ ਕਰ ਲਈ। ਸਾਰੇ ਬਾਗੀਆਂ ਨੂੰ ਇਹ ਹਦਾਇਤ ਦਿੱਤੀ ਗਈ ਕਿ ਜਦ ਸ਼ਹਿਰ ਦੀ ਸਭ ਤੋਂ ਉੱਚੀ ਥਾਂ ਰਾਤ ਸਮੇਂ ਉਹ ਅੱਗ ਦੀਆਂ ਲਾਟਾਂ ਵੇਖਣ ਤਾਂ ਹਰ ਇੱਕ ਬਾਗੀ ਸ਼ਹਿਰ ਦੇ ਉਹਨਾਂ ਸਭ ਬੰਦਿਆਂ ਨੂੰ ਜਾਨੋਂ ਮਾਰ ਦੇਣ ਜਿਨ੍ਹਾਂ ਨੇ ਦਾੜੀ ਰੱਖੀ ਹੋਵੇ। ਕੈਥੇ ਦੇ ਰਹਿਣ ਵਾਲੇ ਸਭ ਅਣਦਾੜੀਏ ਹੁੰਦੇ ਸਨ, ਪਰ ਤਾਤਾਰੀ, ਸਰਾਸੀਨ ਜਾਂ ਈਸਾਈ ਆਦਿ ਵਰਗੇ ਸਭ ਵਿਦੇਸ਼ੀ ਦਾੜੀਆਂ ਰੱਖਦੇ ਸਨ। ਕੈਬੇ ਦੇ ਲੋਕ ਖਾਂ ਦਾ ਰਾਜ ਇਸ ਲਈ ਪਸੰਦ ਨਹੀਂ ਸਨ ਕਰਦੇ ਕਿਉਂਕਿ ਉਹਨੇ ਰਾਜ ਪ੍ਰਬੰਧ ਵਿਦੇਸ਼ੀਆਂ ਦੇ ਹੱਥ ਦਿੱਤਾ ਹੋਇਆ ਸੀ। ਲੋਕਾਂ ਨੇ ਰਾਜ ਪ੍ਰਬੰਧ ਇਹਨਾਂ ਵਿਦੇਸ਼ੀਆਂ ਜਿਨ੍ਹਾਂ ਦਾ ਮੋਢੀ ਅਹਿਮਦ ਸੀ ਦੇ ਹੱਥੋਂ ਖੋਹਣ ਲਈ ਬਗਾਵਤ ਕੀਤੀ ਸੀ। ਨਿਯਤ ਕੀਤੇ ਦਿਨ ਰਾਤ ਵੇਲੇ ਵਾਨਹੂ ਅਤੇ ਚਾਈਨਹੂ ਮਹਲ ਵਿੱਚ ਗਏ ਤੇ ਉਹਨਾਂ ਨੇ ਅਹਿਮਦ ਵੱਲ ਖਬਰ ਭੇਜੀ ਕਿ ਖਾਂ ਦਾ ਲੜਕਾ ਚੰਗੇਜ਼ ਦੌਰੇ ਤੋਂ ਮੁੜ ਆਇਆ ਹੈ ਤੇ ਉਹਨੇ ਹੁਕਮ ਦਿੱਤਾ ਹੈ ਕਿ ਅਹਿਮਦ ਫੌਰਨ ਮਹਲ ਵਿੱਚ ਹਾਜ਼ਰ ਹੋਵੇ। ਉਹ ਇਸ ਖਬਰ ਤੇ ਹੈਰਾਨ ਤਾਂ ਹੋਇਆ ਪਰ ਦਬਾ-ਦਬ ਤਿਆਰ ਹੋ ਕੇ ਮਹਲ ਵੱਲ ਤੁਰ ਪਿਆ। ਰਾਹ ਵਿੱਚ ਉਹਨੂੰ ਇੱਕ ਹੋਰ 12 ਹਜ਼ਾਰੀ ਤਾਤਾਰੀ ਸਰਦਾਰ ਚੁਗਤਾਈ ਮਿਲਿਆ ਜਿਹਨੇ ਅਹਿਮਦ ਤੋਂ ਉਹਦੀ ਇਸ ਭਾਜੜ ਦਾ ਕਾਰਨ ਪੁੱਛਿਆ। ਅਹਿਮਦ ਨੇ ਦੱਸਿਆ ਉਹ ਸ਼ਹਿਜ਼ਾਦੇ ਚੰਗੇਜ਼ ਵੱਲ ਜੋ ਹੁਣੇ-ਹੁਣੇ ਦੌਰੇ ਤੋਂ ਵਾਪਸ ਆਇਆ ਹੈ ਜਾ ਰਿਹਾ ਹੈ। ਚੁਗਤਾਈ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ ਹੈ? ਮੈਂ ਸ਼ਹਿਰ ਵਿੱਚ ਗਸ਼ਤ ਕਰ ਰਿਹਾ ਹੋਵਾਂ ਤੇ ਮੈਨੂੰ ਇਸ ਗੱਲ ਦਾ ਪਤਾ ਹੀ ਨਾ ਹੋਵੇ। ਉਹ ਆਪਣੀ ਗਾਰਦ ਦਾ ਇੱਕ ਦਸਤਾ ਲੈ ਕੇ ਅਹਿਮਦ ਦੇ ਮਗਰ ਤੁਰ ਪਿਆ। ਜਿਵੇਂ ਹੀ ਅਹਿਮਦ ਮਹੱਲ ਅੰਦਰ ਗਿਆ ਤਾਂ ਉਹਨੇ ਭੁਲੇਖੇ ਨਾਲ ਵਾਨਹੂ ਨੂੰ ਚੰਗੇਜ਼ ਖਾਂ ਸਮਝ ਕੇ ਉਹਦੇ ਸਾਹਮਣੇ ਝੁਕ ਕੇ ਪ੍ਰਣਾਮ ਕੀਤਾ। ਚਾਈਨਹੂ ਨੇ ਜੋ ਲਾਗੇ ਹੀ ਤਲਵਾਰ ਲੈ ਕੇ ਖੜਾ ਸੀ ਅਹਿਮਦ ਦਾ ਸਿਰ ਲਾ ਦਿੱਤਾ। ਜਦੋਂ ਚੁਗਤਾਈ ਨੇ ਮਹਲ ਜੋ ਕਿ ਬਾਹਰਲੇ ਬੂਹੇ ਲੱਗੇ ਖੜਾ ਸੀ ਇਹ ਘਟਨਾ ਵੇਖੀ ਤਾਂ ਉਹਨੇ ਰੌਲਾ ਪਾ ਦਿੱਤਾ, ਪਕੜ ਲਓ ਬਾਗੀਆਂ ਨੂੰ, ਪਕੜ ਲਓ। ਤੇ ਉਹਨੇ ਆਪਣੇ ਤੀਰ ਨਾਲ ਵਾਨਹੂ ਨੂੰ ਉੱਥੇ ਹੀ ਵਿੰਨ ਦਿੱਤਾ ਤੇ ਚਾਈਨਹੂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਸਾਰੇ ਸ਼ਹਿਰ ਵਿੱਚ ਢੰਡੋਰਾ ਪਟਵਾ ਦਿੱਤਾ। ਜੇ ਕੋਈ ਸ਼ਹਿਰ ਨਿਵਾਸੀ ਘਰੋਂ ਬਾਹਰ ਵੇਖਿਆ ਗਿਆ ਤਾਂ ਉਹ ਉਸੇ ਵੇਲੇ ਜਾਨੋਂ ਮਾਰ ਦਿੱਤਾ ਜਾਵੇਗਾ।
ਜਦ ਕੈਥੇ ਦੇ ਨਿਵਾਸੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਸਾਜ਼ਿਸ਼ ਬਾਰੇ ਤਾਤਾਰੀ ਹੁਕਮਰਾਨਾਂ ਨੂੰ ਪਤਾ ਲੱਗ ਗਿਆ ਹੈ ਤਾਂ ਉਹਨਾਂ ਨੇ 2 ਸਿਰਕਰਦਾ ਲੀਡਰ ਮਾਰੇ ਜਾਂ ਪਕੜੇ ਗਏ ਹਨ ਤਾਂ ਉਹ ਉਹਨਾਂ ਲਾਗਲੇ ਸ਼ਹਿਰਾਂ ਵਿੱਚ ਕੋਈ ਖਬਰ ਨਾ ਭੇਜ ਸਕੇ ਤੇ ਬਗਾਵਤ ਅਸਫਲ ਹੋ ਗਈ। ਇਤਨੇ ਨੂੰ ਚੁਗਤਾਈ ਨੇ ਖਾਂ ਨੂੰ ਸਾਜ਼ਿਸ਼ ਦੀ ਖਬਰ ਭੇਜ ਦਿੱਤੀ। ਖਾਂ ਨੇ ਹੁਕਮ ਭੇਜਿਆ ਤੇ ਪੂਰੀ ਛਾਣਬੀਨ ਕਰਨ ਪਿੱਛੋਂ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਏ। ਚੁਗਤਾਈ ਨੇ ਹੁਕਮ ਅਨੁਸਾਰ ਨਾ ਕੇਵਲ ਕੈਥੇ ਦੇ ਲੋਕ ਬਲਕਿ ਬਾਕੀ ਸਾਰੇ ਸ਼ਹਿਰਾਂ ਦੇ ਬਾਗੀਆਂ ਨੂੰ ਪਕੜ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਦਿਨਾਂ ਪਿੱਛੋਂ ਜਦ ਖਾਂ ਖਾਨ ਬਲੀਕ ਵੱਲ ਵਾਪਸ ਆਇਆ ਤਾਂ ਉਹਨੇ ਇਸ ਬਗਾਵਤ ਦਾ ਕਾਰਨ ਪਤਾ ਕੀਤਾ। ਜਦ ਉਹਨੂੰ ਅਹਿਮਦ ਦੇ ਅਤਿਆਚਾਰਾਂ ਬਾਰੇ ਪਤਾ ਲੱਗਾ ਤਾਂ ਉਹਨੇ ਅਹਿਮਦ ਦੀ ਸਾਰੀ ਜਾਇਦਾਦ ਜੋ ਖਾਂ ਦੀ ਆਪਣੀ ਦੌਲਤ ਕੋਲੋਂ ਵੀ ਕਈ ਗੁਣਾ ਜ਼ਿਆਦਾ ਨਿਕਲੀ ਜ਼ਬਤ ਕਰ ਲਈ। ਫਿਰ ਖਾਂ ਨੇ ਹੋਰਨਾਂ ਨੂੰ ਖਬਰਦਾਰ ਕਰਨ ਲਈ ਅਹਿਮਦ ਦੀ ਲੋਥ ਕਬਰ ਵਿੱਚੋਂ ਕਢਵਾ ਕੇ ਕੁੱਤਿਆਂ ਕੋਲੋਂ ਪੜਵਾਈ। ਅਹਿਮਦ ਦੇ ਉਹਨਾਂ ਲੜਕੀਆਂ ਦੀ ਜਿਨ੍ਹਾਂ ਨੇ ਅਤਿਆਚਾਰ ਕੀਤੇ ਸਨ ਚਮੜੀ ਉਧੇੜ ਦੇਣ ਦਾ ਹੁਕਮ ਦਿੱਤਾ। ਖਾਨ ਬਲੀਕ ਤੋਂ 60 ਦਿਨਾਂ ਦੇ ਸਫ਼ਰ ਜਿੰਨੀ ਦੂਰੀ ਤੱਕ ਸਾਰਿਆਂ ਸੂਬਿਆਂ ਨੂੰ ਹੁਕਮ ਹੋ ਜਾਂਦਾ ਹੈ ਕਿ ਉਹ ਆਪਣਾ ਸਾਰਾ ਸਮਾਂ ਜੰਗਲੀ ਸੂਰਾਂ, ਹਿਰਨਾਂ, ਬਾਰਾਂਸਿੰਗਾਂ, ਰਿੱਛਾਂ ਆਦਿ ਦਾ ਸ਼ਿਕਾਰ ਕਰਨ ਵਿੱਚ ਲਾਉਣ। ਇਹ ਸਾਰੇ ਸੂਬੇਦਾਰ ਇਹ ਸ਼ਿਕਾਰ ਮਾਰ ਕੇ ਖਾਂ ਵੱਲ ਘੱਲ ਦਿੰਦੇ ਹਨ। ਖਾਂ ਦੇ ਆਪਣੇ ਪਾਸ ਚੀਤੇ ਤੇ ਬੱਬਰ ਸ਼ੇਰ ਹਨ ਜਿਨ੍ਹਾਂ ਨੂੰ ਸੂਰ, ਜੰਗਲੀ ਬਲਦ, ਰਿੱਛ, ਜੰਗਲੀ ਖੋਤੇ ਅਤੇ ਹਿਰਨ ਦਾ ਸ਼ਿਕਾਰ ਮਾਰਨ ਵਿੱਚ ਖਾਸੀ ਮੁਹਾਰਤ ਹੈ। ਬੱਬਰ ਸ਼ੇਰਾਂ ਨੂੰ ਸ਼ਿਕਾਰ ਕਰਦੇ ਵੇਖਣਾ ਇੱਕ ਸ਼ਾਨਦਾਰ ਤੇ ਸਦਾ ਯਾਦ ਰੱਖਣ ਵਾਲਾ ਦ੍ਰਿਸ਼ ਹੈ। ਸ਼ੇਰਾਂ ਨੂੰ ਸ਼ਿਕਾਰ ਤੇ ਜਾਣ ਸਮੇਂ ਬੰਦ ਪਿੰਜਰਿਆਂ ਵਿੱਚ ਲਿਜਾਇਆ ਜਾਂਦਾ ਹੈ। ਸ਼ੇਰਾਂ ਨੂੰ ਹਮੇਸ਼ਾ ਉਸ ਵੇਲੇ ਸ਼ਿਕਾਰ ਪਿੱਛੇ ਛੱਡਣਾ ਚਾਹੀਦਾ ਹੈ ਜਦ ਹਵਾ ਵਿਰੋਧੀ ਦਿਸ਼ਾ ਵਿੱਚ ਚੱਲ ਰਹੀ ਹੋਵੇ, ਨਹੀਂ ਤਾਂ ਜਾਨਵਰਾਂ ਨੂੰ ਉਹਨਾਂ ਦੀ ਭਿਣਕ ਪੈ ਜਾਂਦੀ ਹੈ ਤੇ ਉਹ ਕਾਬੂ ਵਿੱਚ ਨਹੀਂ ਆਉਂਦੇ। ਖਾਂ ਨੇ ਸ਼ਿਕਾਰ ਲਈ ਅਨੇਕਾਂ ਸ਼ਾਹਬਾਜ਼ ਵੀ ਪਾਲੇ ਹੋਏ ਹਨ। ਖਾਂ ਨੇ 2 ਅਫਸਰ ਆਪਣੇ ਸ਼ਿਕਾਰੀ ਕੁੱਤਿਆਂ ਦੀ ਦੇਖਭਾਲ ਲਈ ਰੱਖੇ ਹੋਏ ਹਨ। ਉਹਨਾਂ ਦੋਹਾਂ ਪਾਸ 10,000 ਨੌਕਰ ਹਨ। ਜਦੋਂ ਖਾਂ ਸ਼ਿਕਾਰ ਤੇ ਜਾਂਦਾ ਹੈ ਤਾਂ ਇੱਕ ਅਫਸਰ ਆਪਣੇ 24,000 ਨੌਕਰਾਂ ਅਤੇ 5,000 ਕੁੱਤਿਆਂ ਸਮੇਤ ਇੱਕ ਪਾਸੇ ਤੇ ਦੂਜਾ ਅਫਸਰ ਦੂਜੇ ਪਾਸੇ ਇੱਕ ਦਿਨ ਦੇ ਸਫ਼ਰ ਪਿੱਛੇ ਜਿੰਨੇ ਫਾਸਲੇ ਦੀ ਦੂਰੀ ਤੇ ਹੁੰਦਾ ਹੈ। ਇਹਨਾਂ ਦੋਵਾਂ ਦਾ ਖਾਂ ਨਾਲ ਠੇਕਾ ਹੈ ਕਿ ਉਹ ਹਰ ਰੋਜ਼ ਖਾਂ ਲਈ 1,000 ਜਾਨਵਰ ਮਾਰ ਕੇ ਲਿਆਉਣ। ਖਾਂ ਦੀ ਠਹਿਰਨ ਵਾਲੀ ਥਾਂ ਤੋਂ 20 ਦਿਨ ਤੱਕ ਸਫ਼ਰ ਦੇ ਫਾਸਲੇ ਵਿੱਚ ਵੀ ਕਿਸ ਆਦਮੀ ਨੂੰ ਬਾਜ਼ ਜਾਂ ਸ਼ਿਕਾਰੀ ਕੁੱਤਾ ਰੱਖਣ ਦਾ ਹੁਕਮ ਨਹੀਂ। ਹਰ ਸਾਲ ਵਿੱਚ ਕਈ ਵਾਰ ਸਾਰੇ ਰਾਜ ਵਿੱਚ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਜਿਸ ਕਿਸੇ ਪਾਸ ਸੋਨਾ, ਚਾਂਦੀ, ਹੀਰੇ, ਲਾਲ ਜਾਂ ਸੁੱਚੇ ਮੋਤੀ ਹੋਣ ਉਹ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਵੇ। ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਸਮੇਂ ਇਹਨਾਂ ਦਾ ਮੁੱਲ ਕਾਗਜ਼ ਦੇ ਨੋਟਾਂ ਵਿੱਚ ਤਾਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਖਾਂ ਆਪਣੇ ਰਾਜ ਦੀ ਸਾਰੀ ਦੌਲਤ ਦਾ ਮਾਲਕ ਬਣ ਜਾਂਦਾ ਹੈ। ਜਦ ਇਹ ਨੋਟ ਘਸ ਜਾਂ ਫਟ ਜਾਣ ਤਾਂ ਖਜ਼ਾਨੇ ਵਿੱਚ ਜਾ ਕੇ ਉਹਨਾਂ ਨੂੰ ਨਵੇਂ ਨੋਟਾਂ ਵਿੱਚ ਬਦਲਾਇਆ ਜਾ ਸਕਦਾ ਹੈ, ਪਰ ਇਸ ਸਮੇਂ ਉਹਨਾਂ ਦੀ ਕੀਮਤ ਦਾ 3% ਸੈਂਕੜਾ ਕਾਟ ਲਈ ਜਾਂਦੀ ਹੈ। ਖਾਨ ਬਲੀਕ ਤੋਂ ਦੇਸ਼ ਦੇ ਹਰ ਪਾਸੇ ਵੱਲ ਨੂੰ ਸੜਕਾਂ ਨਿਕਲਦੀਆਂ ਹਨ। ਹਰ ਇੱਕ ਸੜਕ ਦਾ ਨਾਂ ਉਸ ਸੂਬੇ ਦੇ ਨਾਂ ਤੇ ਰੱਖਿਆ ਹੋਇਆ ਹੈ ਜਿਸ ਵੱਲ ਉਹ ਜਾ ਰਹੀ ਹੋਵੇ। ਡਾਕ ਜਾਂ ਖਬਰਾਂ ਲਿਆਉਣ ਤੇ ਲੈ ਜਾਣ ਦਾ ਢੰਗ ਬੜਾ ਅਨੋਖਾ ਹੈ। ਸਰਕਾਰ ਦਾ ਇੱਕ ਮਹਿਕਮਾ ਇਸ ਗੱਲ ਤੇ ਕੜੀ ਨਿਗਰਾਨੀ ਰੱਖਦਾ ਸੀ ਕਿ ਹਰ ਵਿਅਕਤੀ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰੇ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੇ। ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਜੂਆ ਖੇਡਣ ਦੀ ਸਖਤ ਮਨਾਹੀ ਸੀ। ਲੋਕਾਂ ਤੋਂ ਜੂਏ ਦੀ ਆਦਤ ਹਟਾਉਣ ਲਈ ਖਾਂ ਇਹ ਗੱਲ ਕਹਿੰਦਾ ਸੀ, ਮੈਂ ਤੁਹਾਨੂੰ ਤਾਕਤ ਨਾਲ ਜਿੱਤਿਆ ਹੈ, ਇਸ ਲਈ ਤੁਹਾਡੀ ਸਾਰੀ ਜਾਇਦਾਦ ਦਾ ਮਾਲਕ ਮੈਂ ਹਾਂ। ਜਦ ਤੁਸੀਂ ਜੂਆ ਖੇਡਦੇ ਹੋ ਤਾਂ ਤੁਸੀਂ ਮੇਰੀ ਜਾਇਦਾਦ ਜ਼ਾਇਆ ਕਰ ਰਹੇ ਹੁੰਦੇ ਹੋ। ਜਦ ਕਦੀ ਖਾਂ ਦੇ ਅਫਸਰ ਉਹਦੇ ਸੱਦੇ ਤੇ ਜਾਂ ਆਪਣੀ ਮਰਜ਼ੀ ਨਾਲ ਖਾਂ ਦੀ ਮੁਲਾਕਾਤ ਕਰਨ ਆਉਂਦੇ ਹਨ ਤਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਖਾਂ ਦੇ ਠਹਿਰਨ ਦੇ ਅੱਧ ਮੀਲ ਦੂਰ ਤੱਕ ਕਿਸੇ ਕਿਸਮ ਦਾ ਰੌਲਾ ਨਾ ਪਵੇ ਤੇ ਨਾ ਹੀ ਕਿਸੇ ਲੜਾਈ ਝਗੜੇ ਦੀ ਆਵਾਜ਼ ਆਏ। ਹਰ ਇੱਕ ਸਰਦਾਰ ਨੂੰ ਆਪਣੇ ਨਾਲ ਇੱਕ ਸੁਨਹਿਰੀ ਥੁੱਕਦਾਨ ਰੱਖਣਾ ਪੈਂਦਾ ਹੈ ਤਾਂ ਜੋ ਉਹ ਖਾਂ ਦੀ ਹਜ਼ੂਰੀ ਵਿੱਚ ਥੁੱਕ ਕੇ ਫਰਸ਼ ਗੰਦਾ ਨਾ ਕਰੇ। ਹਰ ਇੱਕ ਸਰਦਾਰ ਨੂੰ ਚਿੱਟੇ ਚਮੜੇ ਦੀਆਂ ਜੁੱਤੀਆਂ ਦਾ ਇੱਕ ਸੁੰਦਰ ਜੋੜਾ ਆਪਣੇ ਨਾਲ ਲਿਆਉਣਾ ਪੈਂਦਾ ਹੈ ਤਾਂ ਜੋ ਖਾਂ ਦੀ ਹਜ਼ੂਰੀ ਵਿੱਚ ਆਉਣ ਸਮੇਂ ਉਹ ਨਵਾਂ ਜੋੜਾ ਪਾ ਕੇ ਅੰਦਰ ਆਉਣ ਤੇ ਇਸ ਤਰ੍ਹਾਂ ਕੀਮ ਖਾਬ ਦੀਆਂ ਬਣੀਆਂ ਹੋਈਆਂ ਦਰੀਆਂ ਤੇ ਗਲੀਚੇ ਖਰਾਬ ਨਾ ਹੋਣ। ਖਾਨ ਬਲੀਕ ਤੋਂ 2 ਦਿਨ ਦੇ ਸਫ਼ਰ ਜਿੰਨੇ ਫਾਸਲੇ ਤੇ ਪਿੰਗਚਾ ਗੋਫੂ ਲਾਗੇ ਕੈਚੂ ਨਾਂ ਦਾ ਇੱਕ ਕਿਲਾ ਹੈ। ਇਹ ਇੱਕ ਬਾਦਸ਼ਾਹ ਨੇ ਬਣਾਇਆ ਸੀ ਜਿਸ ਨੂੰ ਸੁਨਹਿਰੀ ਬਾਦਸ਼ਾਹ ਕਹਿੰਦੇ ਸਨ। ਇਹ ਬੜਾ ਸ਼ਕਤੀਸ਼ਾਲੀ ਤਰੋਬ ਵਾਲਾ ਬਾਦਸ਼ਾਹ ਸੀ। ਸੁਨਹਿਰੀ ਬਾਦਸ਼ਾਹ ਇੱਕ ਹੋਰ ਬਾਦਸ਼ਾਹ ਊਂਗ ਖਾਂ ਦਾ ਬਾਜ਼ਗੁਜ਼ਾਰ ਸਰਦਾਰ ਸੀ, ਪਰ ਉਹਨੇ ਊਂਗ ਖਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਸੀ। ਊਂਗ ਖਾਂ ਦੇ 7 ਸਰਦਾਰਾਂ ਨੇ ਉਹਨੂੰ ਯਕੀਨ ਦਿਵਾਇਆ ਕਿ ਉਹ ਸੁਨਹਿਰੀ ਬਾਦਸ਼ਾਹ ਨੂੰ ਕੈਦ ਕਰਕੇ ਉਹਦੀ ਹਜ਼ੂਰੀ ਵਿੱਚ ਲੈ ਆਉਣਗੇ। ਇਹਨਾਂ 7 ਸਰਦਾਰਾਂ ਨੇ ਭੇਸ ਵਟਾ ਕੇ ਸੁਨਹਿਰੀ ਬਾਦਸ਼ਾਹ ਦੀ ਜਾ ਨੌਕਰੀ ਕੀਤੀ। 2 ਸਾਲਾਂ ਦੇ ਵਿੱਚ ਉਹਨਾਂ ਨੇ ਬਾਦਸ਼ਾਹ ਤੇ ਆਪਣਾ ਇਤਬਾਰ ਜਮਾ ਲਿਆ ਤੇ ਬਾਦਸ਼ਾਹ ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਣ ਲੱਗ ਪਿਆ। ਜਦ ਵੀ ਉਹ ਸ਼ਿਕਾਰ ਤੇ ਜਾਂਦਾ ਸੀ ਇਹਨਾਂ ਨੂੰ ਆਪਣੇ ਨਾਲ ਹੀ ਲੈ ਜਾਂਦਾ ਸੀ। ਇੱਕ ਦਿਨ
ਸੁਨਹਿਰੀ ਬਾਦਸ਼ਾਹ ਸ਼ਿਕਾਰ ਖੇਡਦਾ ਖੇਡਦਾ ਇੱਕ ਪਾਸੇ ਨਿਕਲ ਗਿਆ। ਉਹਦੇ ਨਾਲ ਕੇਵਲ ਇਹ 7 ਜਣੇ ਹੀ ਰਹਿ ਗਏ। ਜਦੋਂ ਮਹਲ ਤੋਂ ਕੋਈ 3 ਮੀਲ ਦੀ ਇੱਕ ਦਰਿਆ ਦੇ ਪਾਰ ਪਹੁੰਚੇ, ਉਹਨਾਂ 7 ਤੇ ਆਪਣੀਆਂ ਤਲਵਾਰਾਂ ਤੂਲ ਲਈਆਂ ਤੇ ਬਾਦਸ਼ਾਹ ਨੂੰ ਕਿਹਾ, ਜਾਂ ਤਾਂ ਉਹ ਸਿੱਧੇ ਮੂੰਹ ਉਹਨਾਂ ਨਾਲ ਤੁਰ ਪਵੇ, ਨਹੀਂ ਤਾਂ ਉਹਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਸੁਨਹਿਰੀ ਬਾਦਸ਼ਾਹ ਨੇ ਹੈਰਾਨ ਹੋ ਕੇ ਕਿਹਾ, ਮੈਂ ਤੁਹਾਡੀ ਗੱਲ ਨਹੀਂ ਸਮਝਿਆ, ਤੁਸੀਂ ਮੈਨੂੰ ਕਿੱਧਰ ਲੈ ਜਾਣਾ ਚਾਹੁੰਦੇ ਹੋ? ਉਹਨਾਂ ਨੇ ਉੱਤਰ ਦਿੱਤਾ, ਤੇਰੇ ਮਾਲਕ ਊਂਗ ਖਾਂ ਪਾਸ। ਇਹ ਸੁਣ ਕੇ ਸੁਨਹਿਰੀ ਬਾਦਸ਼ਾਹ ਨੂੰ ਬੜਾ ਦੁੱਖ ਹੋਇਆ ਤੇ ਉਹਨੇ 7 ਸਰਦਾਰਾਂ ਨੂੰ ਕਿਹਾ, ਮੇਰੇ ਤੇ ਤਰਸ ਕਰੋ, ਮੈਂ ਤੁਹਾਨੂੰ ਆਪਣੇ ਦਰਬਾਰ ਵਿੱਚ ਨੌਕਰੀ ਦਿੱਤੀ, ਤੁਹਾਡੇ ਤੇ ਇਤਬਾਰ ਕੀਤਾ, ਤੁਸੀਂ ਇਸ ਦਾ ਬਦਲਾ ਇਹ ਦੇ ਰਹੇ ਹੋ ਕਿ ਮੈਨੂੰ ਮੇਰੇ ਦੁਸ਼ਮਣ ਦੇ ਹਵਾਲੇ ਕਰ ਰਹੇ ਹੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਕੀ ਤੁਹਾਡੀ ਆਤਮਾ ਤੁਹਾਨੂੰ ਲਾਨਤ ਨਹੀਂ ਪਾਵੇਗੀ? ਜਦੋਂ ਊਂਗ ਖਾਂ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹਨੇ ਲਾਲ ਬਾਦਸ਼ਾਹ ਨੂੰ ਸਜ਼ਾ ਵਜੋਂ ਆਪਣੇ ਪਸ਼ੂ ਚਰਾਉਣ ਤੇ ਲਾ ਦਿੱਤਾ। 2 ਸਾਲ ਪਿੱਛੋਂ ਊਂਗ ਖਾਂ ਨੇ ਲਾਲ ਬਾਦਸ਼ਾਹ ਨੂੰ ਆਪਣੇ ਪਾਸ ਬੁਲਾਇਆ ਤੇ ਸ਼ਾਹੀ ਠਾਠ ਬਾਠ ਵਾਲੇ ਕੱਪੜੇ ਪਹਿਨਾਉਣ ਪਿੱਛੋਂ ਉਸਨੂੰ ਪੁੱਛਿਆ, ਹੁਣ ਤੂੰ ਜ਼ਰੂਰ ਮਹਿਸੂਸ ਕਰਦਾ ਹੋਵੇਗਾ ਕਿ ਮੇਰੇ ਵਿਰੁੱਧ ਗੱਦਾਰੀ ਕਰਨੀ ਪੁੱਗਦੀ ਨਹੀਂ। ਸੁਨਹਿਰੀ ਬਾਦਸ਼ਾਹ ਨੇ ਉੱਤਰ ਦਿੱਤਾ, ਹਾਂ ਹਜ਼ੂਰ, ਤੁਹਾਡੇ ਵਿਰੁੱਧ ਬਗਾਵਤ ਕਰਕੇ ਕਿਸੇ ਨੇ ਜਾਣਾ ਕਿੱਥੇ ਹੈ? ਊਂਗ ਖਾਂ ਨੇ ਫਿਰ ਕਿਹਾ, ਕਿਉਂਕਿ ਤੂੰ ਆਪਣੀ ਗਲਤੀ ਤੇ ਪਛਤਾਵਾ ਕਰਦਾ ਹੈ, ਇਸ ਲਈ ਤੈਨੂੰ ਮੁਆਫ ਕੀਤਾ ਜਾਂਦਾ ਹੈ। ਇਸ ਪਿੱਛੋਂ ਊਂਗ ਖਾਂ ਨੇ ਲਾਲ ਬਾਦਸ਼ਾਹ ਨੂੰ ਪੂਰੀ ਸ਼ਾਨ ਸ਼ੌਕਤ ਨਾਲ ਆਪਣੇ ਦੇਸ਼ ਵਿੱਚ ਜਾਣ ਦੀ ਆਗਿਆ ਦੇ ਦਿੱਤੀ। ਉਸ ਦਿਨ ਤੋਂ ਲਾਲ ਬਾਦਸ਼ਾਹ ਊਂਗ ਖਾਂ ਦੀ ਵਫਾਦਾਰੀ ਦਾ ਦਮ ਭਰਦਾ ਰਿਹਾ। ਸਫ਼ਰ ਕਰਦੇ ਕਰਦੇ ਅਸੀਂ ਕਾਰਾ ਜੰਗ ਦੇ ਸ਼ਹਿਰ ਵਿੱਚ ਪਹੁੰਚੇ। ਇੱਥੇ ਕੁਬਲਈ ਖਾਂ ਦਾ ਪੁੱਤਰ ਹੁੱਕਾ ਜੀ ਰਾਜ ਕਰਦਾ ਹੈ। ਇੱਥੇ ਲੈਣ ਦੇਣ ਕਰਨ ਲਈ ਕੌਡੀਆਂ ਵਰਤੀਆਂ ਜਾਂਦੀਆਂ ਹਨ ਜੋ ਭਾਰਤ ਤੋਂ ਆਉਂਦੀਆਂ ਹਨ। ਇੱਥੇ ਦਰਿਆ ਦੀ ਰੇਤ ਵਿੱਚੋਂ ਸੋਨਾ ਕੱਢਿਆ ਜਾਂਦਾ ਹੈ। ਇੱਥੇ ਬੜੇ ਮਗਰਮੱਛ ਹੁੰਦੇ ਹਨ। ਇਹ ਦਿਨ ਵੇਲੇ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ, ਰਾਤ ਵੇਲੇ ਜਦ ਕੁਝ ਠੰਡ ਹੋ ਜਾਂਦੀ ਹੈ ਤਾਂ ਇਹ ਬਾਹਰ ਨਿਕਲਦੇ ਹਨ ਤੇ ਜੋ ਵੀ ਜਾਨਵਰ ਸਾਹਮਣੇ ਆਏ ਉਹਨੂੰ ਨਿਗਲ ਲੈਂਦੇ ਹਨ। ਸ਼ਿਕਾਰੀ ਇਹਨਾਂ ਦੇ ਦਰਿਆ ਵੱਲ ਆਉਣ ਜਾਣ ਵਾਲੇ ਰਸਤੇ ਤੇ ਤਿੱਖੇ ਮੂੰਹ ਵਾਲੇ ਕਿੱਲੇ ਗੱਡ ਦਿੰਦੇ ਹਨ, ਜਿਨ੍ਹਾਂ ਦਾ ਮੂੰਹ ਰੇਤ ਵਿੱਚ ਹੀ ਲੁਕਿਆ ਰਹਿੰਦਾ ਹੈ। ਜਦ ਮਗਰਮੱਛ ਉਹਨਾਂ ਉੱਪਰੋਂ ਲੰਘਦੇ ਹਨ ਤਾਂ ਉਹਨਾਂ ਕਿੱਲਿਆਂ ਦੇ ਤਿੱਖੇ ਮੂੰਹ ਉਹਨਾਂ ਦੇ ਪੇਟ ਵਿੱਚ ਖੁੱਭ ਜਾਂਦੇ ਹਨ ਤੇ ਉਹ ਉੱਥੇ ਹੀ ਮਰ ਜਾਂਦੇ ਹਨ। ਗਿੱਧਾਂ ਅਤੇ ਇੱਲਾਂ ਦੇ ਲਾਗੇ ਆ ਕੇ ਰੋਲਾ ਪਾਉਣ ਨਾਲ ਸ਼ਿਕਾਰੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਮਗਰਮੱਛ ਮਾਰਿਆ ਗਿਆ ਹੈ। ਸ਼ਿਕਾਰੀ ਮਗਰਮੱਛ ਦਾ ਪਿੱਤਾ ਕੱਢ ਕੇ ਬੜੀ ਕੀਮਤ ਤੇ ਵੇਚਦੇ ਹਨ। ਇਸ ਦੇ ਦਵਾਈ ਦੇ ਤੌਰ ਤੇ ਵਰਤਣ ਨਾਲ ਹਲਕਾ ਦੂਰ ਹੋ ਜਾਂਦਾ ਹੈ, ਫੋੜਾ, ਫਿੰਸੀ ਤੇ ਹੋਰ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਇਹਦਾ ਮਾਸ ਵੀ ਬੜਾ ਸਵਾਦ ਹੁੰਦਾ ਹੈ ਤੇ ਬਹੁਤ ਮਹਿੰਗਾ ਮਿਲਦਾ ਹੈ। ਕਾਰਾ ਜੰਗ, ਵੋਚਾਨ ਤੇ ਯਾਚੀ ਦੇ ਸੂਬਿਆਂ ਵਿੱਚ ਕੋਈ ਡਾਕਟਰ ਜਾਂ ਹਕੀਮ ਨਹੀਂ ਹੁੰਦਾ। ਜਦੋਂ ਘਰ ਕੋਈ ਜਣਾ ਬਿਮਾਰ ਪੈ ਜਾਂਦਾ ਹੈ ਤਾਂ ਕੀਲਣ ਵਾਲੇ ਤੇ ਉਹਦੇ ਸਾਥੀਆਂ ਨੂੰ ਬੁਲਾਇਆ ਜਾਂਦਾ ਹੈ। ਉਹ ਮਰੀਜ਼ ਸਾਹਮਣੇ ਆਪਣੇ ਸਾਜ਼ ਵਜਾਉਣ ਲੱਗ ਜਾਂਦੇ ਹਨ ਤੇ ਖੂਬ ਨੱਚਦੇ ਟੱਪਦੇ ਹਨ। ਆਖਰ ਕੀਲਣ ਵਾਲਾ ਮੂਰਛਾ ਖਾ ਕੇ ਥੱਲੇ ਡਿੱਗ ਪੈਂਦਾ ਹੈ। ਉਹਦੇ ਮੂੰਹੋਂ ਝੱਗ ਨਿਕਲਣ ਲੱਗ ਪੈਂਦੀ ਹੈ। ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਸ਼ੈਤਾਨ ਉਹਦੇ ਅੰਦਰ ਆ ਜਾਂਦਾ ਹੈ। ਉਹਦੇ ਸਾਥੀ ਉਸ ਤੋਂ ਬਿਮਾਰ ਦੀ ਬਿਮਾਰੀ ਦਾ ਕਾਰਨ ਪੁੱਛਦੇ ਹਨ। ਉਹ ਦੱਸਦਾ ਹੈ ਕਿ ਕਿਸ ਕਾਰਨ ਉਹ ਮਰੀਜ਼ ਨਾਲ ਨਾਰਾਜ਼ ਹੋਇਆ ਹੈ। ਇਸ ਤੇ ਕੀਲਣ ਵਾਲੇ ਦੇ ਸਾਥੀ ਉਹਨੂੰ ਕਹਿੰਦੇ ਹਨ, ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਉਹਨਾਂ ਨੂੰ ਮੁਆਫ ਕਰ ਦੇ ਤੇ ਉਹਦੀ ਜਾਨ ਬਖਸ਼ਣ ਦੇ ਬਦਲੇ ਤੂੰ ਕੀ ਮੰਗਦਾ ਹੈ? ਜੇ ਮਰੀਜ਼ ਨੇ ਨਾ ਬਚਣਾ ਹੋਏ ਤਾਂ ਆਵਾਜ਼ ਆਉਂਦੀ ਹੈ, ਇਹ ਮਰੀਜ਼ ਬੜਾ ਅਪਰਾਧੀ ਹੈ, ਇਹਨੇ ਫਲਾਣੀ ਰੂਹ ਨੂੰ ਇਤਨਾ ਨਾਰਾਜ਼ ਕਰ ਲਿਆ ਹੈ ਕਿ ਇਹਨੂੰ ਮੁਆਫੀ ਨਹੀਂ ਮਿਲ ਸਕਦੀ। ਪਰ ਜੇ ਉਹਨੇ ਬਚਣਾ ਹੋਵੇ ਤਾਂ ਇਹ ਜਵਾਬ ਮਿਲਦਾ ਹੈ, ਮਰੀਜ਼ ਨੇ ਅਪਰਾਧ ਤਾਂ ਬੜਾ ਵੱਡਾ ਕੀਤਾ ਹੈ ਪਰ ਇਹਨੂੰ ਮੁਆਫੀ ਮਿਲ ਜਾਵੇਗੀ। ਜੇ ਬਚਣਾ ਚਾਹੁੰਦਾ ਹੈ ਤਾਂ ਇਹਦੇ ਨਵਿਤ 2 ਦਿਨ ਭੇਡਾਂ ਦੀ ਬਲੀ ਦੇ ਦਿਓ। ਇਹਨਾਂ ਹਦਾਇਤਾਂ ਤੇ ਅਮਲ ਕਰਨ ਪਿੱਛੋਂ ਮਰੀਜ਼ 9/9 ਹੋ ਜਾਂਦਾ ਹੈ। ਕੁਬਲਈ ਖਾਨ ਨਾਲ ਮੁਲਾਕਾਤ। ਪੈਂਡਾ ਕੱਟਦੇ ਅਸੀਂ ਆਖਰ ਚੀਨ ਦੇ ਜਗਤ ਪ੍ਰਸਿੱਧ ਸ਼ਹਿਨਸ਼ਾਹ ਕੁਬਲਈ ਖਾਨ ਦੇ ਦਰਬਾਰ ਵਿੱਚ ਹਾਜ਼ਰ ਹੋਏ। ਦਰਬਾਰ ਸ਼ਾਹੀ ਠਾਠ ਬਾਠ ਦਾ ਇੱਕ ਅਦਭੁਤ ਨਮੂਨਾ ਸੀ, ਜਿਹਨੂੰ ਵੇਖ ਕੇ ਮੈਂ ਦੰਗ ਰਹਿ ਗਿਆ। ਖਾਨ ਸਾਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਮਿਲਿਆ। ਉਹ ਕਹਿਣ ਲੱਗਾ, ਮੈਂ ਆਪਣੇ ਪੁਰਾਣੇ ਮਿੱਤਰ ਨਿਕੋਲੋ ਦੇ ਲੜਕੇ ਮਾਰਕੋ ਪੋਲੋ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਫਿਰ ਉਹਨੇ ਆਪਣੇ ਸੇਵਕਾਂ ਨੂੰ ਸਾਡੇ ਇਸ਼ਨਾਨ ਦਾ ਪ੍ਰਬੰਧ ਕਰਨ ਤੇ ਸਾਡੇ ਲਈ ਖਾਣਾ ਤਿਆਰ ਕਰਨ ਦਾ ਹੁਕਮ ਦੇ ਦਿੱਤਾ। ਸ਼ਾਮ ਨੂੰ ਅਸੀਂ ਤਿਆਰ ਹੋ ਕੇ ਖਾਣਾ ਖਾਣ ਬੈਠੇ। ਜਦ ਅਸੀਂ ਖਾਣਾ ਖਾ ਰਹੇ ਸੀ ਤਾਂ ਇੱਕ ਸੇਵਕ ਭੱਜਾ ਖਾਂ ਦੀ ਹਜ਼ੂਰੀ ਵਿੱਚ ਆਇਆ ਤੇ ਉਹਨੇ ਖਾਂ ਨੂੰ ਝੁੱਕ ਕੇ ਪ੍ਰਣਾਮ ਕਰਨ ਪਿੱਛੋਂ ਇੱਕ ਖੱਤ ਖਾਂ ਦੇ ਹੱਥ ਵਿੱਚ ਫੜਾਇਆ। ਖਾਂ ਨੇ ਖੱਤ ਪੜ੍ਹਨ ਪਿੱਛੋਂ ਕਿਹਾ, ਅੱਛਾ, ਤਾਂ ਇਸ ਵਾਰੀ ਪੱਛਮ ਵੱਲ ਮੇਰੇ ਵੈਰੀ ਫਿਰ ਮੇਰੇ ਵਿਰੁੱਧ ਸਾਜ਼ਿਸ਼ਾਂ ਘੜ ਰਹੇ ਨੇ। ਇਸ ਵਾਰ ਉਹਨਾਂ ਨੇ ਇੱਕ ਬਦਮਾਸ਼ ਨੂੰ ਅਗਾਂਹ ਲਾਇਆ ਹੈ ਜਿਹੜਾ ਆਪਣੇ ਆਪ ਨੂੰ ਪਹਾੜਾਂ ਦਾ ਸਰਦਾਰ ਅਖਵਾਉਂਦਾ ਹੈ। ਮੈਂ ਕੱਲ ਸਵੇਰੇ ਹੀ ਫੌਜਾਂ ਲੈ ਜਾ ਕੇ ਉਹਨੂੰ ਇਸ ਸ਼ਰਾਰਤ ਦਾ ਮਜ਼ਾ ਚਖਾਉਂਦਾ ਹਾਂ। ਮੈਂ ਇਹ ਗੱਲ ਸੁਣ ਕੇ ਖਾਂ ਨੂੰ ਕਿਹਾ, ਇਸ ਬੁੱਢੇ ਨਾਲ ਯੁੱਧ ਕਰਨ ਲਈ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗਾ। ਮੈਂ ਇਸ ਪਹਾੜਾਂ ਦੇ ਸਰਦਾਰ ਨੂੰ ਜਾਣਦਾ ਹਾਂ। ਅਸੀਂ ਥੋੜ੍ਹਾ ਹੀ ਸਮਾਂ ਹੋਇਆ ਹੈ ਉਹਦੇ ਹੱਥ ਕੰਡਿਆਂ 'ਚੋਂ ਬਚ ਕੇ ਆਏ ਹਾਂ। ਉਹ ਸੱਚਮੁੱਚ ਹੀ ਬੜਾ ਚੰਡਾਲ ਹੈ। ਖਾਂ ਮੇਰੀ ਗੱਲ ਸੁਣ ਕੇ ਬੜਾ ਹੀ ਪ੍ਰਸੰਨ ਹੋਇਆ ਤੇ ਕਹਿਣ ਲੱਗਾ, ਮੈਂ ਤੇਰੇ ਹਿੰਮਤ ਤੇ ਜਵਾਨ ਮਰਦੀ ਦੀ ਦਾਅ ਦਿੰਦਾ। ਮਾਰਕੋ, ਤੂੰ ਜ਼ਰੂਰ ਮੇਰੇ ਨਾਲ ਹੀ ਚੱਲੀ।
ਅਗਲੇ ਦਿਨ ਜਦ ਫੌਜ ਨੇ ਕੂਚ ਕੀਤਾ ਤਾਂ ਮਾਰਕੋ ਪੋਲੋ ਦੀ ਸਵਾਰੀ ਸ਼ਹਿਨਸ਼ਾਹ ਕੁਬਲਈ ਖਾਨ ਨਾਲ ਸੀ ਤੇ ਬਾਕੀ ਸਰਦਾਰ ਦਰਜਾ ਬਦਰਜਾ ਉਹਦੇ ਪਿੱਛੇ ਸਨ। ਇਹ ਵੇਖ ਕੇ ਖਾਨ ਦੇ ਇੱਕ ਲੜਕੇ ਨੂੰ ਸਖਤ ਤੈਸ਼ ਆਇਆ। ਉਹ ਦਿਲ ਵਿੱਚ ਕਹਿਣ ਲੱਗਾ, ਮੈਂ ਖਾਨ ਦਾ ਲੜਕਾ ਹਾਂ, ਖਾਨ ਨਾਲ ਜਾਣ ਦਾ ਮੇਰਾ ਹੱਕ ਏ। ਇੱਕ ਅਜਨਬੀ ਦੀ ਕੀ ਹਿੰਮਤ ਏ ਕਿ ਉਹ ਮੇਰਾ ਹੱਕ ਖੋਹ ਲਵੇ। ਖਾਨ ਦੇ ਇੱਕ ਵਜ਼ੀਰ ਨੇ, ਜੋ ਮਾਰਕੋ ਦਾ ਰਾਜ ਦਰਬਾਰ ਵਿੱਚ ਮਾਣ ਹੁੰਦਾ ਵੇਖ ਕੇ ਅੱਗੋਂ ਹੀ ਸੜਿਆ ਭੁੱਜਿਆ ਹੋਇਆ ਸੀ, ਚੰਗੇਜ਼ ਖਾਨ ਦੀ ਇਹ ਗੱਲ ਸੁਣ ਕੇ ਚੰਗੇਜ਼ ਨੂੰ ਉਕਸਾਉਣ ਲਈ ਕਹਿਣ ਲੱਗਾ, ਚੰਗੇਜ਼ ਮੈਨੂੰ ਤੇ ਇਹ ਵੀ ਡਰ ਏ ਕਿ ਉਹ ਕਿਤੇ ਤੇਰਾ ਰਾਜ ਗੱਦੀ ਦਾ ਹੱਕ ਹੀ ਨਾ ਖੋਹ ਲਵੇ। ਅੱਗੋਂ ਚੰਗੇਜ਼ ਨੇ ਉੱਤਰ ਦਿੱਤਾ, ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਕੰਡਾ ਰਾਹ ਚੋਂ ਕੱਢ ਦੇਣਾ ਚਾਹੀਦਾ ਹੈ। ਇਹਨਾਂ ਦੋਹਾਂ ਦੀ ਗੱਲਬਾਤ ਹਾਲੀ ਪੂਰੀ ਨਹੀਂ ਹੋਈ ਸੀ ਕਿ ਅਚਾਨਕ ਕੁਬਲਈ ਖਾਂ ਉਹਨਾਂ ਦੇ ਲਾਗੇ ਆ ਪਹੁੰਚਿਆ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ, ਬੇਟਾ ਤੇਰਾ ਚਿਹਰਾ ਕੁਝ ਉਤਰਿਆ ਹੋਇਆ ਲੱਗਦਾ ਹੈ, ਇਹ ਕਿਤੇ ਈਰਖਾ ਕਾਰਨ ਤਾਂ ਨਹੀਂ? ਜੇ ਤੂੰ ਈਰਖਾ ਕਾਰਨ ਕਿਸੇ ਆਦਮੀ ਤੇ ਹੱਥ ਚੁੱਕਿਆ ਤਾਂ ਭਾਵੇਂ ਤੂੰ ਮੇਰਾ ਪੁੱਤਰ ਏ ਤੇ ਮੈਨੂੰ ਬੜਾ ਪਿਆਰਾ ਏ। ਇਨਸਾਫ ਕਰਨ ਵੇਲੇ ਮੈਂ ਕਦੀ ਇਹੋ ਜਿਹੀਆਂ ਜਜ਼ਬਾਤੀ ਗੱਲਾਂ ਦਾ ਧਿਆਨ ਨਹੀਂ ਕੀਤਾ। ਇਤਨੇ ਨੂੰ ਅਚਾਨਕ ਇੱਕ ਜਸੂਸ ਨੇ ਆ ਕੇ ਇਤਲਾਹ ਦਿੱਤੀ ਕਿ ਅਸੀਂ ਦੁਸ਼ਮਣ ਦੀਆਂ ਫੌਜਾਂ ਦੇ ਨੇੜੇ ਪਹੁੰਚ ਗਏ ਹਾਂ। ਖਾਨ ਨੇ ਆਪਣੀਆਂ ਫੌਜਾਂ ਨੂੰ ਉਸੇ ਵੇਲੇ ਹੁਕਮ ਦਿੱਤਾ ਕਿ ਦੁਸ਼ਮਣ ਦੀਆਂ ਸਫਾਂ ਤੇ ਬੇਪਨਾਹ ਹਮਲਾ ਕਰਕੇ ਉਸ ਦਾ ਮੁਕੰਮਲ ਤੌਰ ਤੇ ਸਫਾਇਆ ਕਰ ਦਿੱਤਾ ਜਾਵੇ। ਜਲਦੀ ਹੀ ਦੋਵੇਂ ਫੌਜਾਂ ਗੁੱਥਮ ਗੁੱਥਾ ਹੋ ਗਈਆਂ। ਘਮਸਾਨ ਦੀ ਲੜਾਈ ਹੋਈ। ਖਾਨ ਦੀ ਫੌਜ ਨੇ ਵੈਰੀ ਦੇ ਬੜੇ ਪਰਛੇ ਲਾਏ। ਜਦ ਵੈਰੀਆਂ ਨੇ ਖਾਨ ਨੂੰ ਆਪ ਲੜਾਈ ਵਿੱਚ ਲੜਦਿਆਂ ਵੇਖਿਆ ਤਾਂ ਉਹਨਾਂ ਵਿੱਚ ਬੜੀ ਘਬਰਾਹਟ ਤੇ ਮਾਯੂਸੀ ਛਾ ਗਈ। ਵੈਰੀ ਨੇ ਫੈਸਲਾ ਕੀਤਾ ਕਿ ਪਹਾੜਾਂ ਦੇ ਸਰਦਾਰ ਦੇ ਕਿਲੇ ਵਿੱਚ ਜਾ ਪਨਾਹ ਲੈਣ ਵਿੱਚ ਹੀ ਬਚਾਅ ਹੈ। ਹਾਲੀ ਵੈਰੀ ਦੀ ਅੱਧੀ ਕੁ ਫੌਜ ਨੇ ਹੀ ਕਿਲੇ ਦੀ ਖਾਈ ਪਾਰ ਕੀਤੀ ਸੀ ਕਿ ਖਾਨ ਦੀ ਸੈਨਾ ਨੇ ਉਹਨੂੰ ਫੇਰ ਆ ਦਬਾਇਆ, ਪਰ ਆਪਣੀ ਅੱਧੀ ਫੌਜ ਨੂੰ ਬਚਾਉਣ ਲਈ ਉਹਨੇ ਪੁੱਲ ਉਡਾ ਦਿੱਤਾ। ਖਾਨ ਇਹ ਸੋਚ ਰਿਹਾ ਸੀ ਕਿ ਕਿਲੇ ਤੱਕ ਕਿਵੇਂ ਪਹੁੰਚਿਆ ਜਾਵੇ। ਮੈਂ ਖਾਨ ਨੂੰ ਦੱਸਿਆ, ਕਿਲੇ ਵਿੱਚ ਫੌਜ ਦੀ ਮਦਦ ਨਾਲ ਪਹੁੰਚਣਾ ਅਸੰਭਵ ਏ। ਮੈਂ ਕਿਲੇ ਨੂੰ ਵੇਖਿਆ ਹੋਇਆ ਏ ਤੇ ਇਸ ਦੇ ਮਾਲਕ ਦੀ ਰਗ ਰਗ ਤੋਂ ਵਾਕਫ ਹਾਂ। ਜੇ ਮੇਰੀ ਸਲਾਹ ਮੰਨੋ ਤਾਂ ਸ਼ਾਇਦ ਅਸੀਂ ਆਪਣੇ ਮਨਸ਼ੇ ਵਿੱਚ ਸਫਲ ਹੋ ਜਾਈਏ। ਖਾਨ ਨੇ ਦੱਸਿਆ, ਦੱਸ ਤੂੰ ਕੀ ਸਲਾਹ ਦਿੰਦਾ ਹੈ? ਮੈਂ ਉੱਤਰ ਦਿੱਤਾ, ਇੱਕ ਤਾਂ ਤੁਸੀਂ ਆਪਣੇ ਆਦਮੀਆਂ ਨੂੰ ਪੁਲ ਦੁਬਾਰਾ ਬਣਾਉਣ ਦਾ ਹੁਕਮ ਦਿਓ, ਦੂਜੇ ਮੇਰੀ ਮਦਦ ਲਈ ਤੁਸੀਂ ਕੁਝ ਆਦਮੀ ਦਿਓ। ਉਹਨਾਂ ਦੀ ਸਹਾਇਤਾ ਨਾਲ ਮੈਂ ਇੱਕ ਜ਼ਬਰਦਸਤ ਹਥਿਆਰ ਤਿਆਰ ਕਰਨਾ ਚਾਹੁੰਦਾ ਹਾਂ ਜੋ ਕਿਲੇ ਦੀਆਂ ਕੰਧਾਂ ਨੂੰ ਉਡਾ ਕੇ ਰੱਖ ਦੇਵੇਗਾ। ਕੁਝ ਦਿਨਾਂ ਦੇ ਅੰਦਰ ਅੰਦਰ ਹੀ ਇਹ ਦੋਵੇਂ ਕੰਮ ਪੂਰੇ ਹੋ ਗਏ। ਮੈਂ ਇੱਕ ਕਿਸਮ ਦੀ ਤੋਪ ਬਣਵਾਈ ਜਿਸ ਦੁਆਰਾ ਵੱਡੇ ਵੱਡੇ ਪੱਥਰ ਕਿਲੇ ਦੀਆਂ ਕੰਧਾਂ ਤੇ ਗੁਲੇਲਾਂ ਵਾਂਗ ਸੁੱਟੇ ਜਾ ਸਕਦੇ ਸਨ। ਖਾਂ ਇਹ ਤੋਪ ਵੇਖ ਕੇ ਬੜਾ ਖੁਸ਼ ਹੋਇਆ। 30-40 ਗੋਲਿਆਂ ਦੇ ਵੱਜਣ ਨਾਲ ਹੀ ਕੰਧ ਵਿੱਚ ਇੱਕ ਵੱਡਾ ਸਾਰਾ ਪਾੜ ਪੈ ਗਿਆ। ਜਲਦੀ ਹੀ ਸਾਡੀਆਂ ਫੌਜਾਂ ਧੜਾ ਧੜ ਅੰਦਰ ਦਾਖਲ ਹੋ ਗਈਆਂ ਤੇ ਪਹਾੜਾਂ ਦੇ ਸਰਦਾਰ ਨੂੰ ਜਾ ਕਾਬੂ ਕੀਤਾ। ਪਹਾੜਾਂ ਦਾ ਸਰਦਾਰ ਗਿੜਗੜਾ ਕੇ ਖਾਨ ਨੂੰ ਬੇਨਤੀ ਕਰਨ ਲੱਗਾ, ਮੈਂ ਬਿਰਧ ਸਰੀਰ ਹਾਂ, ਮੇਰੇ ਬੁਢਾਪੇ ਤੇ ਤਰਸ ਕਰੋ ਤੇ ਮੇਰੀ ਜਾਨ ਬਖਸ਼ੀ ਕਰੋ। ਖਾਨ ਨੇ ਕਿਹਾ, ਬਖਸ਼ੇ ਉਹ ਜਾ ਸਕਦੇ ਨੇ ਜੋ ਆਪ ਦੂਜਿਆਂ ਨੂੰ ਬਖਸ਼ਦੇ ਨੇ। ਤੂੰ ਕਾਤਲਾਂ ਦਾ ਸਰਦਾਰ ਹੈ, ਤੈਨੂੰ ਕਿਸੇ ਵੀ ਹਾਲਤ ਵਿੱਚ ਮੁਆਫੀ ਨਹੀਂ ਮਿਲ ਸਕਦੀ। ਇਸ ਜਿੱਤ ਪਿੱਛੋਂ ਖੁਸ਼ੀ ਖਾਨ ਦੀਆਂ ਫੌਜਾਂ ਸੈਂਟੂ ਵਿੱਚ ਪਹੁੰਚੀਆਂ। ਲੋਕਾਂ ਨੇ ਜੇਤੂ ਫੌਜ ਦਾ ਨਿੱਘਾ ਸਵਾਗਤ ਕੀਤਾ। ਖਾਨ ਨੇ ਲੋਕਾਂ ਨੂੰ ਕਿਹਾ, ਇਸ ਜਿੱਤ ਦਾ ਸਿਹਰਾ ਮਾਰਕੋ ਪੋਲੋ ਦੇ ਸਿਰੇ। ਪਰ ਕਈ ਲੋਕ ਵਿੱਚੋਂ ਐਸੇ ਸਨ ਜਿਹੜੇ ਮੇਰੇ ਨਿਤ ਦਿਨ ਵੱਧਦੀ ਇੱਜ਼ਤ ਕਾਰਨ ਮੇਰੀ ਜਾਨ ਦੇ ਵੈਰੀ ਬਣ ਗਏ ਸਨ ਤੇ ਉਹ ਸਦਾ ਐਸੇ ਮੌਕੇ ਦੀ ਤਾੜ ਵਿੱਚ ਰਹਿੰਦੇ ਸਨ ਜਦ ਉਹ ਮੈਥੋਂ ਬਦਲਾ ਲੈ ਸਕਣ। ਇੱਕ ਦਿਨ ਮੈਂ ਕੁਬਲਈ ਖਾਨ ਨੂੰ ਬੇਨਤੀ ਕੀਤੀ ਕਿ ਉਹ ਸ਼ਹਿਜ਼ਾਦੀ ਦਾ ਮੇਰੇ ਨਾਲ ਵਿਆਹ ਕਰ ਦੇਵੇ, ਕਿਉਂਕਿ ਜਿਤਨਾ ਮੈਂ ਸ਼ਹਿਜ਼ਾਦੀ ਨੂੰ ਚਾਹੁੰਦਾ ਹਾਂ ਉਤਨਾ ਹੀ ਸ਼ਹਿਜ਼ਾਦੀ ਮੈਨੂੰ ਚਾਹੁੰਦੀ ਹੈ। ਖਾਨ ਨੇ ਝਟਪਟ ਮੇਰੀ ਬੇਨਤੀ ਕਬੂਲ ਕਰ ਲਈ ਤੇ ਮੇਰਾ ਸ਼ਹਿਜ਼ਾਦੀ ਨਾਲ ਵਿਆਹ ਹੋ ਗਿਆ। ਮੇਰੇ ਜੀਵਨ ਦਾ ਦਿਨ ਬੜੀ ਮੌਜ ਵਿੱਚ ਬੀਤਣ ਲੱਗ ਗਏ। ਖਾਨ ਨੇ ਮੈਨੂੰ ਰਾਜ ਦਰਬਾਰ ਵਿੱਚ ਮੁੱਖ ਨਿਆਂਕਾਰ ਨਿਯਤ ਕਰ ਦਿੱਤਾ। ਇਸ ਤੇ ਖਾਨ ਦੇ ਲੜਕੇ ਚੰਗੇਜ਼ ਖਾਨ ਨੂੰ ਹੋਰ ਵੀ ਸਾੜਾ ਲੱਗਾ ਤੇ ਉਹ ਆਪਣੇ ਸਲਾਹਕਾਰਾਂ ਨੂੰ ਕਹਿਣ ਲੱਗਾ, ਹੁਣ ਤਾਂ ਮੇਰਾ ਪਿਤਾ ਮਾਰਕੋ ਦਾ ਹਰ ਗੱਲ ਵਿੱਚ ਪੱਖ ਕਰਦਾ ਏ ਤੇ ਉਹਦੀ ਹਰ ਤਰ੍ਹਾਂ ਸਹਾਇਤਾ ਕਰਦਾ ਏ, ਪਰ ਉਹਦਾ ਹੱਥ ਮਾਰਕੋ ਦੇ ਸਿਰ ਤੇ ਕਿੰਨਾ ਚਿਰ ਰਹੇਗਾ? ਮੁੱਖ ਨਿਆਂਕਾਰ ਦੀ ਹੈਸੀਅਤ ਵਿੱਚ ਮੈਂ ਕੈਥੇ ਦੇ ਇਲਾਕੇ ਵਿੱਚ ਦੂਰ ਦੂਰ ਦੌਰਾ ਕਰਦਾ ਰਿਹਾ। ਇਹਨਾਂ ਦੌਰਿਆਂ ਦੇ ਦੌਰਾਨ ਮੈਨੂੰ ਇੱਕ ਦਿਨ ਖਾਨ ਬਲੀਕ ਨੂੰ ਜਾਣਾ ਪਿਆ। ਉੱਥੇ ਮੈਨੂੰ ਸ਼ਹਿਰ ਦਾ ਸਰਾਸੀਨ ਗਵਰਨਰ, ਜਿਸ ਦਾ ਨਾਂ ਅਚਮਤ ਸੀ, ਮਿਲਿਆ। ਉਹ ਮੈਨੂੰ ਪੁੱਛਣ ਲੱਗਾ, ਮਾਰਕੋ ਤੇਰਾ ਠਾਠ-ਬਾਠ ਦੱਸਦਾ ਹੈ ਕਿ ਤੂੰ ਬੜਾ ਅਮੀਰ ਹੋ ਗਿਆ ਹੈ। ਮੇਰਾ ਖਿਆਲ ਹੈ ਕਿ ਤੂੰ ਕਿਸਾਨਾਂ ਕੋਲੋਂ ਖੂਬ ਪੈਸੇ ਮੁੱਛਦਾ ਹੋਏਗਾ। ਮੈਂ ਅਚਮਤ ਨੂੰ ਕਿਹਾ, ਕੁਝ ਹੋਸ਼ ਨਾਲ ਗੱਲ ਕਰ, ਮੈਨੂੰ ਤੇਰਾ ਗੱਲ ਕਰਨ ਦਾ ਢੰਗ ਠੀਕ ਨਹੀਂ ਲੱਗਾ। ਮੁੜ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਮੈਂ ਤੈਨੂੰ ਸਿੱਧਾ ਕਰਕੇ ਰੱਖ ਦੇਵਾਂਗਾ। ਅਚਮਤ ਇਹ ਸੁਣ ਕੇ ਸੜ ਬਲ ਕੇ ਕੋਲੇ ਹੋ ਗਿਆ ਤੇ ਉਹਨੇ ਠਾਣ ਲਈ ਕਿ ਉਹ ਮੈਥੋਂ ਇਸ ਗੱਲ ਦਾ ਬਦਲਾ ਲੈ ਕੇ ਛੱਡੇਗਾ। ਉਹਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੈਨੂੰ ਮਾਰ ਦੇਣ ਦੀ ਸਾਜ਼ਿਸ਼ ਖੜੀ। ਅਚਮਤ ਨੇ ਉਹਨਾਂ ਨੂੰ ਮੇਰੇ ਵਿਰੁੱਧ ਭੜਕਾਉਣ ਲਈ ਦੱਸਿਆ ਕਿ ਮੈਂ ਬੜਾ ਰਿਸ਼ਵਤਖੋਰ ਹਾਂ ਤੇ ਕਿਸਾਨਾਂ ਦਾ ਲਹੂ ਨਿਚੋੜ ਕੇ ਉਹਨਾਂ ਤੋਂ ਪੈਸਾ ਵਸੂਲ ਕਰਦਾ ਹਾਂ। ਉਸੇ ਰਾਤ ਅਚਮਤ ਨੂੰ ਇੱਕ ਆਦਮੀ ਨੇ ਦੱਸਿਆ, ਮੈਂ ਖਾਨ ਦੇ ਲੜਕੇ ਚੁਗਤਾਈ ਵੱਲੋਂ ਆਇਆ ਹਾਂ। ਉਹ ਮੈਨੂੰ ਸ਼ਹਿਰ ਦੇ ਬਾਹਰ ਵੱਡੇ ਦਰਵਾਜ਼ੇ ਤੇ ਉਡੀਕ ਰਿਹਾ ਹੈ। ਉਹ ਤੇਰੇ ਨਾਲ ਇੱਕ ਬੜਾ ਜ਼ਰੂਰੀ ਕੰਮ ਹੈ। ਅਚਮਤ ਨੇ ਸਮਝਿਆ
ਕਿ ਚੁਗਤਾਈ ਉਹਦੇ ਨਾਲ ਮਾਰਕੋ ਪੋਲੋ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜਨਾ ਚਾਹੁੰਦਾ ਹੈ। ਇਸ ਲਈ ਉਹ ਕਾਹਲੀ ਸ਼ਹਿਰ ਦੇ ਦਰਵਾਜ਼ੇ ਵੱਲ ਗਿਆ। ਉੱਥੇ ਕੁਝ ਸਿਪਾਹੀ ਖੜੇ ਸਨ। ਅਚਮਤ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਂ ਚੁਗਤਾਈ ਦੇ ਸੱਦੇ 'ਤੇ ਇੱਥੇ ਆਇਆ ਹਾਂ। ਉਹ ਕਿੱਥੇ? ਸਿਪਾਹੀਆਂ ਨੇ ਉਹਨੂੰ ਕਾਬੂ ਕਰਦਿਆਂ ਕਿਹਾ, ਅਸੀਂ ਤੈਨੂੰ ਪਕੜਨ ਲਈ ਇਹ ਸਾਰੀ ਚਾਲ ਚੱਲੀ ਸੀ। ਹੁਣ ਤੇਰੀ ਕਰਤੂਤ ਹੀ ਤੇਰੀ ਕਿਸਮਤ ਦਾ ਫੈਸਲਾ ਕਰੇਗੀ। ਇਸ ਤਰ੍ਹਾਂ ਖਾਨ ਬਲੀਕ ਦੇ ਸ਼ਹਿਰ ਦੇ ਇੱਕ ਦੇਸ਼ ਧਰੋਹੀ ਦਾ ਅੰਤ ਹੋਇਆ। ਪਰ ਇਤਨੇ ਨੂੰ ਖਾਂ ਦੀ ਫੌਜ ਦਾ ਇੱਕ ਦਸਤਾ ਉੱਥੇ ਪਹੁੰਚ ਗਿਆ। ਜਦ ਉਹਨਾਂ ਨੇ ਵੇਖਿਆ ਕਿ ਉਹ ਸਿਪਾਹੀਆਂ ਨੇ ਅਚਮਤ ਨੂੰ ਕਤਲ ਕਰ ਦਿੱਤਾ ਹੈ ਤਾਂ ਉਹ ਉਹਨਾਂ ਸਿਪਾਹੀਆਂ ਨੂੰ ਬਾਗੀ ਸਮਝ ਕੇ ਪਕੜਨ ਦੇ ਮਨਸ਼ੇ ਨਾਲ ਉਹਨਾਂ ਵੱਲ ਵਧੇ। ਮੈਂ ਅਗਾਂਹ ਹੋ ਕੇ ਖਾਂ ਦੇ ਸਿਪਾਹੀਆਂ ਨੂੰ ਕਿਹਾ, ਇਹ ਠੀਕ ਹੈ, ਇਹਨਾਂ ਸਿਪਾਹੀਆਂ ਨੇ ਅਚਮਤ ਨੂੰ ਮਾਰਿਆ ਹੈ ਤੇ ਇਹਨਾਂ 'ਤੇ ਮੁਕੱਦਮਾ ਚੱਲਣਾ ਚਾਹੀਦਾ ਹੈ, ਪਰ ਇਹ ਮੁਕੱਦਮਾ ਕੇਵਲ ਖਾਂ ਸਾਹਮਣੇ ਹੀ ਪੇਸ਼ ਹੋਣਾ ਚਾਹੀਦਾ ਹੈ। ਉਹ ਆਪੇ ਇਹਨਾਂ ਨੂੰ ਇਹਨਾਂ ਦੇ ਅਪਰਾਧ ਦੇ ਮੁਤਾਬਿਕ ਸਜ਼ਾ ਦੇ ਦੇਵੇਗਾ। ਸੋ ਅਚਮਤ ਦੇ ਕਤਲ ਦਾ ਮੁਕੱਦਮਾ ਖਾਂ ਸਾਹਮਣੇ ਪੇਸ਼ ਹੋਇਆ। ਮੈਂ ਖਾਂ ਨੂੰ ਠੀਕ ਦੱਸ ਦਿੱਤਾ ਹੈ ਕਿ ਉਹ ਮੇਰੇ ਨਾਲ ਈਰਖਾ ਕਰਕੇ ਮੈਨੂੰ ਕਤਲ ਕਰਨਾ ਚਾਹੁੰਦਾ ਸੀ, ਪਰ ਉਹਦੀ ਸਾਜ਼ਿਸ਼ ਦਾ ਪਤਾ ਲੱਗ ਜਾਣ ਕਰਕੇ ਖਾਂ ਦੇ ਖੈਰ ਖਾਂ ਨੇ ਸਾਜ਼ਿਸ਼ ਦੇ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਇਸ ਨੂੰ ਦਬਾ ਦਿੱਤਾ ਹੈ। ਜਦ ਖਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨੇ ਮੇਰਾ ਧੰਨਵਾਦ ਕਰਦਿਆਂ ਕਿਹਾ, ਮੈਂ ਤੇਰਾ ਬੜਾ ਰਿਣੀ ਹਾਂ ਕਿ ਤੂੰ ਅਚਮਤ ਨੂੰ ਮਾਰ ਕੇ ਦੇਸ਼ ਨੂੰ ਇੱਕ ਧਰੋਹੀ ਤੋਂ ਨਿਜਾਤ ਦਿਵਾਈ ਹੈ। ਇਹਨਾਂ ਸਿਪਾਹੀਆਂ ਨੇ ਬਿਲਕੁਲ ਠੀਕ ਕੀਤਾ ਹੈ। ਮੈਂ ਇਹਨਾਂ ਨੂੰ ਬਰੀ ਕਰਦਾ ਹਾਂ। ਕੁਝ ਦਿਨਾਂ ਪਿੱਛੋਂ ਸ਼ਹਿਜ਼ਾਦੀ ਦੀ ਅਚਾਨਕ ਮੌਤ ਹੋ ਗਈ। ਉਹਨੇ ਸੁੱਤੀ ਪਈ ਨੇ ਸਵਾਸ ਤਿਆਗ ਦਿੱਤੇ। ਖਾਂ ਨੂੰ ਉਹਦੀ ਮੌਤ 'ਤੇ ਸਖਤ ਧੱਕਾ ਲੱਗਾ। ਸਾਰੇ ਰਾਜ ਤੋਂ ਲੋਕ ਅਫਸੋਸ ਕਰਨ ਆਏ। ਉਸ ਗੱਡੀ ਨੂੰ ਜਿਸ ਵਿੱਚ ਸ਼ਹਿਜ਼ਾਦੀ ਦੀ ਅਰਥੀ ਰੱਖੀ ਗਈ ਸੀ 1000 ਘੋੜੇ ਖਿੱਚ ਕੇ ਸ਼ਮਸ਼ਾਨ ਭੂਮੀ ਵੱਲ ਲੈ ਗਏ। ਲੱਖਾਂ ਆਦਮੀ ਮਾਤਮੀ ਜਲੂਸ ਦੀ ਸ਼ਕਲ ਵਿੱਚ ਉਹਦੇ ਨਾਲ ਗਏ। ਸ਼ਹਿਨਸ਼ਾਹ ਨੇ ਮੈਨੂੰ ਬੜਾ ਹੌਸਲਾ ਦਿੱਤਾ ਤੇ ਕਿਹਾ, ਮਾਰਕੋ ਤੂੰ ਮੇਰੇ ਪੁੱਤਰਾਂ ਵਾਂਗੇ ਸ਼ਹਿਜ਼ਾਦੀ ਦੀ ਮੌਤ ਦੇ ਦੁੱਖ ਨੇ ਤੇਰਾ ਮੇਰਾ ਰਿਸ਼ਤਾ ਅਟੁੱਟ ਬਣਾ ਦਿੱਤਾ ਹੈ। ਮੈਂ ਉੱਤਰ ਦਿੱਤਾ, ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਹੌਸਲਾ ਦਿੱਤਾ ਹੈ। ਮੈਂ ਤੁਹਾਡਾ ਕੀਤਾ ਕਦੀ ਨਹੀਂ ਭੁੱਲਾਂਗਾ। ਜਾਪਾਨ। ਇੱਕ ਦਿਨ ਮੈਂ ਭਰੇ ਹੋਏ ਮਨ ਨਾਲ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਸ਼ਹਿਜ਼ਾਦੀ ਤੋਂ ਬਿਨਾਂ ਮੇਰਾ ਦਿਲ ਨਹੀਂ ਲੱਗਦਾ। ਨਾ ਕੋਈ ਕੰਮ ਕਰਨ ਨੂੰ ਦਿਲ ਕਰਦਾ ਹੈ, ਨਾ ਕੁਝ ਖਾਣ ਪੀਣ ਨੂੰ। ਮੇਰੇ ਪਿਤਾ ਨੇ ਮੈਨੂੰ ਸਮਝਾਉਂਦਿਆਂ ਉੱਤਰ ਦਿੱਤਾ, ਹਰ ਬੰਦੇ ਨੂੰ ਆਪਣੇ ਦੁੱਖਾਂ ਦਾ ਬਹਾਦਰੀ ਨਾਲ ਟਾਕਰਾ ਕਰਨਾ ਚਾਹੀਦਾ ਹੈ। ਇਸ ਮਹਾਨ ਦੇਸ਼ ਦੀਆਂ ਹੋਰ ਅਣਡਿੱਠੀਆਂ ਤੇ ਨਵੀਆਂ ਥਾਵਾਂ ਵੇਖ, ਨਵੇਂ ਲੋਕ ਵੇਖ, ਨਵੀਆਂ ਦਿਲਚਸਪੀਆਂ ਪੈਦਾ ਕਰ। ਇਸ ਤਰ੍ਹਾਂ ਤੂੰ ਜਲਦੀ ਹੀ ਗਮ ਨੂੰ ਭੁੱਲ ਜਾਵੇਂਗਾ। ਆਪਣੇ ਪਿਤਾ ਦੀ ਸਲਾਹ 'ਤੇ ਚੱਲ ਕੇ ਮੈਂ ਸਫ਼ਰ 'ਤੇ ਜਾਣ ਦੀ ਤਿਆਰੀ ਕਰ ਲਈ। ਸਫ਼ਰ 'ਤੇ ਜਾਣ ਤੋਂ ਪਹਿਲਾਂ ਖਾਂ ਨੇ ਮੈਨੂੰ ਸੱਦ ਭੇਜਿਆ ਤੇ ਕਿਹਾ, ਮਾਰਕੋ, ਸਾਡੇ ਕਈ ਜਹਾਜ਼ ਤੂਫਾਨ ਸਮੇਂ ਜਾਪਾਨ ਦੇ ਕੰਢੇ ਨਾਲ ਟਕਰਾ ਕੇ ਡੁੱਬ ਜਾਂਦੇ ਨੇ ਤੇ ਜਾਪਾਨ ਦੇ ਕੰਢਿਆਂ 'ਤੇ ਵਸੇ ਹੋਏ ਆਦਮਖੋਰ ਸਾਡੇ ਬਚੇ ਖੁਸ਼ੇ ਮੁਲਾਹਾਂ ਨੂੰ ਪਕੜ ਕੇ ਮਾਰ ਮੁਕਾਉਂਦੇ ਨੇ। ਮੈਂ ਚਾਹੁੰਦਾ ਹਾਂ ਕਿ ਤੂੰ ਜਾਪਾਨ ਵਿੱਚ ਜਾ ਕੇ ਇਹਨਾਂ ਆਦਮਖੋਰਾਂ ਨੂੰ ਸਖਤ ਸਜ਼ਾ ਦੇਵੇਂ। ਮੈਂ ਖਾਂ ਦੀ ਬੇਨਤੀ ਮੰਨ ਲਈ ਤੇ ਖਾਂ ਦੇ ਕੁਝ ਸਿਪਾਹੀ ਨਾਲ ਲੈ ਕੇ ਜਾਪਾਨ ਦੇ ਸਫ਼ਰ 'ਤੇ ਤੁਰ ਪਿਆ। ਸਫ਼ਰ ਬੜਾ ਖਤਰਨਾਕ ਸੀ। ਸਾਨੂੰ ਕਈ ਵਾਰ ਇੰਜ ਲੱਗਾ ਕਿ ਅਸੀਂ ਡੁੱਬੇ। ਆਖਰ ਸਫ਼ਰ ਦੀਆਂ ਮੁਸੀਬਤਾਂ ਝੱਲਦੇ ਅਸੀਂ ਜਦ ਜਾਪਾਨ ਦੇ ਕੰਢੇ ਲਾਗੇ ਪਹੁੰਚੇ ਤਾਂ ਸਾਡਾ ਜਹਾਜ਼ ਇੱਕ ਚਟਾਨ ਨਾਲ ਟਕਰਾ ਕੇ ਗਰਕ ਹੋ ਗਿਆ। ਪਰ ਕਿਉਂਕਿ ਕੰਢਾ ਲਾਗੇ ਹੀ ਸੀ, ਇਸ ਲਈ ਸਾਡੇ 'ਚੋਂ ਨਾ ਕੇਵਲ ਬਹੁਤ ਸਾਰੇ ਬਚ ਗਏ, ਬਲਕਿ ਅਸੀਂ ਆਪਣੇ ਹਥਿਆਰ ਪ੍ਰਾਪਤ ਕਰਨ ਵਿੱਚ ਵੀ ਸਫਲ ਹੋ ਗਏ ਅਤੇ ਅਸੀਂ ਸਾਰੇ ਜਾਣੇ ਸਲਾਹ ਕਰਕੇ ਲਾਗੇ ਦੀਆਂ ਪਹਾੜੀਆਂ ਵਿੱਚ ਜਾ ਲੁਕੇ ਤਾਂ ਜੋ ਅਸੀਂ ਉੱਥੇ ਕਿਸੇ ਲੁਕਵੀਂ ਥਾਂ ਤੋਂ ਜਾਪਾਨੀਆਂ ਨੂੰ ਕਾਬੂ ਕਰਨ ਦੀ ਕੋਈ ਵਿਉਂਤ ਸੋਚੀਏ। ਪਰ ਸਾਡੇ ਉਹਨਾਂ ਨੂੰ ਵੇਖਣ ਤੋਂ ਪਹਿਲਾਂ ਹੀ 2 ਜਾਪਾਨੀ ਜਸੂਸਾਂ ਨੇ ਸਾਨੂੰ ਅਤੇ ਸਾਡੇ ਗਰਕ ਹੋਏ ਜਹਾਜ਼ ਨੂੰ ਵੇਖ ਲਿਆ ਸੀ ਤੇ ਉਹਨਾਂ ਨੇ ਇਸ ਬਾਰੇ ਝੱਬਦੇ ਜਾਪਾਨ ਦੇ ਸ਼ਹਿਨਸ਼ਾਹ ਨੂੰ ਇਤਲਾਹ ਦੇ ਦਿੱਤੀ। ਸ਼ਹਿਨਸ਼ਾਹ ਨੇ ਉਹਨਾਂ ਜਸੂਸਾਂ ਨੂੰ ਹੁਕਮ ਦਿੱਤਾ, ਤੁਸੀਂ ਦੋਵੇਂ ਜਣੇ ਅਜਨਬੀਆਂ ਪਾਸ ਜਾਓ ਤੇ ਉਹਨਾਂ ਨੂੰ ਤਸੱਲੀ ਦਿਓ ਕਿ ਤੁਸੀਂ ਉਹਨਾਂ ਦੇ ਦੋਸਤ ਹੋ। ਇਤਨੇ ਵਿੱਚ ਮੈਂ ਆਪਣੇ ਆਦਮੀਆਂ ਨਾਲ ਪਿਛਲੇ ਪਾਸਿਓਂ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਦੀਆਂ ਧੌਣਾਂ ਭੰਨਾਂਗਾ। ਉਹਨਾਂ ਜਸੂਸਾਂ ਨੇ ਇੰਝ ਹੀ ਕੀਤਾ ਤੇ ਸਾਨੂੰ ਫਿਸਲਾਉਣ ਲਈ ਸਾਡੇ ਵੱਲ ਵਧੇ। ਮੈਂ ਆਪਣੇ ਸਭ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੀਆਂ ਟੋਪੀਆਂ ਲਾ ਕੇ ਆਸ-ਪਾਸ ਦੀਆਂ ਨਿੱਕੀਆਂ ਝਾੜੀਆਂ 'ਤੇ ਟੰਗ ਦੇਣ। ਅਸੀਂ ਆਪ ਹਮਲੇ ਦੀ ਪੂਰੀ ਤਿਆਰੀ ਕਰਕੇ ਇੱਕ ਪਾਸੇ ਜਾ ਲੁਕੇ। ਸ਼ਹਿਨਸ਼ਾਹ ਦੇ ਸਿਪਾਹੀਆਂ ਨੇ ਦੂਰੋਂ ਟੋਪੀਆਂ ਵੇਖ ਕੇ ਸਮਝਿਆ ਕਿ ਅਸੀਂ ਉੱਥੇ ਆਰਾਮ ਕਰ ਰਹੇ ਹਾਂ, ਸੋ ਉਹਨਾਂ ਨੇ ਟੋਪੀਆਂ ਵਾਲੀ ਥਾਂ ਵੱਲ ਧਾਵਾ ਬੋਲ ਦਿੱਤਾ ਤੇ ਆਪਣੇ ਸਾਰੇ ਤੀਰ ਟੋਪੀਆਂ 'ਤੇ ਚਲਾ ਦਿੱਤੇ। ਜਦੋਂ ਉਹਨਾਂ ਪਾਸ ਗਏ ਤੀਰ ਖਤਮ ਹੋ ਗਏ, ਪਿੱਛੋਂ ਦੀ ਅਸੀਂ ਉਹਨਾਂ ਨੂੰ ਘੇਰ ਕੇ ਉਹਨਾਂ ਦਾ ਸਫਾਇਆ ਕਰ ਦਿੱਤਾ ਤੇ ਫਿਰ ਤੇਜ਼ੀ ਨਾਲ ਆਪਣੀਆਂ ਬੇੜੀਆਂ ਵੱਲ ਭੱਜਣ ਦੀ ਕੀਤੀ। ਇਤਨੇ ਨੂੰ ਬਹੁਤ ਸਾਰੇ ਜਾਪਾਨੀ ਆਦਮਖੋਰ ਲਾਗਿਓਂ ਤਾਗਿਓਂ ਇਕੱਠੇ ਹੋ ਕੇ ਸਾਡਾ ਪਿੱਛਾ ਕਰਨ ਲਈ ਕੰਢੇ ਵੱਲ ਵਧੇ। ਮੈਂ ਇੱਕ ਕਾਗਜ਼ 'ਤੇ ਲਿਖਿਆ, ਜੇ ਅਗਾਂਹ ਤੋਂ ਤੁਸੀਂ ਖਾਂ ਦੇ ਮੁਲਾਹਾਂ ਨਾਲ ਬਦਸਲੂਕੀ ਕੀਤੀ ਤਾਂ ਅਸੀਂ ਤੁਹਾਨੂੰ ਸਬਕ ਸਿਖਾਉਣ ਲਈ ਫਿਰ ਇੱਥੇ ਆਵਾਂਗੇ ਤੇ ਤੁਹਾਡਾ ਸਾਰਾ ਟਾਪੂ ਤਬਾਹ ਕਰ ਦੇਵਾਂਗੇ। ਇਸ ਪਿੱਛੋਂ ਅਸੀਂ ਵਾਪਸੀ ਸਫ਼ਰ 'ਤੇ ਤੁਰ ਪਏ। ਜਦ ਅਸੀਂ ਸੈਂਗਟੂ ਵਾਪਸ ਪਹੁੰਚੇ ਤਾਂ ਜਾਂਦਿਆਂ ਹੀ ਮੇਰੇ ਪਿਤਾ ਨੇ ਮੈਨੂੰ ਖਬਰ ਦਿੱਤੀ, ਖਾਂ ਸਖਤ ਬਿਮਾਰ ਪੈ ਗਿਆ ਹੈ ਤੇ ਉਹਦੇ ਬਚਣ ਦੀ ਕੋਈ ਆਸ ਨਹੀਂ। ਉਹਦਾ ਲੜਕਾ ਚੰਗੇਜ਼ ਸਾਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਿਹਾ ਹੈ। ਸਾਨੂੰ ਅੱਜ ਹੀ ਖਾਂ ਨਾਲ ਮੁਲਾਕਾਤ ਕਰਕੇ ਉਸ ਤੋਂ ਆਪਣੇ ਦੇਸ਼ ਨੂੰ ਵਾਪਸ ਜਾਣ ਦੀ ਆਗਿਆ ਲੈ ਲੈਣੀ ਚਾਹੀਦੀ ਹੈ।
ਮੈਂ ਆਪਣੇ ਪਿਤਾ ਦੀ ਸਲਾਹ ਠੀਕ ਸਮਝੀ ਤੇ ਅਸੀਂ ਦੋਵੇਂ ਰਾਤ ਨੂੰ ਖਾਂ ਦੀ ਹਜ਼ੂਰੀ ਵਿੱਚ ਗਏ। ਉਹ ਬਿਸਤਰੇ 'ਤੇ ਸਖਤ ਬਿਮਾਰ ਪਿਆ ਸੀ। ਮੈਂ ਉਹਨੂੰ ਕਿਹਾ, ਮੈਨੂੰ ਤੁਹਾਡਾ ਬਿਮਾਰੀ ਦੀ ਖਬਰ ਸੁਣ ਕੇ ਬੜਾ ਦੁੱਖ ਹੋਇਆ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਜਲਦ ਆਰਾਮ ਆ ਜਾਵੇਗਾ। ਹੋਰ ਮੈਂ ਹਜ਼ੂਰ ਦੇ ਪਾਸ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਦੱਸ ਕੀ ਗੱਲ ਹੈ ਮਾਰਕੋ? ਖਾਂ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ। ਮੈਂ ਉਹਨੂੰ ਦੱਸਿਆ, ਅਸੀਂ ਜਲਦੀ ਤੋਂ ਜਲਦੀ ਆਪਣੇ ਦੇਸ਼ ਨੂੰ ਜਾਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਇੱਥੇ ਬਹੁਤ ਚਿਰ ਰਹਿਣਾ ਠੀਕ ਨਹੀਂ। ਕੁਝ ਲੋਕ ਐਸੇ ਨੇ ਜੋ ਸਾਡੀ ਜਾਨ ਦੇ ਪਿਆਸੇ ਨੇ। ਜੇ ਅਸੀਂ ਇੱਥੇ ਕੁਝ ਚਿਰ ਹੋਰ ਟਿਕੇ ਤਾਂ ਸਾਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਣਗੇ। ਖਾਂ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ ਹੈ? ਕੀ ਮਜਾਲ ਏ ਕਿਸ ਦੀ ਕਿ ਉਹ ਤੁਹਾਡੇ ਹਵਾ ਵੱਲ ਵੀ ਵੇਖ ਸਕੇ? ਮੈਂ ਕਿਹਾ, ਪਰ ਹਜ਼ੂਰ, ਕਈਆਂ ਦਾ ਖਿਆਲ ਏ ਕਿ। ਖਾਂ ਨੇ ਮੇਰੀ ਗੱਲ ਨੂੰ ਕੱਟਦਿਆਂ ਕਿਹਾ, ਹਾਂ ਮੈਨੂੰ ਪਤਾ ਏ। ਉਹਨਾਂ ਦਾ ਖਿਆਲ ਏ ਕਿ ਮੈਂ ਕੁਝ ਦਿਨਾਂ ਦਾ ਹੀ ਪ੍ਰਾਹੁਣਾ ਹਾਂ। ਮੈਂ ਤੈਨੂੰ ਦੱਸਦਾ ਹਾਂ, ਤੂੰ ਕੀ ਕਰ, ਮੇਰੀ ਛੋਟੀ ਲੜਕੀ ਨੂੰ ਈਰਾਨ ਵੱਲ ਲੈ ਜਾ। ਉੱਥੇ ਉਹਦਾ ਈਰਾਨ ਦੇ ਸ਼ਾਹ ਨਾਲ ਵਿਆਹ ਹੋਣਾ ਹੈ ਤੇ ਜੇ ਮੈਂ ਉੱਥੇ ਉਦੋਂ ਤੱਕ ਜਿਉਂਦਾ ਰਿਹਾ ਤਾਂ ਤੂੰ ਵਾਪਸ ਆ ਜਾਈਂ, ਨਹੀਂ ਤਾਂ ਤੂੰ ਆਪਣੇ ਦੇਸ਼ ਨੂੰ ਮੁੜ ਜਾਈਂ। ਕਿਉਂਕਿ ਠੀਕ ਹੈ ਨਾ, ਮੈਂ ਤੇਰੇ ਨਾਲ ਆਪਣੇ ਸਿਪਾਹੀਆਂ ਦਾ ਇੱਕ ਹਿਫਾਜ਼ਤੀ ਦਸਤਾ ਭੇਜਣਾ ਹਾਂ। ਖਾਂ ਦੀ ਆਗਿਆ ਲੈ ਕੇ ਅਸੀਂ ਵਾਪਸੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ। ਮੈਂ ਸ਼ਹਿਜ਼ਾਦੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਉਹਨੂੰ ਪੂਰੀ ਹਿਫਾਜ਼ਤ ਨਾਲ ਈਰਾਨ ਤੱਕ ਪਹੁੰਚਾ ਦੇਵਾਂਗੇ ਤੇ ਇਸ ਬਾਰੇ ਉਹਨੂੰ ਕਿਸੇ ਕਿਸਮ ਦਾ ਫਿਕਰ ਨਹੀਂ ਕਰਨਾ ਚਾਹੀਦਾ। ਸ਼ਹਿਜ਼ਾਦੀ ਨੂੰ ਮੇਰੀ ਗੱਲ 'ਤੇ ਤਸੱਲੀ ਹੋ ਗਈ। ਉੱਧਰ ਖਾਂ ਦਾ ਲੜਕਾ ਚੰਗੇਜ਼ ਉਸ ਹਰ ਮੌਕੇ ਦੀ ਤਾੜ ਵਿੱਚ ਰਹਿੰਦਾ ਸੀ ਕਿ ਜਦ ਕਿ ਉਹ ਮੈਥੋਂ ਅਗਲੀਆਂ ਪਿਛਲੀਆਂ ਦਾ ਬਦਲਾ ਲੈ ਸਕੇ। ਪਰ ਹੁਣ ਉਹਨੇ ਮਹਿਸੂਸ ਕੀਤਾ ਕਿ ਮੇਰੇ ਨਾਲ ਬਦਲਾ ਲੈਣ ਦਾ ਮੌਕਾ ਆ ਗਿਆ ਹੈ। ਸੋ ਉਹਨੇ ਆਪਣੇ ਫੌਜੀ ਦਸਤੇ ਦੇ ਕਪਤਾਨ ਨੂੰ, ਜਿਨਨੇ ਮੇਰੇ ਨਾਲ ਜਾਣਾ ਸੀ, ਪੱਕਾ ਕੀਤਾ ਕਿ ਜਦੋਂ ਹੀ ਉਹ ਖਾਂ ਦੀ ਮੌਤ ਦੀ ਖਬਰ ਮਿਲੇ ਉਹ ਮੈਨੂੰ ਜਾਨੋਂ ਮਾਰ ਦੇਵੇ। ਚੰਗੇਜ਼ ਨੇ ਮਨ ਵਿੱਚ ਕਿਹਾ, ਮਾਰਕੋ ਪੋਲੋ, ਇਹ ਤੇਰੀ ਆਖਰੀ ਯਾਤਰਾ ਹੈ। ਜਿਸ ਇੱਜ਼ਤ ਤੇ ਮਾਣ ਦਾ ਹੱਕਦਾਰ ਮੈਂ ਸਾਂ ਉਹ ਮੈਥੋਂ ਖੋਹ ਕੇ ਮੇਰੇ ਪਿਤਾ ਨੇ ਤੈਨੂੰ ਦੇ ਦਿੱਤਾ ਹੈ, ਪਰ ਤੇਰੇ ਬੰਨੇ ਲੱਗਦਿਆਂ ਹੀ ਮੈਨੂੰ ਆਪਣਾ ਅਸਲੀ ਹੱਕ ਮਿਲ ਜਾਵੇਗਾ। ਵਾਪਸੀ। ਸਾਡਾ ਜਹਾਜ਼ ਨਿਯਤ ਕੀਤੇ ਸਮੇਂ ਸਫ਼ਰ 'ਤੇ ਤੁਰ ਪਿਆ। ਅਸੀਂ ਹਿੰਦ, ਚੀਨੀ, ਸੁਮਾਟਰਾ ਤੇ ਲੰਕਾ ਤੋਂ ਹੁੰਦੇ ਹੋਏ ਬੜੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਿੱਚੋਂ ਲੰਘਦੇ, ਨਵੇਂ ਦੇਸ਼, ਨਵੇਂ ਲੋਕ ਵੇਖਦੇ ਹੋਏ ਆਖਰ ਕੁਝ ਮਹੀਨਿਆਂ ਪਿੱਛੋਂ ਈਰਾਨ ਵਿੱਚ ਪਹੁੰਚ ਗਏ। ਬਸਰੇ ਦੀ ਬੰਦਰਗਾਹ 'ਤੇ ਸਾਨੂੰ ਈਰਾਨ ਦੇ ਸ਼ਾਹ ਦਾ ਇੱਕ ਦੂਤ ਮਿਲਿਆ। ਉਹਨੇ ਸਾਡਾ ਸਵਾਗਤ ਕਰਦਿਆਂ ਕਿਹਾ, ਮਾਰਕੋ, ਮੈਂ ਈਰਾਨ ਦੇ ਸ਼ਹਿਨਸ਼ਾਹ ਵੱਲੋਂ ਤੇਰਾ ਧੰਨਵਾਦ ਕਰਦਾ ਹਾਂ, ਪਰ ਮੈਂ ਬੜੇ ਦੁਖੀ ਹਿਰਦੇ ਨਾਲ ਤੈਨੂੰ ਇੱਕ ਖਬਰ ਦੱਸਣੀ ਚਾਹੁੰਦਾ ਹਾਂ ਕਿ ਚੀਨ ਦਾ ਸ਼ਹਿਨਸ਼ਾਹ ਕੁਬਲਈ ਖਾਂ, ਜਿਸ ਵੱਲੋਂ ਤੂੰ ਸ਼ਹਿਜ਼ਾਦੀ ਨੂੰ ਇੱਥੇ ਲਿਆਇਆ ਏ, ਸਵਰਗਵਾਸ ਹੋ ਗਿਆ ਏ। ਜਦ ਮੇਰੇ ਹਿਫਾਜ਼ਤੀ ਫੌਜੀ ਦਸਤੇ ਦੇ ਕਪਤਾਨ ਦੇ ਕੰਨੀ ਇਹ ਖਬਰ ਪਈ ਤਾਂ ਸੋਗ ਕਰਨ ਦੀ ਥਾਂ ਉਸਦੀਆਂ ਬਾਛਾਂ ਖਿੜ ਗਈਆਂ, ਕਿਉਂਕਿ ਉਹ ਆਪਣੀ ਗਿਣੀ ਮਿੱਥੀ ਸਾਜ਼ਿਸ਼ ਨੂੰ ਪੂਰਾ ਕਰਨ ਲਈ ਇਸੇ ਮੌਕੇ ਦੀ ਤਲਾਸ਼ ਵਿੱਚ ਸੀ। ਰਾਤ ਨੂੰ ਅਸੀਂ ਖਾ ਪੀ ਚੁੱਕੇ ਤੇ ਆਰਾਮ ਕਰਨ ਲਈ ਆਪਣੇ ਤੰਬੂ ਵਿੱਚ ਗਏ ਤਾਂ ਮੈਨੂੰ ਕੁਝ ਝੋਲਾ ਜਿਹਾ ਪਿਆ ਕਿ ਕੋਈ ਤੰਬੂ ਦੇ ਬਾਹਰ ਖੜਾ ਚੀਤਨਾ ਹੀ ਅੰਦਰ ਤੱਕ ਰਿਹਾ ਹੈ। ਮੈਂ ਆਪਣੇ ਪਿਤਾ ਨੂੰ ਕਿਹਾ, ਅਸੀਂ ਸਖਤ ਖਤਰੇ ਵਿੱਚ ਹਾਂ, ਸਾਨੂੰ ਇੱਥੋਂ ਜਲਦੀ ਤੋਂ ਜਲਦੀ ਖਿਸਕਣਾ ਚਾਹੀਦਾ ਹੈ। ਮੈਨੂੰ ਸ਼ੱਕ ਪੈਂਦਾ ਹੈ ਕਿ ਕੋਈ ਸਾਡੇ 'ਤੇ ਅੱਖ ਰੱਖ ਰਿਹਾ ਹੈ। ਇਹ ਕਹਿ ਕੇ ਮੈਂ ਤੰਬੂ ਤੋਂ ਬਾਹਰ ਗਿਆ। ਉੱਥੇ ਹਨੇਰੇ ਵਿੱਚ ਇੱਕ ਜਸੂਸ ਖੜਾ ਸੀ। ਮੈਂ ਉਹਨੂੰ ਬਾਹਰ ਨਿਕਲਦਿਆਂ ਹੀ ਗਲੋਂ ਫੜ ਕੇ 2 ਘਸੁੰਨ ਮਾਰੇ ਤੇ ਉਹਦੀਆਂ ਮੁਸਕਾਂ ਬੰਨ੍ਹ ਕੇ ਉਹਨੂੰ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਤੇ ਆਪਣੇ ਪਿਤਾ ਨੂੰ ਕਿਹਾ, ਇਹ ਬਦਮਾਸ਼ ਹੁਣ ਸਵੇਰ ਤੱਕ ਤਾਂ ਇੱਥੋਂ ਹਿਲਦਾ ਨਹੀਂ, ਇਸ ਲਈ ਸਾਨੂੰ ਸਵੇਰ ਤੋਂ ਪਹਿਲਾਂ ਹੀ ਇਹ ਨੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਅਸੀਂ ਸਵੇਰੇ ਮੂੰਹ ਹਨੇਰੇ ਹੀ ਆਪਣੇ ਤੰਬੂ ਵਿੱਚੋਂ ਨਿਕਲ ਗਏ। ਸਾਡੇ ਉੱਥੋਂ ਜਾਣ ਤੋਂ ਥੋੜ੍ਹਾ ਚਿਰ ਪਿੱਛੋਂ ਹੀ ਬਾਗੀ ਸਾਡੇ ਤੰਬੂ ਵਿੱਚ ਦਾਖਲ ਹੋਏ। ਉਹ ਤੰਬੂ ਖਾਲੀ ਵੇਖ ਕੇ ਨਾ ਕੇਵਲ ਹੈਰਾਨ ਹੋਏ ਬਲਕਿ ਬੜੇ ਨਿਰਾਸ਼ ਵੀ ਹੋਏ। ਬਾਗੀਆਂ ਦਾ ਕਪਤਾਨ ਕਹਿਣ ਲੱਗਾ, ਮੰਜੇ 'ਤੇ ਇੱਕ ਚਿੱਠੀ ਪਈ ਹੋਈ ਹੈ, ਵੇਖੀਏ ਇਸ ਵਿੱਚ ਕੀ ਲਿਖਿਆ ਹੈ। ਉਸ ਚਿੱਠੀ ਵਿੱਚ ਲਿਖਿਆ ਸੀ, ਤੁਹਾਡੀ ਮਹਿਮਾਨ ਨਵਾਜ਼ੀ ਦਾ ਧੰਨਵਾਦ, ਪਰ ਅਸੀਂ ਹਾਲੀ ਮਰਨਾ ਨਹੀਂ ਚਾਹੁੰਦੇ, ਇਸ ਲਈ ਰੱਬ ਰਾਖਾ। ਬੜੀ ਮੁਸ਼ਕਿਲ ਨਾਲ ਇੱਥੋਂ ਜਾਨ ਬਚਾਉਂਦੇ ਹੋਏ ਅਸੀਂ ਆਖਰ ਕਈ ਦਿਨਾਂ ਦੇ ਸਫ਼ਰ ਪਿੱਛੋਂ ਦਰਾ ਦਾਨਿਆਲ ਪਹੁੰਚੇ, ਜੋ ਯੂਰਪ ਤੇ ਏਸ਼ੀਆ ਦੀ ਧਰਤੀ ਨੂੰ ਨਿਖੇੜਦਾ ਹੈ। ਅਸੀਂ ਇਤਨੇ ਸਾਲਾਂ ਦੀ ਗੈਰ ਹਾਜ਼ਰੀ ਪਿੱਛੋਂ ਪਹਿਲੀ ਵਾਰ ਯੂਰਪ ਦੀ ਧਰਤੀ ਦੀ ਝਲਕ ਵੇਖੀ। ਪਰਲੇ ਪਾਰ ਸਾਨੂੰ ਕੁਸਤਨਤੁਨੀਆ ਦਾ ਪ੍ਰਸਿੱਧ ਸ਼ਹਿਰ, ਜਿਸ ਨੂੰ ਯੂਰਪ ਦਾ ਦਰਵਾਜ਼ਾ ਕਿਹਾ ਜਾਂਦਾ ਹੈ, ਦਿਸਿਆ। ਅਸੀਂ ਉਹਨੂੰ ਵੇਖ ਕੇ ਬੜੀ ਖੁਸ਼ੀ ਮਹਿਸੂਸ ਕੀਤੀ। ਅਗਲਾ ਸਫ਼ਰ ਸੌਖਾ ਸੀ। ਕੁਝ ਦਿਨਾਂ ਪਿੱਛੋਂ ਅਸੀਂ ਆਪਣੇ ਦੇਸ਼ ਦੇ ਪਿਆਰੇ ਸ਼ਹਿਰ ਵੀਨਸ ਵਿੱਚ ਪਹੁੰਚ ਗਏ। ਮੈਂ ਇੱਥੋਂ 18 ਸਾਲ ਦੀ ਉਮਰ ਵਿੱਚ ਗਿਆ ਸਾਂ ਤੇ ਹੁਣ ਤੱਕ ਕੋਈ 25 ਸਾਲ ਬਾਹਰ ਰਿਹਾ ਸਾਂ। ਇਸ ਵੇਲੇ ਮੇਰੀ ਉਮਰ 43 ਸਾਲ ਸੀ। ਮੈਨੂੰ ਮੇਰੇ ਪੁਰਾਣੇ ਯਾਰ ਦੋਸਤ ਮਿਲੇ। ਉਹਨਾਂ ਕਿਹਾ ਕਿ ਤੂੰ ਸੱਚਮੁੱਚ ਮਾਰਕੋ ਪੋਲੋ ਹੀ ਹੈ ਕਿ ਹੋਏ ਕੋਈ ਹੋਰ ਹੈ? ਅਸੀਂ ਤਾਂ ਸਮਝਿਆ ਸੀ ਕਿ ਤੂੰ ਜ਼ਰੂਰ ਕਿਤੇ ਮਰ ਖੱਪ ਗਿਆ ਹੋਏਗਾ। ਦੱਸ ਤਾਂ ਸਹੀ, ਤੂੰ ਰਿਹਾ ਕਿੱਥੇ ਹੈ? ਮੈਂ ਕਿਹਾ, ਅੱਜ ਰਾਤ ਮੇਰੇ ਘਰ ਆਇਓ, ਮੈਂ ਤੁਹਾਨੂੰ ਆਪਣੀ ਸਾਰੀ ਕਹਾਣੀ ਸੁਣਾਵਾਂਗਾ। ਹੁਣ ਅਸੀਂ ਕੁਝ ਥੱਕੇ ਹੋਏ ਹਾਂ, ਜ਼ਰਾ ਆਰਾਮ ਕਰ ਲਈਏ। ਜਦ ਰਾਤ ਨੂੰ ਮੇਰੇ ਸਾਰੇ ਮਿੱਤਰ ਤੇ ਜਾਣੂ ਇਕੱਠੇ ਹੋਏ ਤਾਂ ਉਹ ਮੇਰੇ ਗਿਰਦੀ ਝੁਰਮਟ ਪਾ ਕੇ ਬੈਠ ਗਏ। ਮੈਂ ਉਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਭ ਕੁਝ ਦੱਸਿਆ ਜੋ ਸਾਡੇ ਨਾਲ ਬੀਤਿਆ ਸੀ।
ਫਿਰ ਮੈਂ ਉਹਨਾਂ ਨੂੰ ਉਹ ਸਭ ਸੁਗਾਤਾਂ ਵਿਖਾਈਆਂ ਜਿਹੜੀਆਂ ਅਸੀਂ ਵੱਖ-ਵੱਖ ਥਾਵਾਂ ਤੋਂ ਲਿਆਂਦੀਆਂ ਸਨ। ਮੇਰੇ ਮਿੱਤਰਾਂ ਦੇ ਇਹ ਸਾਰੇ ਅਜੂਬੇ ਵੇਖ ਕੇ ਮੂੰਹ ਟੱਡੇ ਦੇ ਟੱਡੇ ਰਹਿ ਗਏ। ਅਗਲੇ ਦਿਨ ਅਚਾਨਕ ਮੈਨੂੰ ਡਿਊਕ ਵੱਲੋਂ ਇੱਕ ਸੱਦਾ ਆਇਆ। ਸੱਦੇ ਵਿੱਚ ਲਿਖਿਆ ਸੀ, ਲਾਗਲੇ ਸ਼ਹਿਰ ਜੈਨੋਆ ਨਾਲ ਸਾਡਾ ਜੰਗ ਹੋ ਗਿਆ ਹੈ। ਜੈਨੋਆ ਦੇ ਜੰਗੀ ਬੇੜੇ ਨਾਲ ਸਾਡੇ ਬੇੜੇ ਦੀ ਟੱਕਰ ਹੋਣ ਵਾਲੀ ਹੈ। ਸਾਡੇ ਪਾਸ ਕੋਈ ਤਜਰਬੇਕਾਰ ਕਪਤਾਨ ਨਹੀਂ, ਕਿਉਂਕਿ ਤੈਨੂੰ ਸਮੁੰਦਰ ਦਾ ਬੜਾ ਤਜਰਬਾ ਹੈ, ਇਸ ਲਈ ਅਸੀਂ ਇਸ ਕੰਮ ਲਈ ਤੇਰੀ ਸੇਵਾ ਲੈਣੀ ਚਾਹੁੰਦੇ ਹਾਂ। ਮੈਂ ਉਸੇ ਵੇਲੇ ਤਿਆਰ ਹੋ ਕੇ ਡਿਊਕ ਸਾਹਮਣੇ ਹਾਜ਼ਰ ਹੋਇਆ ਤੇ ਆਪਣੀ ਸੇਵਾ ਪੇਸ਼ ਕੀਤੀ। ਡਿਊਕ ਨੇ ਮੈਨੂੰ ਆਪਣੇ ਜੰਗੀ ਬੇੜੇ ਦਾ ਕਪਤਾਨ ਨਿਯਤ ਕਰ ਦਿੱਤਾ। ਜਲਦੀ ਹੀ ਪੂਰੀ ਤਿਆਰੀ ਕਰਕੇ ਸਾਡੇ ਜੰਗੀ ਬੇੜੇ ਨੇ ਜੈਨੋਆ ਵੱਲ ਕੂਚ ਕਰ ਦਿੱਤਾ। ਰਾਹ ਵਿੱਚ ਇੱਕ ਜ਼ਬਰਦਸਤ ਤੂਫਾਨ ਆਇਆ, ਜਿਸ ਵਿੱਚ ਸਾਡੀ ਸਾਰੀ ਰਸਦ ਅਤੇ ਪੀਣ ਵਾਲਾ ਪਾਣੀ ਰੁੜ ਗਿਆ। ਸਾਡੇ ਕਈ ਆਦਮੀ ਵੀ ਬਿਮਾਰ ਪੈ ਗਏ। ਕਈਆਂ ਨੇ ਵਾਪਸ ਮੁੜਨ ਦੀ ਸਲਾਹ ਦਿੱਤੀ, ਪਰ ਮੈਂ ਕਿਹਾ ਸਾਡੇ ਤੇ ਸਾਰੇ ਵੀਨਸ ਦੀਆਂ ਅੱਖਾਂ ਨੇ, ਇਸ ਲਈ ਭਾਵੇਂ ਸਾਨੂੰ ਜਾਨਾਂ ਵੀ ਕਿਉਂ ਨਾ ਵਾਰਨੀਆਂ ਪੈਣ, ਅਸੀਂ ਪਿਛਾਂਹ ਨਹੀਂ ਮੁੜਨਾ। ਜਲਦੀ ਹੀ ਸਾਨੂੰ ਜੈਨੋਆ ਦਾ ਜੰਗੀ ਬੇੜਾ ਦਿਸਿਆ, ਜੋ ਦੁੱਗਣੀ ਤਾਕਤ ਵਿੱਚ ਸਾਡੀ ਵੱਲ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ। ਸਾਡੇ ਆਦਮੀ ਦੁਸ਼ਮਣ ਦੀ ਤਾਕਤ ਵੇਖ ਕੇ ਬੜੇ ਘਬਰਾਏ, ਪਰ ਮੈਂ ਉਹਨਾਂ ਨੂੰ ਹੌਸਲਾ ਦਿੰਦਾ ਰਿਹਾ। ਆਖਰ ਜੈਨੋਆ ਵਾਲਿਆਂ ਨੇ ਆਪਣੇ ਜਹਾਜ਼ ਸਾਡੇ ਜਹਾਜ਼ ਨਾਲ ਲਾ ਦਿੱਤੇ ਤੇ ਉਹਨਾਂ ਦੇ ਸਿਪਾਹੀ ਛਾਲਾਂ ਮਾਰ ਕੇ ਸਾਡੇ ਜਹਾਜ਼ਾਂ ਵਿੱਚ ਚੜ੍ਹ ਆਏ। ਉਹ ਆਪਣੇ ਆਦਮੀਆਂ ਨੂੰ ਲਲਕਾਰ ਰਹੇ ਸਨ, ਛੱਡਿਓ ਨਾ ਵੀਨਸ ਵਾਲਿਆਂ ਨੂੰ, ਵੀਨਸ ਦਾ ਸਦਾ ਲਈ ਭੋਗ ਪਾ ਦਿਓ, ਵੇਖਿਓ ਇੱਕ ਵੀ ਬਚ ਕੇ ਨਾ ਨਿਕਲੇ। ਅਸੀਂ ਵੀ ਆਪਣੀ ਵੱਲੋਂ ਪੂਰਾ ਜ਼ੋਰ ਲਾ ਕੇ ਲੜੇ, ਪਰ ਕਿਉਂਕਿ ਵੈਰੀ ਗਿਣਤੀ ਵਿੱਚ ਜ਼ਿਆਦਾ ਸੀ, ਇਸ ਲਈ ਅੰਤ ਨੂੰ ਸਾਨੂੰ ਹਾਰ ਦਾ ਮੂੰਹ ਵੇਖਣਾ ਪਿਆ। ਮੈਨੂੰ ਕਪਤਾਨ ਦੀ ਹੈਸੀਅਤ ਵਿੱਚ ਕੈਦ ਕਰਕੇ ਜੇਲ੍ਹਖਾਨੇ ਵਿੱਚ ਸੁੱਟ ਦਿੱਤਾ ਗਿਆ। ਜੇਲ੍ਹ ਵਿੱਚ ਮੈਨੂੰ ਹੋਰ ਕੋਈ ਕੰਮ ਨਹੀਂ ਸੀ, ਇਸ ਲਈ ਮੈਂ ਆਪਣੇ ਪੂਰਬ ਦੀ ਯਾਤਰਾ ਦਾ ਹਾਲ ਲਿਖਣਾ ਸ਼ੁਰੂ ਕਰ ਦਿੱਤਾ। ਧੰਨਵਾਦ। ਜਾਂਦੇ ਜਾਂਦੇ ਇਹ ਵੀ ਦੱਸਦੀ ਜਾਵਾਂ ਕਿ ਮਾਰਕੋ ਪੋਲੋ ਦੀ ਕਹਾਣੀ ਸੁਣ ਕੇ ਤੁਸੀਂ ਵੀ ਇਸ ਤਰ੍ਹਾਂ ਦਾ ਸਫ਼ਰਨਾਮਾ ਲਿਖ ਸਕਦੇ ਹੋ। ਸਫ਼ਰ ਦੌਰਾਨ ਹੋਏ ਤਜਰਬੇ ਸਾਡੇ ਮਾਨਸਿਕ ਤਣਾਅ ਤੇ ਚਿੰਤਾ ਨਾਲ ਭਰੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਸਿਹਤਵਰਧਕ ਸਿੱਧ ਹੋ ਸਕਦੇ ਹਨ। ਇਹ ਗੱਲ ਵੀ ਯਾਦ ਰੱਖਿਓ ਕਿ ਜਦੋਂ ਤੁਹਾਡੇ ਨੰਗੇ ਪੈਰ ਧਰਤੀ ਦੀ ਛੋਹ ਪ੍ਰਾਪਤ ਕਰਦੇ ਹਨ ਤਾਂ ਧਰਤੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਹਵਾ ਦੇ ਬੁੱਲੇ ਤੁਹਾਡੇ ਵਾਲਾਂ ਨੂੰ ਹਮੇਸ਼ਾ ਹੀ ਸਹਿਲਾਉਣ ਲਈ ਤਿਆਰ ਰਹਿੰਦੇ ਹਨ। ਆਪਣੀ ਕਲਪਨਾ ਦੇ ਖੰਭਾਂ ਨਾਲ ਉੱਚੀ ਉਡਾਰੀ ਮਾਰ ਕੇ ਕੁਦਰਤ ਨਾਲ ਇੱਕਮਿਕ ਹੋ ਕੇ ਵੇਖੋ, ਤੁਹਾਨੂੰ ਆਪਣੇ ਜੀਵਨ ਦਾ ਅਸਲੀ ਮਨੋਰਥ ਸਮਝ ਆਵੇਗਾ। ਧੰਨਵਾਦ। ਹਰਜੀਤ ਬਮਰਾ।